ਪੂਨਾ ਪੈਕਟ ਔਰ ਕਮਿਊਨਲ ਵਾਰ ਦੇ ਵਿੱਚ ਜਿਹੜੀ ਮੇਨ ਮੁੱਦਾ ਸੀਗਾ ਵੀ ਅਛੂਤ ਲੋਕਾਂ ਨੂੰ ਇੱਕ ਤਾਂ ਵੀ ਉਹ ਮਾਈਨੋਰਿਟੀ ਸਟੇਟਸ ਸੀਗਾ ਉਹਨਾਂ ਦਾ ਮਿਲਿਆ, ਦੂਸਰਾ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈਗੀ ਆ ਉਹ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ, ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦੇ ਚੋਣ ਹਲਕੇ ਹੋਣੇ ਚਾਹੀਦੇ ਆ, ਕਿੱਦਾਂ ਦੀ ਜਿਹੜੀ ਹੈਗੀ ਆ ਵੋਟ ਜਿਹੜੀ ਹੈ ਵੋਟਰ ਦੀ ਐਲੀਜੀਬਿਲਟੀ ਹੈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਤੇ ਇਲੈਕਸ਼ਨ ਜਿਹੜੇ ਜਦੋਂ ਹੋਣਗੇ ਉਹਨਾਂ ਦੀ ਵੋਟਿੰਗ ਕਾਊਂਟਿੰਗ ਜਿਹੜੀ ਸਿਸਟਮ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈਗਾ ਆ। ਤੇ ਇਹਦੇ ਨਾਲ ਰਿਲੇਟਡ ਸੀਗਾ ਪੂਨਾ ਪੈਕਟ ਤੇ ਉਸਦੇ ਜਿਹੜੇ ਆ ਮੈਰਿਟਸ ਡੀਮੈਰਿਟਸ ਉਹ ਸਾਰਿਆਂ ਨੂੰ ਪਤਾ ਹੈਗਾ। ਆਪਾਂ ਇਹਦੇ ਵਿੱਚ ਥੋੜਾ ਉਹਦੇ ਵਿੱਚ ਜਾਵਾਂਗੇ ਡਿਟੇਲ ਦੇ ਵਿੱਚ ਵੀ ਜਿਹੜੇ ਵਰਡਸ ਯੂਜ਼ ਕੀਤੇ ਹੈਗੇ ਉਹ ਟੈਕਨੀਕਲੀ ਉਹਦਾ ਕੀ ਮਤਲਬ ਬਣਦਾ ਹੈਗਾ ਆ। ਇਹਦੇ ਵਿੱਚ ਦੇਖ ਸਕਦੇ ਆ ਤੁਸੀਂ ਵੀ ਭਾਰਤ ਵਿੱਚ ਜਦੋਂ ਕੋਈ ਇਲੈਕਸ਼ਨ ਹੁੰਦਾ ਹੈਗਾ ਆ ਉਹਦੇ ਵਿੱਚ ਇਲੈਕਸ਼ਨ ਹੋਣ ਤੋਂ ਪਹਿਲਾਂ ਜਿਹੜੀ ਆ ਪ੍ਰਕਿਰਿਆ ਹੁੰਦੀ ਹੈਗੀ, ਇਲੈਕਸ਼ਨ ਕਮਿਸ਼ਨ ਜਿਹੜਾ ਹੁੰਦਾ ਹੈਗਾ ਆ ਆਪਣੇ ਭਾਰਤ ਵਿੱਚ ਜਦੋਂ ਇਲੈਕਸ਼ਨ ਹੁੰਦਾ ਹੈਗਾ ਆ ਉਹਦੇ ਵਿੱਚ ਆਪਣੇ ਜਿਹੜਾ ਚੋਣ ਹਲਕਾ ਹੁੰਦਾ ਉਹਦੇ ਵਿੱਚ ਉਹ ਕੈਂਡੀਡੇਟ ਖੜਾ ਹੁੰਦਾ ਹੈਗਾ ਤੇ ਫਿਰ ਵੋਟ ਪਾਉਂਦੇ ਹੈਗੇ ਆ। ਇਸ ਤਰ੍ਹਾਂ ਇਲੈਕਸ਼ਨ ਹੁੰਦਾ। ਇਹਦੇ ਵਿੱਚ ਹੁੰਦਾ ਕੀ ਹੈ, ਜਦੋਂ ਹਰ 10 ਸਾਲ ਬਾਅਦ ਜਿਹੜਾ ਸੈਂਸਸ ਹੁੰਦਾ ਹੈਗਾ ਆ ਉਹਦੇ ਵਿੱਚ ਜਿਹੜੀ ਹੈ ਜਨਗਣਨਾ ਹੁੰਦੀ ਹੈਗੀ ਹੈ ਤੇ ਪੋਪੂਲੇਸ਼ਨ ਸੈਂਸਸ ਜਿਹੜਾ ਹੁੰਦਾ ਉਹਦੇ ਵਿੱਚ ਜਿਹੜੀ ਪੋਪੂਲੇਸ਼ਨ ਡਿਫਾਈਨ ਕੀਤੀ ਜਾਂਦੀ ਹੈਗੀ ਹੈ ਤੇ ਉਹਦੇ ਬੇਸਿਸ ਤੇ ਕੀ ਹੁੰਦਾ ਹੈ ਡੀਲਿਮਿਟੇਸ਼ਨਸ ਜਿਹੜੀ ਹੈ ਐਕਟ ਹੈਗਾ ਇੰਡੀਆ ਦਾ ਉਹਦੇ ਆਧਾਰ ਤੇ ਜਿਹੜਾ ਹੈਗਾ ਆ ਕਨਸਟੀਟੂਐਂਸੀਜ਼ ਹੁੰਦੀਆਂ ਜਿਹੜੇ ਚੋਣ ਹਲਕੇ ਹੈਗੇ ਆ ਇਲੈਕਸ਼ਨ ਕਮਿਸ਼ਨ ਉਹਨੂੰ ਚੋਣ ਹਲਕੇ ਜਿਹੜੇ ਆ ਬਦਲਦਾ ਹੈਗਾ ਪੋਪੂਲੇਸ਼ਨ ਦੇ ਹਿਸਾਬ ਨਾਲ। ਇਹ ਤੇ ਉਹਦੇ ਵਿੱਚ ਹਰੇਕ 10 ਸਾਲਾਂ ਬਾਅਦ ਇਹ ਹੁੰਦਾ ਹੈਗਾ ਤੇ ਡੀਲਿਮਿਟੇਸ਼ਨਸ ਐਕਟ ਲਾ ਕੇ ਹਰੇਕ 10 ਸਾਲਾਂ ਬਾਅਦ ਜਿਹੜੀ ਕਨਸਟੀਟੂਐਂਸੀਜ਼ ਜਿਹੜੀ ਹੈਗੀ ਉਹ 'ਚ ਫਿਰ ਜਿਹੜਾ ਬਦਲਾਅ ਆਉਂਦਾ ਹੈਗਾ ਆ। ਤੇ ਇਹਦੇ ਵਿੱਚ ਕੀ ਹੁੰਦਾ ਹੈ ਵੀ ਇੱਕ ਪੁਆਇੰਟ ਹੈ। ਦੂਸਰਾ ਹੈਗਾ ਵੋਟਰ ਐਲੀਜੀਬਿਲਿਟੀ ਜਿਹੜੀ ਹੈ, ਵੋਟਰ ਕਿਹੜੇ ਪਾ ਸਕਦੇ ਹੈਗੇ ਆ, ਵੋਟ ਕਿਹੜੇ ਪਾ ਸਕਦੇ ਜਿਹੜੇ 18 ਸਾਲ ਦੇ ਹੈਗੇ ਆ ਔਰ ਇਹ ਜਿਹੜੀ ਹੈਗੀ ਜਿਹੜਾ ਵੀ ਉੱਥੇ ਦਾ ਬਸ਼ਿੰਦਾ ਹੈਗਾ ਹੈ ਸਿਟੀਜ਼ਨ ਹੈਗਾ ਇੰਡੀਆ ਦਾ। ਤੇ ਤੀਸਰਾ ਪੁਆਇੰਟ ਹੈਗਾ ਜਿਹੜਾ ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਵੀ ਬਾਲਗ ਮਤਦਾਨ ਜਿਹੜਾ ਹੈਗਾ ਹੈ, ਯੂਨੀਵਰਸਲ ਅਡਲਟ ਫਰੈਂਚਾਈਜ਼ ਮਤਲਬ ਬਾਲਗ ਮਤਦਾਨ। ਤੇ ਇਹ ਹੁਣ ਦੇਖੋ ਇਹ ਬੜਾ ਆਸਾਨ ਜਿਹਾ ਲੱਗਦਾ ਹੈਗਾ ਪਰ ਇਹਦੇ ਵਿੱਚ ਵੀ ਲੰਬੀ ਸਟੋਰੀ ਹੈਗੀ, ਆਪਾਂ ਉਹਦੇ ਵਿੱਚ ਨਹੀਂ ਜਾਵਾਂਗੇ। ਵੀ ਇਹ ਜਿਹੜੇ ਹੈਗੇ ਆ ਵੋਟਰ ਐਲੀਜੀਬਿਲਟੀ ਇੱਕ ਟਾਈਮ ਦੇ ਸਾਊਥ ਬਿਊਰੋ ਕਮੇਟੀ ਦੇ ਵਿੱਚ ਉਸ ਟਾਈਮ ਛੂਤ ਲੋਕਾਂ ਨੂੰ ਵੋਟਰ ਐਲੀਜੀਬਿਲਟੀ ਦੇ ਵਿੱਚ ਨਹੀਂ ਆਉਂਦੇ ਸੀਗੇ ਕਿਉਂਕਿ ਉਸ ਟਾਈਮ ਜਿਹੜੇ ਤਾਂ ਟੈਕਸ ਦਿੰਦੇ ਸੀਗੇ ਜਾਂ ਜਿਹਨਾਂ ਦੀ ਜ਼ਮੀਨ ਹੁੰਦੀ ਸੀਗੀ ਤੇ ਕੋਈ ਖਾਸ ਤਬਕਾ ਹੀ ਜਿਹੜਾ ਸੀਗਾ ਪੜ੍ਹਿਆ ਲਿਖਿਆ ਹੁੰਦਾ ਸੀਗਾ ਉਹੀ ਵੋਟ ਪਾ ਸਕਦਾ ਸੀ, ਬਾਕੀ ਨਹੀਂ ਪਾ ਸਕਦੇ। ਇਸ ਕਰਕੇ ਉਸ ਟਾਈਮ ਤਾਂ ਛੂਤ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਹੀ ਨਹੀਂ ਸੀਗਾ ਤੇ ਬਾਬਾ ਸਾਹਿਬ ਨੇ ਫਿਰ ਇਹ ਕਾਫੀ ਇਹਦੇ ਵਿੱਚ ਫਾਈਟ ਕੀਤਾ ਵੀ ਜਿਹੜਾ ਯੂਨੀਵਰਸਲ ਅਡਲਟ ਫਰੈਂਚਾਈਜ਼ ਹੋਵੇ, ਸਾਰੇ ਜਿੰਨੇ ਵੀ 18 ਸਾਲ ਤੋਂ ਉੱਪਰ ਹੈਗੇ ਆ ਉਹਨਾਂ ਨੂੰ ਕਿਸੇ ਵੀ ਅਯੋਗਤਾ ਦੇ ਆਧਾਰ ਤੇ ਰੋਕਿਆ ਨਾ ਜਾਵੇ, ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ। ਤੇ ਇਹਦੇ ਵਿੱਚ ਹੁਣ ਜਿੱਦਾਂ ਚੋਣ ਹਲਕੇ ਹੁੰਦੇ ਹੈਗੇ ਆ, ਜਿਹੜੇ ਅੱਜ ਕੱਲ੍ਹ ਚੋਣ ਹਲਕੇ ਹੈਗੇ ਆ ਜਾਂ ਚੋਣ ਹਲਕਾ ਜਿਹੜਾ ਹੈਗਾ ਉਹ ਦੋ ਤਰ੍ਹਾਂ ਦਾ ਹੋ ਸਕਦਾ। ਇੱਕ ਹੈਗਾ ਆ ਸਿੰਗਲ ਮੈਂਬਰ ਕਨਸਟੀਟੂਐਂਸੀ ਜਾਂ ਇੱਕ ਮੈਂਬਰੀ ਚੋਣ ਹਲਕਾ ਜਾਂ ਪਲੂਰਲ ਜਾਂ ਮਲਟੀਪਲ ਮੈਂਬਰ ਕਨਸਟੀਟੂਐਂਸੀ ਜਿਹਨੂੰ ਕਹਿੰਦੇ ਆ ਵੀ ਬਹੁ ਮੈਂਬਰੀ ਚੋਣ ਹਲਕਾ। ਇਸ ਤਰ੍ਹਾਂ ਦੋ ਤਰ੍ਹਾਂ ਦੇ ਹਲਕੇ ਹੋ ਸਕਦੇ ਹੈਗੇ ਆ। ਤੇ ਤੀਸਰਾ ਜਿਹੜਾ ਹੁੰਦਾ ਜਦੋਂ ਵੋਟ ਪੈਂਦੀ ਹੈ, ਵੋਟ ਪਾਉਣ ਤੋਂ ਬਾਅਦ ਜਿਹੜੀ ਕਾਊਂਟਿੰਗ ਹੁੰਦੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ। ਉਹ ਜਿਹੜੇ ਮੋਟੇ ਤਿੰਨ ਸਿਸਟਮ ਹੈਗੇ ਉਹ ਹੈਗੇ, ਪਹਿਲਾ ਹੈਗਾ ਪਲੂਰੈਲਿਟੀ ਸਿਸਟਮ ਜਿਹਨੂੰ ਆਪਾਂ ਕਹਿੰਦੇ ਆ ਫਸਟ ਪਾਸਟ ਦਾ ਪੋਸਟ ਸਿਸਟਮ, ਵੀ ਭਾਵ ਵੀ ਜਿਹਦੇ ਵੱਧ ਤੋਂ ਵੱਧ ਵੋਟਾਂ ਲੈ ਲਈਆਂ ਉਹ ਜਿੱਤ ਗਿਆ। ਜ਼ਰੂਰੀ ਨਹੀਂ ਹੈ ਵੀ 50% ਹੋਵੇ, 50% ਤੋਂ ਘੱਟ ਹੈ, ਜੇ 33% ਆ 34% ਆ ਤੇ ਵੱਧ ਤੋਂ ਵੱਧ ਹੋਣ ਬਾਕੀ ਕੈਂਡੀਡੇਟਸ ਨਾਲੋਂ, ਚਾਹੇ ਉਹ 30% ਹੀ ਆ ਉਹ ਵੀ ਜਿੱਤ ਜਾਂਦਾ ਹੈਗਾ ਇਹਦੇ ਵਿੱਚ। ਤੇ ਇਹ ਇੱਕ ਢੰਗ ਹੈਗਾ ਵੋਟ ਜਿਹੜੀ ਅਕਾਊਂਟ ਕਿਦਾਂ। ਦੂਸਰੀ ਜਿਹੜੀ ਹੈਗੀ ਉਹ ਹੈਗੀ ਮੈਜੋਰਿਟੀ ਜਾਂ ਉਹਨੂੰ ਕਹਿੰਦੇ ਸੈਕੰਡ ਬੈਲਟ ਸਿਸਟਮ, ਜਿਹਦੇ ਵਿੱਚ ਕੀ ਹੁੰਦਾ ਹੈ 50% ਵੋਟਾਂ ਚਾਹੀਦੀਆਂ ਤੇ ਪਲੱਸ ਇੱਕ ਵੋਟ ਚਾਹੀਦੀ ਹੈਗੀ ਹੈ। ਤੇ ਤੀਸਰਾ ਹੈਗਾ ਆ ਵੋਟ ਕਾਊਂਟਿੰਗ ਜਿਹੜੀ ਹੁੰਦੀ ਆ ਉਹ ਹੈਗੀ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਦੇ ਵਿੱਚ। ਉਹਦੇ ਵਿੱਚ ਕੀ ਹੁੰਦਾ ਹੈ ਵੀ ਜਿੰਨੀ ਪਰਸੈਂਟੇਜ ਵੋਟ ਪਈ ਹੈਗੀ ਹੈ ਉਹ ਵੋਟ ਦੇ ਪਰਸੈਂਟੇਜ ਦੇ ਅਨੁਪਾਤ ਦੇ ਹਿਸਾਬ ਨਾਲ ਹੀ ਜਿਹੜੀਆਂ ਹੁੰਦੀਆਂ ਅਸੈਂਬਲੀ ਦੇ ਵਿੱਚ ਸੀਟਾਂ ਮਿਲਦੀਆਂ ਹੈਗੀਆਂ। ਇਸ ਤਰ੍ਹਾਂ ਤਿੰਨ ਤਰ੍ਹਾਂ ਦੇ ਜਿਹੜੇ ਆ ਕਾਊਂਟਿੰਗ ਵੋਟਸ ਦੀ ਕਾਊਂਟਿੰਗ ਹੁੰਦੀ ਹੈਗੀ ਆ। ਤੇ ਹੁਣ ਆਪਾਂ ਇਹਦੇ ਵਿੱਚ ਨੈਕਸਟ ਆਵਾਂਗੇ ਵੀ ਅੱਜ ਕੱਲ੍ਹ ਕੀ ਹੋ ਰਿਹਾ ਹੈਗਾ ਆ, ਇਹ ਥੋੜਾ ਆਪਾਂ ਸਮਝਾਂਗੇ। ਹਾਂਜੀ, ਹੁਣ ਇਹਦੇ ਵਿੱਚ ਮੈਂ ਥੋੜਾ ਪੁਆਇੰਟਰ ਵੀ ਨਾਲ ਯੂਜ਼ ਕਰਾਂਗਾ। ਤੇ ਜੁਆਇੰਟ ਇਲੈਕਟੋਰੇਟ ਵਿਦ ਰਿਜ਼ਰਵਡ ਸੀਟ ਸਿੰਗਲ ਮੈਂਬਰ ਕਨਸਟੀਟੂਐਂਸੀ ਜਿਹੜੀ ਹੁੰਦੀ ਹੈ, ਇਹਦਾ ਭਾਵ ਹੈਗਾ ਵੀ ਸਾਂਝੇ ਮਤਦਾਨ ਇਹਦੇ ਨਾਲ ਆਪਣੇ ਰਾਖਵੀ ਸੀਟ ਜਿੱਥੇ ਹੁੰਦੀ ਹੈਗੀ ਹੈ ਔਰ ਜਿਹੜਾ ਇੱਕ ਮੈਂਬਰ ਚੋਣ ਹਲਕਾ ਹੁੰਦਾ ਸੀਟਾਂ। ਇਹ ਸਿਸਟਮ ਜਿਹੜਾ ਹੈਗਾ ਅੱਜ ਕੱਲ੍ਹ ਚੱਲ ਰਿਹਾ ਹੈਗਾ। ਇਹਦੇ ਵਿੱਚ ਤੁਸੀਂ ਦੇਖ ਸਕਦੇ ਖੱਬੇ ਪਾਸੇ ਜਿੱਦਾਂ ਇੱਕ ਜਿਹੜਾ ਹੈਗਾ ਆ
ਆਪਣੇ ਰਿਜ਼ਰਵਡ ਹਲਕਾ ਹੈਗਾ ਆ, ਚੋਣ ਹਲਕਾ ਹੈਗਾ ਆ, ਉਹਦੇ ਵਿੱਚ ਐਸਸੀ ਕੈਂਡੀਡੇਟ ਹੀ ਖੜਾ ਹੋਣਾ ਆ, ਤਾਂ ਵੋਟਾਂ ਸਾਰਿਆਂ ਨੇ ਪਾਉਣੀਆਂ ਹੈਗੀਆਂ ਆ, ਕਿਉਂਕਿ ਜੁਆਇੰਟ ਇਲੈਕਟੋਰੇਟ ਹੈਗਾ ਵੀ ਸਾਂਝੀ ਜਿਹੜੀ ਆ ਮਤਦਾਨ ਹੁੰਦਾ ਹੈਗਾ ਆ, ਤੇ ਇਸ ਕਰਕੇ ਵੋਟਾਂ ਜਿਹੜੀਆਂ ਸਾਰੇ ਪਾਉਂਦੇ ਹੈਗੇ ਆ। ਐਸਸੀ ਜਿਹੜੇ ਆ ਵੋਟਰ ਉਹ ਵੀ ਪਾਉਂਦੇ ਆ, ਨਾਨ ਐਸਸੀ ਵੋਟਰ ਵੀ ਪਾਉਂਦੇ ਹੈਗੇ ਆ। ਇਹਦੇ ਵਿੱਚ ਹੁਣ ਤੁਸੀਂ ਐਗਜ਼ਾਮਪਲ ਲੈ ਲਓ ਵੀ 3 ਕੈਂਡੀਡੇਟ ਖੜੇ ਕੀਤੇ ਹੈਗੇ ਆ, ਤੇ ਇਹ ਸਾਥੀ ਮੈਨੂੰ ਲੱਗਦਾ ਕੋਈ ਪਰਸਨਲੀ ਨਾ ਲੈਣ, ਜੇ ਕੋਈ ਉਹਨਾਂ ਦੀ ਪਾਰਟੀ ਦਾ ਨਾਂ ਨਹੀਂ ਲਿਖਿਆ ਹੈਗਾ, ਇਹ ਮੈਂ ਐਗਜ਼ਾਮਪਲ ਦੇਣ ਲਈ ਲਿਖਿਆ ਹੈਗਾ ਆ। ਇਹਦੇ ਵਿੱਚ ਮੇਰਾ ਕੋਈ ਪਰਸਨਲ ਨਹੀਂ ਸੀਗਾ ਵੀ ਇਹਦੇ ਵਿੱਚ ਲਿਖਣਾ ਮੈਂ ਇਸ ਤਰ੍ਹਾਂ ਹੀ, ਪਰ ਇਹ ਥੋੜਾ ਐਗਜ਼ਾਮਪਲ ਦੇਣ ਲਈ ਇਹਦੇ ਵਿੱਚ ਨਾਂ ਲਿਖਿਆ ਹੈਗਾ, ਸਪੈਸੀਫਿਕ ਨੇਮ ਜਿਹੜੇ ਹੈਗੇ ਆ। ਵੀ ਮੰਨ ਲਓ 3 ਕੈਂਡੀਡੇਟ ਹੈਗੇ ਆ, ਪਹਿਲਾ ਕੈਂਡੀਡੇਟ ਅਕਾਲੀਆਂ ਦਾ, ਦੂਸਰਾ ਬੀਐਸਪੀ ਦਾ, ਤੀਸਰਾ ਕਾਂਗਰਸ ਦਾ, ਔਰ ਸੀਟ ਜਿਹੜੀ ਹੈਗੀ ਉੱਥੋਂ ਇੱਕੋ ਹੀ ਬੰਦਾ ਜਿਹੜਾ ਜਾਂ ਇੱਕੋ ਹੀ ਔਰਤ ਜਿਹੜੀ ਹੈਗੀ ਆ, ਇੱਕ ਕੈਂਡੀਡੇਟ ਚੁਣ ਕੇ ਜਾਣਾ ਹੈਗਾ ਆ ਉਸ ਹਲਕੇ ਦੇ ਵਿੱਚੋਂ। ਤੇ ਇਸ ਕਿਉਂਕਿ ਉੱਥੇ ਜਿਹੜਾ ਹੈਗਾ ਇੱਕ ਮੈਂਬਰੀ ਚੋਣ ਹਲਕਾ ਹੈਗਾ ਆ, ਔਰ ਰਿਜ਼ਰਵਡ ਸੀਟ ਹੈ, ਇਸ ਕਰਕੇ ਉਹਦੇ ਵਿੱਚ ਜਿਹੜਾ ਹੈਗਾ ਐਸੀ ਕੈਂਡੀਡੇਟ ਹੀ ਚੁਣਿਆ ਜਾਵੇਗਾ, ਉਹੀ ਖੜਾ ਹੋ ਸਕਦਾ ਇਲੈਕਸ਼ਨ ਦੇ ਵਿੱਚ। ਔਰ ਹੁੰਦਾ ਕਿ ਜਦੋਂ ਹੁਣ ਵੋਟ ਪੈਂਦੀ ਹੈਗੀ ਹੈ, ਇੱਥੇ ਦੇਖ ਸਕਦੇ ਖੱਬੇ ਪਾਸੇ ਤੁਸੀਂ ਐਸੀ ਪਾਪੂਲੇਸ਼ਨ ਹੈਗੀ ਹੈ, ਤੇ ਕਿਉਂਕਿ ਐਸੀ ਪਾਪੂਲੇਸ਼ਨ ਜੇ ਤੁਸੀਂ ਦੇਖੋ ਤਾਂ 16% ਬਣਦੀ ਹੈਗੀ ਹੈ, ਐਸਸੀ ਐਸਟੀ ਮਿਲਾ ਕੇ 25% ਬਣਦੀ ਹੈਗੀ ਹੈ। ਤੇ ਇਹਦੇ ਵਿੱਚ ਪੰਜਾਬ ਦਾ ਐਗਜ਼ਾਮਪਲ ਲੈਣਾ ਤੇ 15 ਤੋਂ 20% ਤੁਸੀਂ ਲਾ ਸਕਦੇ। ਪੰਜਾਬ 'ਚ ਤਾਂ ਜ਼ਿਆਦਾ ਐਕਚੁਅਲੀ, ਪੰਜਾਬ 'ਚ 30 ਤੋਂ ਲੈ ਕੇ 34-35 ਤੱਕ ਅੰਦਾਜ਼ਾ ਲਾਇਆ ਜਾ ਸਕਦਾ, ਮੈਨੂੰ ਐਗਜ਼ੈਕਟ ਪਤਾ ਨਹੀਂ ਹੈਗਾ ਵੀ 34 ਜਾਂ 35 ਹੈ, ਪਰ 30 ਤੋਂ 35 ਦੇ ਵਿੱਚ ਜਿਹੜਾ ਹੈਗਾ ਹੈ ਦੱਸਿਆ ਜਾਂਦਾ ਹੈ ਸ਼ਡਿਊਲ ਕਾਸਟ ਪਾਪੂਲੇਸ਼ਨ। ਤੇ ਬਾਕੀ ਜਿਹੜੀ ਹੈਗੀ 75% ਜਿਹੜੀ ਹੈਗੀ ਹੈ, 70-75% ਉਹ ਸਾਰੀ ਜਿਹੜੀ ਹੈਗੀ ਨਾਨ ਐਸਸੀ ਪਾਪੂਲੇਸ਼ਨ ਹੈਗੀ ਆ। ਹੁਣ ਜਦੋਂ ਵੋਟ ਪਾਉਂਦੇ ਹੈਗੇ ਆ, ਇਹ ਉਹੀ ਐਲੀਜੀਬਲ ਵੋਟਰਸ ਹੈਗੇ ਆ, ਤੇ ਕਿਉਂਕਿ ਇੱਕ 4 ਇਹਨਾਂ ਦਾ ਦੂਜਾ ਰੇਸ਼ੋ ਅਨੁਪਾਤ ਹੈਗਾ ਆ। ਇਹਦੇ ਵਿੱਚ ਜਿਹੜਾ 120 ਵੋਟਾਂ ਜਿਹੜੀਆਂ ਪਾਉਂਦੇ ਹੈਗੇ ਆ ਉਹ ਛੂਤ ਵੋਟਰ ਪਾਉਂਦੇ ਆ, ਬਾਕੀ ਜਿਹੜੇ ਹੈਗੇ ਆ ਆਪਣੇ 880 ਜਿਹੜੀਆਂ ਵੋਟਾਂ ਪੈਂਦੀਆਂ ਹੈਗੀਆਂ ਉਹ ਪੈਂਦੀਆਂ ਹੈਗੀਆਂ ਜਨਰਲ ਕੈਟੇਗਰੀ ਵੱਲੋਂ। ਤੇ ਵੋਟ ਜਦੋਂ ਪਾਉਂਦੇ ਹੈਗੇ ਆ ਕੀ ਕਰਦੇ ਆ ਵੀ ਤਿੰਨੇ ਕੈਂਡੀਡੇਟਸ ਹੈਗੇ ਆ। ਹੁਣ ਇੱਥੇ ਤੁਸੀਂ ਦੇਖੋਗੇ ਅਕਾਲੀਆਂ ਦਾ ਇਹ ਸਿਸਟਮ ਉਹੀ ਆ, ਫਸਟ ਪਾਸਟ ਦਾ ਪੋਸਟ ਸਿਸਟਮ ਹੈਗਾ ਆ, ਇਦਾਂ ਵੋਟ ਕਾਊਂਟ ਹੋਣੀ ਹੈ। ਤੇ ਇਹਦੇ ਵਿੱਚ ਕੀ ਹੋਣਾ, ਮੰਨ ਲਓ ਵੀ ਜਿੱਦਾਂ ਉੱਪਰ ਦੇਖ ਸਕਦੇ ਇੱਥੇ ਤੁਸੀਂ ਅਕਾਲੀ ਦਾ ਜਿਹੜਾ ਅਕਾਲੀਆਂ ਵੱਲੋਂ ਜਿਹੜਾ ਖੜਾ ਸ਼ਡਿਊਲ ਕਾਸਟ ਦਾ ਕੈਂਡੀਡੇਟ ਹੈਗਾ ਆ, ਉਹਦੇ ਵਿੱਚ ਜਿਹੜੇ ਆ ਐਸਸੀ ਲੋਕ ਆ ਉਸ ਬੰਦੇ ਨੂੰ 20 ਵੋਟਾਂ ਦਿੰਦੇ ਆ, ਔਰ ਜਨਰਲ ਕੈਟਾਗਰੀ ਦੇ ਜਿਹੜੇ ਹੈਗੇ 270 ਵੋਟਾਂ ਦਿੰਦੇ ਆ। ਤੇ ਟੋਟਲ ਵੋਟਾਂ ਜਿਹੜੀਆਂ ਅਕਾਲੀਆਂ ਵੱਲੋਂ ਐਸਸੀ ਕੈਂਡੀਡੇਟ ਖੜਾ ਹੁੰਦਾ ਉਹਨੂੰ 290 ਵੋਟਾਂ ਪੈਂਦੀਆਂ। ਹੁਣ ਮੰਨ ਲਓ ਬੀਐਸਪੀ ਦਾ ਬੰਦਾ ਜਿਹੜਾ ਖੜਾ ਹੈਗਾ ਹੈ ਜਾਂ ਕੈਂਡੀਡੇਟ ਖੜਾ ਹੈਗਾ ਆ, ਉਹਨੂੰ ਐਸਸੀ ਵੋਟਾਂ ਜਿਹੜੀਆਂ ਹੈਗੀਆਂ ਸਭ ਤੋਂ ਜ਼ਿਆਦਾ ਉਹਨੂੰ ਪੈਂਦੀਆਂ ਹੈਗੀਆਂ 90, ਤੇ ਉਹਨੂੰ ਜਨਰਲ ਕੈਟਾਗਰੀ ਦੇ ਬਹੁਤ ਘੱਟ ਦਿੰਦੇ ਆ 50, ਤੇ ਉਹਦੀ ਟੋਟਲ ਵੋਟ ਬਣਦੀ 140। ਇਦਾਂ ਹੀ ਕਾਂਗਰਸ ਦੇ ਜਿਹੜੇ ਹੁੰਦੇ ਆ, ਕਾਂਗਰਸ ਦਾ ਐਸਸੀ ਨੁਮਾਇੰਦਾ ਹੁੰਦਾ ਆ, ਕੈਂਡੀਡੇਟ ਹੁੰਦਾ, ਉਹਨੂੰ ਜਿਹੜੇ ਐਸਸੀ ਲੋਕ ਆ ਉਹ 10 ਵੋਟਾਂ ਦਿੰਦੇ ਹੈਗੇ ਆ, ਔਰ ਜਨਰਲ ਕੈਟਾਗਰੀ ਦੇ ਦਿੰਦੇ ਆ 200 ਵੋਟਾਂ, ਕਿਉਂਕਿ ਉਹਨਾਂ ਦਾ ਵੋਟ ਦਾ ਅਨੁਪਾਤ ਜਿਹੜਾ ਜਨਰਲ ਕੈਟਾਗਰੀ ਦਾ ਜ਼ਿਆਦਾ ਆ। ਇਹਦੇ ਨਾਲ ਕੀ ਹੁੰਦਾ, ਉਹਨੂੰ 210 ਵੋਟਾਂ ਬਣਦੀਆਂ। ਹੁਣ ਜਿਸ ਤਰ੍ਹਾਂ ਆਪਾਂ ਪਿੱਛੇ ਗੱਲ ਕਰਕੇ ਹਟੇ ਆ ਵੀ ਫਸਟ ਪਾਸਟ ਦਾ ਪੋਸਟ ਸਿਸਟਮ ਦੇ ਵਿੱਚ ਜਿੱਤੋਂ ਜ਼ਿਆਦਾ ਵੋਟਾਂ ਹੋਣਗੀਆਂ ਆ ਉਹੀ ਜਿਹੜਾ ਜੇਤੂ ਕਰਾਰ ਦਿੱਤਾ ਜਾਊਗਾ। ਇਹਦੇ ਵਿੱਚ ਹੁਣ ਹੈ ਵੀ 290 ਵੋਟਾਂ 1000 ਦੇ ਵਿੱਚ 290 ਆ, ਇਹ ਹੈ ਤਾਂ ਬਹੁਤ 50% ਤੋਂ ਵੀ ਘੱਟ ਹੈਗਾ, ਪਰ ਸਭ ਤੋਂ ਜ਼ਿਆਦਾ ਜਿਹੜੀਆਂ ਅਕਾਲੀ ਦਲ ਨੂੰ ਪਈਆਂ, ਜਿਹੜਾ ਐਸਸੀ ਉਮੀਦਵਾਰ ਅਕਾਲੀ ਦਲ ਦਾ ਸੀਗਾ ਉਹਨੂੰ ਵੋਟਾਂ ਪਈਆਂ, ਔਰ ਉਹੀ ਜਾ ਕੇ ਅੱਗੇ ਜਿਹੜਾ ਹੈਗਾ ਪਾਰਲੀਮੈਂਟ ਜਾਂ ਅਸੈਂਬਲੀ ਦੇ ਵਿੱਚ ਜਾ ਕੇ ਕਾਨੂੰਨ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਵੇਗਾ। ਇਹ ਅੱਜ ਕੱਲ੍ਹ ਸਿਸਟਮ ਚੱਲ ਰਿਹਾ ਹੈਗਾ ਆ, ਜੁਆਇੰਟ ਇਲੈਕਟੋਰੇਟ ਵਿਦ ਰਿਜ਼ਰਵਡ ਸਿਸਟਮ, ਸਿੰਗਲ ਮੈਂਬਰ ਕਨਸਟੀਟੂਐਂਸੀ, ਭਾਵ ਵੀ ਸਾਂਝਾ ਮਤਦਾਨ ਰਾਖਵੀ ਸੀਟਾਂ ਤੇ ਜਿੱਥੇ ਇੱਕ ਮੈਂਬਰੀ ਚੋਣ ਹਲਕਾ ਹੈਗਾ ਆ। ਤੇ ਹੁਣ ਸੈਪਰੇਟ ਇਹ ਤਾਂ ਹੋ ਗਿਆ ਜੋ ਅੱਜ ਸੀਗਾ। ਤੇ ਅੱਗੇ ਜਿਹੜਾ ਹੈਗਾ ਕਾਮਨਲ ਅਵਾਰਡ ਉਹਨੂੰ ਸਮਝਣ ਲਈ ਆਪਾਂ ਨੂੰ ਇਹ ਜ਼ਰੂਰੀ ਹੈਗਾ ਵੀ ਇਹ ਸਮਝਿਆ ਜਾਵੇ ਵੀ ਸੈਪਰੇਟ ਇਲੈਕਟੋਰੇਟ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਕੰਮ ਕਰਦਾ ਹੈਗਾ ਆ। ਇਹਦੇ ਵਿੱਚ ਕੀ ਹੈਗਾ ਆ ਵੀ ਇਹ ਸੈਪਰੇਟ ਇਲੈਕਟੋਰੇਟ ਇੱਕ ਮਾਈਨੋਰਿਟੀ ਸਟੇਟਸ ਜਿਨ੍ਹਾਂ ਦਾ ਹੁੰਦਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਇਹੀ ਜਿਹੜਾ ਸੈਪਰੇਟ ਇਲੈਕਟੋਰੇਟ ਜਿਹੜਾ ਅਛੂਤ ਲੋਕਾਂ ਨੂੰ ਸੀਗਾ, ਮੁਸਲਮਾਨਾਂ ਨੂੰ ਸੀਗਾ, ਸਿੱਖਾਂ ਨੂੰ ਸੀਗਾ, ਤੇ ਬਾਕੀ ਮਾਈਨੋਰਿਟੀਜ਼ ਨੂੰ ਸੀਗਾ ਇਹ। ਤੇ ਇਹਦੇ ਵਿੱਚ ਜਿਸ ਤਰ੍ਹਾਂ ਇੱਕੋ ਹੀ ਜਿਹੜਾ ਹੈਗਾ ਆ ਇੱਕ ਮੈਂਬਰੀ ਚੋਣ ਹਲਕਾ ਹੈਗਾ ਆ, ਇਸ ਕਰਕੇ ਇੱਕ ਸੀਟ ਨਜ਼ਰ ਆ ਰਹੀ ਹੈ ਇੱਥੇ। ਇਹਦੇ ਵਿੱਚ ਮੰਨ ਲਓ ਵੀ ਸੈਪਰੇਟ ਇਲੈਕਟੋਰੇਟ ਦੇ ਵਿੱਚ ਇਹਦੇ ਵਿੱਚ ਮੰਨ ਲਓ ਆਪਾਂ ਐਸਸੀ ਕੈਂਡੀਡੇਟ ਜਿਹੜੇ ਐਸਸੀ ਮਾਈਨੋਰਿਟੀ ਆ, ਤੇ ਇਹਦੇ ਵਿੱਚ ਆਪਣੇ ਜਿੱਦਾਂ ਹੁਣ ਦੱਸਿਆ ਵੀ ਕਿਉਂਕਿ ਐਸਸੀ ਕੈਂਡੀਡੇਟ ਸੈਪਰੇਟ ਇਲੈਕਟੋਰੇਟ ਦੇ ਵਿੱਚ ਇੱਕ ਮਾਈਨੋਰਿਟੀ ਆ, ਸ਼ਡਿਊਲ ਕਾਸਟ ਜਿਹੜੀ ਕਮਿਊਨਿਟੀ ਆ, ਅਨਟੱਚੇਬਲ ਕਮਿਊਨਿਟੀ ਹੈਗੀ ਆ, ਤੇ ਉਹਦੇ ਵਿੱਚ ਆਪਣੇ ਇੱਕ ਸੈਪਰੇਟ ਮਾਈਨੋਰਿਟੀ ਹੈਗੀ ਹੈ। ਤੇ ਇਸ ਕਰਕੇ ਮੰਨ ਲਓ ਵੀ ਇਹਨਾਂ ਦੇ ਵਿੱਚ 3 ਪਾਰਟੀਆਂ ਹੈਗੀਆਂ, 3 ਪਾਰਟੀਆਂ ਆਪਣੇ 3 ਨੁਮਾਇੰਦੇ ਚੁਣਦੀਆਂ ਹੈਗੀਆਂ,
ਔਰ ਇਹਦੇ ਵਿੱਚ ਕੀ ਹੋਣਾ ਹੈਗਾ, ਕਿਉਂਕਿ ਹੁਣ ਇਹ ਸੈਪਰੇਟ ਇਲੈਕਟੋਰੇਟ ਹੈਗਾ ਆ, ਵੱਖਰਾ ਚੋਣ ਖੇਤਰ ਹੈਗਾ ਆ, ਇਹਦੇ ਵਿੱਚ ਕੀ ਹੋਣਾ ਹੈਗਾ, ਸਿਰਫ ਤੇ ਸਿਰਫ ਉਸੇ ਮਾਈਨੋਰਿਟੀ ਦੇ ਲੋਕੀ ਆਪਣਾ ਜਿਹੜਾ ਨੁਮਾਇੰਦਾ ਹੈਗਾ ਆ, ਜਿਹੜਾ ਨੁਮਾਇੰਦਾ ਹੈ ਉਹਨੂੰ ਵੋਟ ਪਾਉਣਗੇ। ਜਿਹੜੇ ਬਾਕੀ ਜਿਹੜੀ ਆ ਮਾਈਨੋਰਿਟੀ ਤੋਂ ਇਲਾਵਾ ਜਿਹੜੇ ਉਸ ਚੋਣ ਹਲਕੇ ਦੇ ਵਿੱਚ ਲੋਕ ਹੈਗੇ ਆ, ਜਿੱਦਾਂ ਇੱਥੇ ਜਨਰਲ ਕੈਟਾਗਰੀ ਨੂੰ ਕ੍ਰਾਸ ਕੀਤਾ ਹੈ, ਜਨਰਲ ਕੈਟਾਗਰੀ ਦੇ ਲੋਕ ਜਾਂ ਨਾਨ ਅਨਟੱਚੇਬਲ ਜਾਂ ਨਾਨ ਐਸਸੀ ਲੋਕ ਜਿਹੜੇ ਹੈਗੇ ਉਹ ਵੋਟ ਨਹੀਂ ਪਾਉਣਗੇ ਸੈਪਰੇਟ ਇਲੈਕਟੋਰੇਟ ਦੇ ਵਿੱਚ। ਸਿਰਫ ਤੇ ਸਿਰਫ ਐਸਸੀ ਕਮਿਊਨਿਟੀ ਦੇ ਲੋਕ ਹੀ, ਅਛੂਤ ਕਮਿਊਨਿਟੀ ਦੇ ਲੋਕ ਹੀ ਵੋਟ ਪਾਉਣਗੇ। ਇਹਦੇ ਵਿੱਚ ਦੇਖ ਲਓ ਵੀ ਆ ਜਿਹੜੀਆਂ ਵੋਟਾਂ ਹੈਗੀਆਂ ਸਾਰੇ ਉਹੀ ਪਾ ਰਹੇ ਹੈਗੇ ਆ। ਤੇ ਇਹਦੇ ਵਿੱਚ ਹੁਣ ਮੰਨ ਲਓ ਵੀ ਪਾਰਟੀ ਏ ਹੈ ਜਿਹੜੀ ਹੈ, ਪਾਰਟੀ ਬੀ ਤੇ ਸੀ ਹੈਗੀ ਹੈ। ਮੰਨ ਲਓ ਪਾਰਟੀ ਏ ਨੂੰ 290 ਚਲੀ ਜਾਂਦੀ ਹੈ, ਪਾਰਟੀ ਬੀ ਨੂੰ 140, ਪਾਰਟੀ ਸੀ ਨੂੰ 210। ਇਹ ਜਿੰਨੀਆਂ ਵੋਟਾਂ ਪਈਆਂ ਇਹ ਸਾਰੇ ਦੀ ਸਾਰੀਆਂ ਵੋਟਾਂ ਜਿਹੜੀਆਂ ਹੈਗੀਆਂ ਆ ਅਛੂਤ ਵੋਟਰਾਂ ਦੀਆਂ, ਸੌਰੀ ਸ਼ਡਿਊਲ ਕਾਸਟ ਵੋਟਰਾਂ ਦੀਆਂ ਜਿਹੜੀਆਂ ਵੋਟਸ ਹੈਗੀਆਂ, ਇਹਨਾਂ ਦੇ ਵਿੱਚ ਜਨਰਲ ਕੈਟਾਗਰੀ ਦੀ ਵੋਟ ਕੋਈ ਵੀ ਨਹੀਂ ਹੈਗੀ। ਉਹਨਾਂ ਦੇ ਵਿੱਚੋਂ ਜਦੋਂ ਸਭ ਤੋਂ ਜ਼ਿਆਦਾ ਹੋਣਗੀਆਂ ਵੋਟਾਂ, ਮੰਨ ਲਓ ਵੀ ਏ ਨੂੰ ਹੈਗਾ 290। ਇਹ ਪਿਛਲੀ ਸਲਾਈਡ ਨਾਲ ਕਨਫਿਊਜ਼ ਨਾ ਕਰਿਓ ਵੀ ਨੰਬਰ ਇੱਥੇ ਇਹ ਹੈਗਾ, ਇਹ ਸਾਰੇ ਜਿਹੜੇ ਨੰਬਰ ਫਰਜ਼ੀ ਨੰਬਰ ਹੈਗੇ ਆ, ਪਿਛਲੀ ਸਲਾਈਡ ਦੇ ਨਾਲ ਰਿਲੇਟਡ ਨਹੀਂ ਹੈਗਾ, ਇਹ ਵੈਸੇ ਨੰਬਰ ਮੈਂ ਪਾਏ ਹੈਗੇ ਇਹਦੇ ਵਿੱਚ। ਭਾਵ ਕਹਿਣ ਦਾ ਵੀ ਇੱਥੇ ਸਿਰਫ ਅਛੂਤ ਲੋਕ ਹੀ ਜਿਹੜੇ ਹੈਗੇ ਆ ਆਪਣੇ ਨੁਮਾਇੰਦੇ ਨੂੰ ਵੋਟਾਂ ਪਾਉਣਗੇ, ਔਰ ਉਹ ਜਿੱਤੋਂ ਜ਼ਿਆਦਾ ਵੋਟ ਮਿਲੇਗੀ ਉਹੀ ਜੇਤੂ ਕਰਾਰ ਹੋਏਗਾ, ਉਹੀ ਜਾ ਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਵਿੱਚ ਜਾ ਕੇ ਕਾਨੂੰਨ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦੇਵੇਗਾ। ਤੇ ਇਹਦੇ ਵਿੱਚ ਆਪਣੇ ਹੁਣ ਆਪਾਂ ਅੱਗੇ ਜਾਵਾਂਗੇ। ਕਮਿਊਨਲ ਅਵਾਰਡ ਕੀ ਸੀਗਾ? ਕਮਿਊਨਲ ਅਵਾਰਡ ਦੇ ਵਿੱਚ ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ 17 ਅਗਸਤ 1932 ਦੇ ਵਿੱਚ ਰੈਮਸੇ ਮੈਕਡੋਨਲਡ ਨੇ, ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਬ੍ਰਿਟੇਨ ਦਾ, ਉਹਨੇ ਡਿਕਲੇਅਰ ਕੀਤਾ ਸੀਗਾ। ਤੇ ਇਹਦੇ ਵਿੱਚ 2 ਪੁਆਇੰਟਸ ਜਿਹੜੇ ਹੈਗੇ ਆ ਉਹ ਬਹੁਤ ਇੰਪੋਰਟੈਂਟ ਆ। ਇੱਕ ਤਾਂ ਸੈਪਰੇਟ ਇਲੈਕਟੋਰੇਟ ਜਿਹੜਾ ਸੀਗਾ ਉਹ ਹੱਕ ਦਿੱਤਾ, ਦੂਸਰਾ ਜਿਹੜਾ ਸੈਕੰਡ ਵੋਟ ਦਾ ਹੱਕ ਹੈ ਉਹ ਦਿੱਤਾ ਹੈਗਾ। ਪਹਿਲਾ ਜਿਹੜਾ ਸੀਗਾ ਸੈਪਰੇਟ ਇਲੈਕਟੋਰੇਟ ਕਿੱਦਾਂ ਕੰਮ ਕਰਦਾ ਉੱਪਰ ਆਪਾਂ ਦੇਖ ਚੁੱਕੇ ਹਾਂ। ਅਛੂਤ ਲੋਕ ਹੀ, ਸ਼ਡਿਊਲ ਕਾਸਟ ਲੋਕ ਹੀ, ਜਿਹੜੇ ਸ਼ਡਿਊਲ ਕਾਸਟ ਇਸ ਕਰਕੇ ਨਹੀਂ ਕਹਿ ਰਹੇ ਕਿਉਂਕਿ ਸ਼ਡਿਊਲ ਕਾਸਟ ਜਿਹੜਾ ਨਾਮ ਹੈਗਾ 1932 ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਬਾਅਦ ਹੋਂਦ ਵਿੱਚ ਆਇਆ ਹੈਗਾ। ਉਸ ਤੋਂ ਪਹਿਲਾਂ ਜਿਹੜੇ ਅਛੂਤ ਲੋਕ ਹੀ ਕਿਹਾ ਜਾਂਦਾ ਸੀਗਾ, ਜਾਂ ਡਿਪਰੈਸਡ ਕਲਾਸ ਕਿਹਾ ਜਾਂਦਾ ਸੀਗਾ। ਇਸ ਕਰਕੇ ਜਿਹੜੇ ਅਛੂਤ ਲੋਕ ਹੈਗੇ ਆ, ਮੰਨ ਲਓ ਵੀ ਉਹ ਜਿਹੜੀ ਸੈਪਰੇਟ ਇਲੈਕਟੋਰੇਟ ਦੇ ਵਿੱਚ ਅਛੂਤ ਲੋਕ ਹੀ ਆਪਣੇ ਨੁਮਾਇੰਦੇ ਜਿਹੜੇ ਆ ਭੇਜਣਗੇ। ਪਹਿਲੀ ਵੋਟ ਜਿਹੜੀ ਸੀਗੀ ਉਹ ਇਹ ਸੀਗੀ ਵੀ ਅਛੂਤ ਲੋਕ ਆਪਣੇ 3 ਨੁਮਾਇੰਦੇ, ਉਹਨਾਂ ਨੇ ਮੰਨ ਲਓ ਵੀ 3 ਨੁਮਾਇੰਦੇ ਖੜੇ ਕੀਤੇ, ਉਹਨਾਂ ਦੇ ਵਿੱਚੋਂ ਇੱਕ ਉਹ ਚੁਣ ਕੇ ਅੱਗੇ ਭੇਜੂਗੇ। ਤੇ ਕਿਉਂਕਿ ਇੱਥੇ ਜਿਹੜੀ ਹੈ ਸਿੰਗਲ ਮੈਂਬਰ ਕਨਸਟੀਟੂਐਂਸੀ ਹੈਗੀ ਹੈ, ਇੱਕ ਮੈਂਬਰ ਚੋਣ ਹਲਕਾ ਹੈਗਾ ਆ, ਤੇ ਉਹ ਜਿਹੜਾ ਮੈਂਬਰ ਜਿਹੜਾ ਇੱਕ ਚੁਣ ਕੇ ਭੇਜੂਗੇ, ਕਿਉਂਕਿ ਸੀਟ ਇੱਕੋ ਹੀ ਹੈ, ਇੱਕੋ ਹੀ ਕੈਂਡੀਡੇਟ ਜਿੱਤ ਕੇ ਜਾਊਗਾ, ਉਹ ਕੈਂਡੀਡੇਟ ਜਿਹੜਾ ਹੈਗਾ ਉਹ ਸਿੱਧਾ ਹੀ ਵਿਧਾਨ ਸਭਾ 'ਚ ਜਾਊਗਾ। ਔਰ ਉਹੀ ਕੈਂਡੀਡੇਟ ਜਿਹੜਾ ਹੈਗਾ ਆ ਆਪਣੇ ਇਸੇ ਤਰ੍ਹਾਂ ਇਲੈਕਸ਼ਨ ਜੇ ਸੈਂਟਰ ਲੈਵਲ ਤੇ ਹੁੰਦੀ ਹੈ, ਉਹ ਕੈਂਡੀਡੇਟ ਫਿਰ ਜਿਹੜਾ ਹੈਗਾ ਪਾਰਲੀਮੈਂਟ 'ਚ ਜਾਊਗਾ, ਉਹ ਸਿੱਧੀ ਉਹਨੇ ਨੁਮਾਇੰਦਗੀ ਹੋਗੀ। ਇੱਕ ਪਹਿਲੀ ਵੋਟ ਦਾ ਫਾਇਦਾ ਇਹ ਹੈ। ਦੂਸਰੀ ਵੋਟ ਦਾ ਹੁਣ ਫਾਇਦਾ ਇਹ ਹੈਗਾ ਆ, ਜਦੋਂ ਜਨਰਲ ਇਲੈਕਸ਼ਨ ਹੋਣੀ ਹੈਗੀ ਆ ਉਦੋਂ ਕੀ ਹੋਣਾ, ਉਦੋਂ ਜਿਹੜੇ ਅਛੂਤ ਲੋਕ ਆ ਉਹ ਆਪਣੀ ਸੈਕੰਡ ਵੋਟ ਪਾਉਣਗੇ। ਸੈਕੰਡ ਵੋਟ ਜਿਹੜੀ ਹੈਗੀ ਆ ਉਹ ਇੱਕ ਤਾਂ ਆਪਣਾ ਬੰਦਾ ਚੁਣ ਕੇ ਭੇਜ ਰਿਹਾ, ਦੂਸਰਾ ਉਹ ਜਿਹੜੇ ਆ ਕਾਸਟ ਹਿੰਦੂ ਹੈਗੇ ਆ ਜਿਹੜੇ ਉਹਨਾਂ ਦੇ ਨੁਮਾਇੰਦੇ ਖੜੇ ਹੋਏ ਉਹਨਾਂ ਨੂੰ ਚੁਣ ਕੇ ਭੇਜਣਗੇ। ਹੁਣ ਜਿੱਦਾਂ ਪਹਿਲਾ ਜਿਹੜਾ ਨੁਮਾਇੰਦਾ ਹੈਗਾ ਆ, ਇਹ ਬੰਦੇ ਨੇ ਧਿਆਨ 'ਚ ਹੈਗਾ ਵੀ ਅਛੂਤ ਲੋਕਾਂ ਨੂੰ ਮੈਂ ਧਿਆਨ 'ਚ ਰੱਖਣਾ ਹੈ, ਜੇ ਨਾ ਧਿਆਨ 'ਚ ਰੱਖਾਂ ਨਾ ਅਗਲੀ ਵਾਰ ਇਹਨਾਂ ਨੇ ਮੈਨੂੰ ਵੋਟ ਨਹੀਂ ਦੇਣੀ ਤੇ ਮੈਂ ਜਿੱਤ ਨਹੀਂ ਸਕਦਾ ਹੈਗਾ। ਤੇ ਇਹ ਜਿਹੜਾ ਮੇਨ ਮੋਟਾ ਪੁਆਇੰਟ ਸੀਗਾ ਇਹ ਹੈ ਵੀ ਹੁਣ ਜਿਹੜੇ ਆ ਜਾਤੀਵਾਦੀ ਆ ਹਿੰਦੂ ਜਿਹੜਾ ਕੈਂਡੀਡੇਟ ਹੈਗਾ ਆ, ਇਹਨੂੰ ਅਛੂਤ ਲੋਕਾਂ ਦੇ ਘਰ ਜਾ ਕੇ ਵੋਟ ਮੰਗਣੀ ਪੈਣੀ ਸੀਗੀ। ਇਹ ਉਹਨਾਂ ਦੀ ਵੋਟ ਤੇ ਨਿਰਭਰ ਸੀਗਾ, ਡਿਪੈਂਡੈਂਟ ਸੀਗਾ। ਤੇ ਮੰਨ ਲਓ ਵੀ ਇਹ ਬੰਦਾ ਇਸ ਵਾਰ ਕਹਿੰਦਾ ਵੀ ਹਾਂ ਤੁਸੀਂ ਵੋਟ ਦੇ ਦਿਓ, ਮੈਂ ਤੁਹਾਡੇ ਲਈ ਫਲਾ ਕੰਮ ਕਰਾਂਗਾ। ਬਾਅਦ ਵਿੱਚ ਜਦੋਂ ਇਹ ਬਣ ਜਾਂਦਾ, ਅੱਗੇ ਜਾ ਕੇ ਮੰਤਰੀ ਬਣ ਜਾਂਦਾ, ਤੇ ਬਾਅਦ 'ਚ ਪਤਾ ਲੱਗਦਾ ਵੀ ਇਹ ਨੇ ਕੰਮ ਨਹੀਂ ਕੀਤਾ। ਕਈ ਵਾਰ ਜਦੋਂ ਇਲੈਕਸ਼ਨ ਹੋਊਗਾ ਵਾਪਸ ਜਾਂਦਾ ਆ, ਤਾਂ ਫਿਰ ਅਛੂਤ ਲੋਕਾਂ ਨੇ ਕਹਿਣਾ ਹਾਂ ਵੀ ਤੂੰ ਪਹਿਲੀ ਵਾਰ ਸਾਡੇ ਨਾਲ ਧੋਖਾ ਕਰਤਾ, ਤੈਨੂੰ ਅਸੀਂ ਵੋਟ ਪਾਈ ਸੀਗੀ, ਤੂੰ ਸਾਨੂੰ ਭੁੱਲ ਕਿੱਦਾਂ ਗਿਆ, ਹੁਣ ਤੂੰ ਕਾਕਾ ਹੁਣ ਬਾਹਰ ਜਾ, ਹੁਣ ਤੈਨੂੰ ਵੋਟ ਨਹੀਂ ਦੇਣੀ ਹੈਗੀ, ਅਸੀਂ ਉਹੀ ਬੰਦੇ ਨੂੰ ਵੋਟ ਦੇਵਾਂਗੇ ਜਿਹੜਾ ਕਿ ਸਾਡੀ ਜਿਹੜੇ ਹੱਕ ਆ ਅੱਗੇ ਜਾ ਕੇ ਰੱਖੇਗਾ। ਤੇ ਇਸ ਕਰਕੇ ਜਿਹੜਾ ਹੈਗਾ ਇਹ ਬੰਦੇ ਦੇ ਦਿਮਾਗ 'ਚ ਉਹਨਾਂ ਦੀ ਨਿਰਭਰਤਾ ਬਣ ਗਈ ਸੀਗੀ, ਜਾਤੀਵਾਦੀ ਹਿੰਦੂ ਕੈਂਡੀਡੇਟ ਦੀ ਜਿਹੜੀ ਸੀਗੀ ਉਹਨਾਂ ਦੀ ਨਿਰਭਰਤਾ ਬਣ ਗਈ ਸੀਗੀ ਅਛੂਤ ਵੋਟਰਾਂ ਤੇ। ਤੇ ਉਹ ਜਿਹੜਾ ਬੰਦਾ ਹੈਗਾ ਅੱਗੇ ਜਾਂਦਾ ਆ, ਉਹ ਅੱਗੇ ਵਿਧਾਨ ਸਭਾ 'ਚ ਜਾਂ ਫਿਰ ਉਹ ਪਾਰਲੀਮੈਂਟ 'ਚ ਜਾਂਦਾ ਹੈਗਾ ਆ, ਉਹਨੂੰ ਅਛੂਤ ਲੋਕਾਂ ਦੀ ਗੱਲ ਕਰਨੀ ਹੀ ਪੈਣੀ ਸੀਗੀ। ਪਹਿਲੀ ਵੋਟ ਦੇ ਵਿੱਚ ਜਿਹੜਾ ਬੰਦਾ ਚੁਣ ਕੇ ਗਿਆ ਅਛੂਤ ਲੋਕਾਂ ਦਾ ਨੁਮਾਇੰਦਾ, ਉਹਨੇ ਤਾਂ ਗੱਲ ਕਰਨੀ ਆ। ਹੁਣ ਜਿਹੜਾ ਜਾਤੀਵਾਦੀ ਹਿੰਦੂ ਵੀ ਜਿਹੜਾ ਗਿਆ ਹੈਗਾ ਉਹਨੂੰ ਵੀ
ਕਰਨੀ ਪੈਣੀ ਸੀਗੀ, ਜੇ ਨਹੀਂ ਕਰਦਾ ਤਾਂ ਅਗਲੀ ਵਾਰ ਉਹਨੇ ਬਾਹਰ ਹੋ ਜਾਣਾ ਸੀਗਾ। ਤੇ ਇਹ ਜਿਹੜਾ ਸੀਗਾ ਜਿਹੜਾ ਡਬਲ ਵੋਟ ਦਾ ਤੇ ਸੈਪਰੇਟ ਇਲੈਕਟੋਰੇਟ ਦਾ ਜਿਹੜਾ ਮੇਨ ਕਨਸੈਪਟ ਇੱਥੇ ਇਹ ਸੀਗਾ। ਤੇ ਇਹਦੇ ਵਿੱਚ ਕਮਿਊਨਲ ਵਾਰਡ ਦੇ ਵਿੱਚ ਜਿਹੜੀਆਂ 78 ਸੀਟਾਂ ਜਿਹੜੀਆਂ ਦਿੱਤੀਆਂ ਸੀਗੀਆਂ, ਔਰ ਇਹਦੇ ਵਿੱਚ ਜਿਹੜਾ ਸੀਗਾ ਮੇਨ ਆਈਡੀਆ ਜਿਹੜਾ ਸੀਗਾ ਸਿੰਗਲ ਮੈਂਬਰ ਕਨਸਟੀਟੂਐਂਸੀ, ਇੱਕ ਮੈਂਬਰੀ ਚੋਣ ਹਲਕੇ ਦੀ ਗੱਲ ਹੋਈ ਸੀਗੀ। ਇਹ ਸਲਾਈਡ ਹੈਗੀ ਆ ਉਹ ਹੈਗੀ ਪੂਨਾ ਪੈਕਟ ਦੀ। ਆ ਜਿਹੜੇ ਪੂਨਾ ਪੈਕਟ ਦੇ 9 ਪੁਆਇੰਟ ਸੀਗੇ ਇਹ ਆਪਾਂ ਡਿਸਕਸ ਕਰਾਂਗੇ ਕਿਉਂਕਿ ਇੰਪੋਰਟੈਂਟ ਹੈਗੇ ਆ। ਇਹਦੇ ਵਿੱਚ ਕੀ ਹੈ, ਪਹਿਲਾ ਪੁਆਇੰਟ ਸੀਗਾ ਵੀ ਸੀਟ ਜਿਹੜੀ ਹੈਗੀ ਆ ਡਿਪਰੈਸਡ ਕਲਾਸ ਲਈ ਰਿਜ਼ਰਵਡ ਹੋਣਗੀਆਂ। ਤੇ ਇਹ ਹੈਗਾ ਵੀ ਸੂਬਾ ਪੱਧਰ ਤੇ ਪ੍ਰੋਵਿੰਸ ਲੈਵਲ ਤੇ ਜਿਹੜੇ ਸੀਗੇ ਇਹਦੇ ਵਿੱਚ ਆ ਜਿਹੜੇ 8 ਪ੍ਰੋਵਿੰਸ ਜਿਹੜੇ ਆ ਮੋਟੇ ਜਿਹੜੇ ਪ੍ਰੋਵਿੰਸ ਸੀਗੇ ਉਸ ਟਾਈਮ, ਵੱਡੇ ਸੂਬੇ ਸੀਗੇ, ਉਹਨਾਂ ਦੇ ਵਿੱਚ ਜਿਹੜੇ ਰਿਜ਼ਰਵਡ ਸੀਗੇ ਕਿਉਂਕਿ ਪ੍ਰਿੰਸਲੀ ਸਟੇਟ ਦੇ ਵਿੱਚ ਕੋਈ ਵੋਟ ਉਹਨਾਂ ਦੇ ਨਾਲ ਲੈਣਾ ਦੇਣਾ ਨਹੀਂ ਸੀਗਾ। ਇਹ ਸਿਰਫ ਤੇ ਸਿਰਫ ਜਿਹੜੇ ਪ੍ਰੋਵਿੰਸ ਸੀਗੇ ਉਹਨਾਂ ਦੇ ਵਿੱਚ ਲਾਗੂ ਹੁੰਦਾ ਸੀਗਾ। ਤੇ ਆ ਜਿਹੜੀ ਹੈ ਮਦਰਾਸ 'ਚ 30, ਬੰਬੇ ਸਿੰਧ 15, ਪੰਜਾਬ 'ਚ 15, ਬਿਹਾਰ ਉੜੀਸਾ 18, ਸੈਂਟਰਲ ਪ੍ਰੋਵਿੰਸ ਵਿੱਚ 20, ਅਸਾਮ ਦੇ ਵਿੱਚ 7, ਬੰਗਾਲ 'ਚ 30 ਤੇ ਯੂਪੀ ਦੇ ਵਿੱਚ 20 ਜਿਹੜੀਆਂ ਸੀਗੀਆਂ। ਇੱਦਾਂ ਇਹ ਟੋਟਲ 148 ਸੀਟਾਂ ਬਣਦੀਆਂ ਸੀਗੀਆਂ ਜਿਹੜੀਆਂ ਪੂਨਾ ਪੈਕਟ ਕਰਾਰ ਦੇ ਵਿੱਚ ਆਈਆਂ ਸੀਗੀਆਂ, ਔਰ ਕਮਿਊਨਲ ਵਾਰਡ ਦੇ ਵਿੱਚ 78 ਸੀਗੀਆਂ। ਇਹ ਪਹਿਲਾ ਪੁਆਇੰਟ ਹੈ ਪੂਨਾ ਪੈਕਟ ਦਾ। ਤੇ ਦੂਸਰਾ ਹੈਗਾ ਹੈ ਆਪਣੇ ਇਹਦੇ ਵਿੱਚ ਤੁਸੀਂ ਦੇਖੋਗੇ ਵੀ ਇਲੈਕਸ਼ਨ ਜਿਹੜੀ ਹੈਗੀ ਹੈ ਜੁਆਇੰਟ ਇਲੈਕਟੋਰੇਟ ਦੇ ਨਾਲ ਹੋਣੀ ਚਾਹੀਦੀ ਹੈ, ਔਰ ਕਿੱਦਾਂ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੀ ਸੀਗਾ ਵੀ ਮੈਂ ਜਰਾ ਇਹ ਵਿੱਚ ਪੜ੍ਹਨਾ ਚਾਹਾਂਗਾ ਵੀ ਜਿਹੜੇ ਹੈਗੇ ਆ all the members of the depressed class registered in the general electoral roll in the constituency will form an electoral college। ਬਈ ਜਿਹੜੇ ਅਛੂਤ ਲੋਕ ਹੈਗੇ ਆ, ਜਿਹੜੀ ਸੂਚੀ ਹੈਗੀ ਉੱਥੇ ਵੋਟਰਾਂ ਦੀ ਸੂਚੀ, ਉਹਨਾਂ ਉਸ ਹਲਕੇ ਦੇ ਵਿੱਚ ਉਹਨਾਂ ਦੇ ਨਾਂ ਹੈ ਜਿਹੜੇ ਰਜਿਸਟਰਡ ਹੈਗੇ ਆ, ਉਹ ਕੀ ਕਰਨਗੇ will elect a panel of 4 candidates belonging to the depressed class। ਉਹ ਜਿਹੜੇ ਲੋਕ ਹੈਗੇ ਅਛੂਤ ਲੋਕ ਉਸ ਜਿਹੜੇ ਕਨਸਟੀਟੂਐਂਸੀ ਦੇ ਵਿੱਚ ਹੈਗੇ ਆ, ਉਹ 4 ਜਿਹੜੇ ਆ ਅਛੂਤ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਇੱਕ ਪੈਨਲ ਚੁਣਨਗੇ। ਤੇ ਇਹ ਜਿਹੜਾ ਹੋਊਗਾ ਬਾਈ ਮੈਥਡ ਆਫ ਸਿੰਗਲ ਵੋਟ ਹੋਊਗਾ, ਇੱਕ ਵੋਟ ਹੋਊਗੀ ਇਹਦੇ ਵਿੱਚ। ਇਦਾਂ ਜਿਹੜਾ ਵੋਟ ਹੈ ਜਿਹੜੀ ਇਹ ਚੁਣੀ ਜਾਏਗੀ। the 4 person getting the highest number of votes in such primary election, ਇਹ ਜਿਹੜੀ ਪ੍ਰਾਇਮਰੀ ਇਲੈਕਸ਼ਨ ਹੋਏਗੀ ਇਹਦੇ ਵਿੱਚ ਜਿਹੜੇ ਬੰਦੇ 4 ਚੁਣ ਕੇ ਜਾਣਗੇ shall be the candidate for election by the general electorate। ਉਹ ਜਿਹੜੇ ਹੈਗੇ ਆ 4 ਚੁਣ ਕੇ ਜਾਣਗੇ ਜਨਰਲ ਇਲੈਕਟੋਰੇਟ ਦੇ ਵਿੱਚ, ਉਹਦੇ ਵਿੱਚ ਫਿਰ ਉਹਨਾਂ ਨੂੰ ਸਾਰੇ ਲੋਕੀ ਵੋਟਾਂ ਪਾਉਣਗੇ। ਇਹਦੇ ਵਿੱਚ ਇਹ ਜਿਹੜੇ ਪੁਆਇੰਟ ਹੈਗੇ ਆ ਇਹ ਆਪਾਂ ਹੂ ਜਿਹੜੇ ਪੂਨਾ ਪੈਕਟ ਤੋਂ ਲੈ ਰਹੇ ਹਾਂ। ਇਹਦੇ ਵਿੱਚ ਕੀ ਹੈ, ਖੱਬੇ ਪਾਸੇ ਤੁਸੀਂ ਦੇਖ ਸਕਦੇ ਆ ਵੀ ਅਨਟੱਚੇਬਲ ਜਿਹੜੇ ਅਛੂਤ ਲੋਕ ਹੈਗੇ ਆ, ਐਸੀ ਲੋਕ ਹੈਗੇ ਆ, ਉਹ ਜਿਹੜੇ ਮੰਨ ਲਓ ਵੀ 6 ਕੈਂਡੀਡੇਟ ਆ ਜਿਹੜੇ ਹੈਗੇ 1 2 3 4 5 6, 6 ਦੇ ਵਿੱਚ ਉਹ 6 ਕੈਂਡੀਡੇਟ ਦੇ ਵੋਟ ਪੈਂਦੀ ਹੈ 100 120 30 20 10 ਤੇ 5। ਇਹਦੇ ਵਿੱਚ ਹੁਣ ਦੇਖੋ ਉੱਪਰ ਕਹਿੰਦੇ ਵੀ 4 ਦਾ ਪੈਨਲ ਸੀਗਾ, 4 ਦਾ ਪੈਨਲ ਆ ਜਿਹੜੇ 4 ਕੈਂਡੀਡੇਟ ਚੁਣ ਕੇ ਇਹ ਅੱਗੇ ਜਨਰਲ ਇਲੈਕਸ਼ਨ ਦੇ ਵਿੱਚ ਰਿਜ਼ਰਵਡ ਕਨਸਟੀਟੂਐਂਸੀ ਜਿੱਥੇ ਹੈਗੀ ਉੱਥੇ ਜਾਣਗੇ। ਇਹ ਹੈਗਾ ਦੂਸਰਾ ਪੁਆਇੰਟ। ਤੀਸਰਾ ਪੁਆਇੰਟ ਹੈਗਾ ਸੀਗਾ ਵੀ ਜਿਹੜੀ ਸੈਂਟਰਲ ਲੈਜਿਸਲੇਚਰ ਹੈਗੀ, ਜਿਹੜੀ ਪਾਰਲੀਮੈਂਟ ਹੈਗੀ ਆ, ਉਹਦੇ ਵਿੱਚ ਵੀ ਇਦਾਂ ਹੀ ਇਲੈਕਸ਼ਨ ਹੋਣਗੇ ਜੁਆਇੰਟ ਇਲੈਕਟੋਰੇਟ ਐਂਡ ਰਿਜ਼ਰਵਡ ਸੀਟ ਬਾਏ ਮੈਥਡ ਆਫ ਪ੍ਰਾਇਮਰੀ ਇਲੈਕਸ਼ਨ। ਉੱਥੇ ਵੀ ਇਸੇ ਤਰ੍ਹਾਂ ਹੀ ਇਲੈਕਸ਼ਨ ਹੋਣਗੇ। ਜਿਹੜੇ ਉੱਪਰ ਗੱਲ ਕਰਕੇ ਹਟੇ ਸੀਗੇ ਉਹ ਸੀਗੇ ਸੂਬੇ ਪੱਧਰ ਤੇ, ਹੁਣ ਹੈਗਾ ਸੈਂਟਰਲ ਲੈਵਲ ਤੇ। ਜਿੱਦਾਂ ਕਹਿਣ ਦਾ ਭਾਵ ਜਿਹੜੇ MP ਚੁਣ ਕੇ ਜਾਣਗੇ, ਉੱਥੇ ਸੀਗਾ MLA, ਇੱਥੇ ਸੀਗਾ MP। ਇਹ ਹੈਗਾ ਇਹਦਾ ਵੀ ਉਸੇ ਤਰ੍ਹਾਂ ਹੀ ਵੋਟ ਹੋਵੇਗੀ। ਔਰ ਇਹਦੇ ਵਿੱਚ ਕੀ ਹੈਗਾ ਆ ਵੀ 18% ਜਿਹੜੀਆਂ ਸੀਟਾਂ ਹੈਗੀਆਂ ਪਾਰਲੀਮੈਂਟ ਦੇ ਵਿੱਚ, ਕੇਂਦਰੀ ਜਿਹੜੀ ਵਿਧਾਨ ਸਭਾ ਹੈਗੀ ਜਾਂ ਪਾਰਲੀਮੈਂਟ ਦੇ ਵਿੱਚ 18% ਜਿਹੜੀਆਂ ਹੈਗੀਆਂ ਆਪਣੀਆਂ ਸ਼ਡਿਊਲ ਕਾਸਟ ਅਨਟੱਚੇਬਲਸ ਲੋਕਾਂ ਲਈ ਰਾਖਵੀਆਂ ਹੋਣਗੀਆਂ। ਇਹ ਚੌਥਾ ਪੁਆਇੰਟ ਆ। ਪੰਜਵਾਂ ਪੁਆਇੰਟ ਸੀਗਾ ਵੀ ਦ ਸਿਸਟਮ ਆਫ ਪ੍ਰਾਇਮਰੀ ਇਲੈਕਸ਼ਨ ਜਿਹੜਾ ਸੀਗਾ ਸ਼ੈਲ ਕਮ ਟੂ ਐਨ ਐਂਡ ਆਫਟਰ ਫਸਟ 10 years। ਵੀ 10 ਸਾਲਾਂ ਬਾਅਦ ਜਿਹੜਾ ਪ੍ਰਾਇਮਰੀ ਇਲੈਕਸ਼ਨ ਹੈ ਇਹ ਖਤਮ ਹੋ ਜਾਣਾ ਚਾਹੀਦਾ ਹੈ। ਤੇ ਅਨਲੈਸ ਟਰਮੀਨੇਟਡ ਸੂਨਰ ਬਾਏ ਮਿਊਚੁਅਲ ਐਗਰੀਮੈਂਟ, ਜੇ ਪਹਿਲਾਂ ਮਿਊਚੁਅਲ ਐਗਰੀਮੈਂਟ ਹੋ ਜਾਂਦਾ ਹੈ ਵੀ ਉਹਨੂੰ ਪਹਿਲਾਂ ਵੀ ਖਤਮ ਕੀਤਾ ਜਾ ਸਕਦਾ, ਪਰ ਘੱਟ ਤੋਂ ਘੱਟ ਜਿਹੜਾ ਪ੍ਰਾਇਮਰੀ ਇਲੈਕਸ਼ਨ ਘੱਟ ਤੋਂ ਘੱਟ 10 ਸਾਲ ਚੱਲੇ। ਇਹ ਹੈਗਾ ਪੰਜਵਾਂ ਪੁਆਇੰਟ। ਛੇਵਾਂ ਪੁਆਇੰਟ ਹੈਗਾ ਆ ਵੀ ਇਹ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਸਿਸਟਮ ਦੀ ਹੈਗੀ ਹੈ ਕਿੱਦਾਂ ਹੋਣੀ ਚਾਹੀਦੀ ਹੈ। ਇਹ ਕਹਿੰਦੇ ਆ ਵੀ ਇਹ ਉਦੋਂ ਤੱਕ ਚੱਲਦੀ ਰਹਿਣੀ ਚਾਹੀਦੀ ਹੈ ਜਦ ਤੱਕ ਜਿਹੜੀ ਆ ਆਪਸੀ 2 ਪਾਰਟੀਆਂ, ਇੱਕ ਅਛੂਤ ਪਾਰਟੀ ਤੇ ਗੈਰ ਅਛੂਤ ਪਾਰਟੀ, ਇਹਨਾਂ ਦੇ ਵਿੱਚ ਜਿਹੜਾ ਐਗਰੀਮੈਂਟ ਹੈਗਾ ਆ ਉਹ ਉੱਤੇ ਨਿਰਭਰ ਕਰਦਾ ਹੈਗਾ ਆ। ਤੇ ਇਹ ਹੈਗਾ 6ਵਾਂ ਪੁਆਇੰਟ, ਐਕਸਕਿਊਜ਼ ਮੀ। 7ਵਾਂ ਪੁਆਇੰਟ ਹੈਗਾ ਆ ਵੀ ਜਿਹੜਾ ਫਰੈਂਚਾਈਜ਼ ਹੈਗੀ ਆ ਵੀ ਵੋਟ ਜਿਹੜੇ ਕਿਹੜੀ ਜਿਹੜੇ ਵੋਟਰ ਹੈਗੇ ਐਲੀਜੀਬਿਲਿਟੀ ਕਿੱਦਾਂ ਉਹਨਾਂ ਦੀ ਡਿਸਾਈਡ ਹੋਣੀ ਹੈਗੀ ਆ।
ਜਿਨ੍ਹਾਂ ਨੇ ਸੂਬਾ ਪੱਧਰ ਤੇ ਕੇਂਦਰੀ ਪੱਧਰ ਤੇ ਜਿਹੜੀ ਇਹ ਵੋਟ ਪਾਉਣੀ ਹੈਗੀ ਆ, ਉਹ ਉਸ ਲੈਵਲ ਤੇ ਡਿਸਾਈਡ ਹੋਊਗੀ ਜਿਹਦੇ ਆਈ ਮੀਨ ਲੋਥੀਅਨ ਕਮੇਟੀ ਦੀ ਰਿਪੋਰਟ ਦੇ ਹਿਸਾਬ ਨਾਲ ਜਿਹੜਾ ਹੈਗਾ ਆ ਵੋਟ ਪਾਉਣ ਦੀ ਐਲੀਜੀਬਿਲਟੀ ਦਾ ਕ੍ਰਾਈਟੇਰੀਆ ਉੱਥੋਂ ਲਿਆ ਜਾਵੇਗਾ। ਤੇ 8ਵਾਂ ਪੁਆਇੰਟ ਜਿਹੜਾ ਹੈਗਾ ਆ ਵੀ ਇਸ ਤਰ੍ਹਾਂ ਦੀ ਕੋਈ ਵੀ ਅਯੋਗਤਾ ਨਹੀਂ ਲਾਈ ਜਾਵੇਗੀ ਜਿਹਦੇ ਵਿੱਚ ਜਿਹੜੇ ਛੂਤ ਲੋਕ ਹੈਗੇ ਆ ਲੋਕਲ ਲੈਵਲ ਤੇ ਜਿਹੜੀ ਆ ਮਿਊਨਿਸਪੈਲਿਟੀਜ਼ ਹੈ ਜਾਂ ਹੋਰ ਲੋਕਲ ਲੈਵਲ ਤੇ ਬੋਡੀਜ਼ ਹੈਗੇ ਉਹਨਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮਨਾ ਨਹੀਂ ਕੀਤਾ ਜਾਊਗਾ, ਇਲੈਕਸ਼ਨ ਲੜ ਸਕਦੇ ਆ। ਔਰ ਛੂਤ ਲੋਕਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਅਯੋਗਤਾ ਨਾ ਲਾਈ ਜਾਵੇ ਜਿਹਦੇ ਕਰਕੇ ਉਹ ਪਬਲਿਕ ਸਰਵਿਸਿਜ਼ ਦੇ ਵਿੱਚ ਨਾ ਜਾ ਸਕਣ। ਔਰ ਇਹਦੇ ਵਿੱਚ ਕੋਈ ਵੀ ਜਿਹੜੀ ਹੈਗੀ ਆ ਉਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਜਿਹੜੀ ਆ ਉਹ 'ਚ ਅਯੋਗਤਾ ਨਾ ਲਾਈ ਜਾਵੇ। 9ਵਾਂ ਪੁਆਇੰਟ ਜਿਹੜਾ ਸੀਗਾ ਹਰੇਕ ਸੂਬੇ ਦੇ ਵਿੱਚ ਐਵਰੀ ਪ੍ਰੋਵਿੰਸ ਦੇ ਵਿੱਚ ਕਹਿੰਦੇ ਸੀਗੇ ਵੀ ਜਿਹੜੀ ਐਜੂਕੇਸ਼ਨਲ ਗ੍ਰਾਂਟ ਆਏਗੀ ਜਿਹੜੀ ਸਰਕਾਰ ਵੱਲੋਂ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਉਹ ਰਾਖਵਾਂ ਛੂਤ ਲੋਕਾਂ ਦੀ ਐਜੂਕੇਸ਼ਨ ਲਈ ਰਾਖਵਾਂ ਕਰ ਦਿੱਤਾ ਜਾਵੇ। ਇਹ ਸੀਗੇ 9 ਪੁਆਇੰਟ ਪੂਨਾ ਪੈਕਟ ਦੇ। ਤੇ ਹੁਣ ਪੂਨਾ ਪੈਕਟ ਹੈ ਕਿ ਜਿਸ ਤਰ੍ਹਾਂ ਅਸੀਂ ਸਮਝ ਰਹੇ ਹਾਂ ਉਹਦੇ ਵਿੱਚ ਹੈਗਾ ਵੀ ਪਹਿਲੀ ਜਿਹੜੀ ਇਲੈਕਸ਼ਨ ਹੋਣੀ ਆ ਪ੍ਰਾਇਮਰੀ ਇਲੈਕਸ਼ਨ ਹੋਣੀ ਹੈ ਜਦੋਂ ਉੱਪਰ ਇੱਥੇ ਹੈਗਾ ਆ। ਇਹਦੇ ਵਿੱਚ ਕੀ ਹੋਏਗਾ, ਜਿਹੜੇ ਸ਼ਡਿਊਲ ਕਾਸਟ ਲੋਕ ਹੈਗੇ ਆ ਉਹ ਮੰਨ ਲਓ ਵੀ 6 ਕੈਂਡੀਡੇਟ ਹੈਗੇ, ਉਹਨਾਂ ਦੇ 6 ਦੇ ਵਿੱਚੋਂ 4 ਦਾ ਪੈਨਲ ਚੁਣ ਕੇ ਜਾਏਗਾ। ਤੇ ਇਹਦੇ ਵਿੱਚ ਹੁਣ ਜਿਹੜਾ ਸਾਈਜ਼ ਵੱਡਾ ਇੱਕ ਕੈਂਡੀਡੇਟ ਦਾ ਉਹ ਇਸ ਕਰਕੇ ਹੈਗਾ ਵੀ ਛੂਤ ਲੋਕ ਸਮਝਦੇ ਆ ਵੀ ਇਹ ਜਿਹੜਾ ਕੈਂਡੀਡੇਟ ਇਹਨਾਂ ਦਾ ਇਹੀ ਇਹਨਾਂ ਨੂੰ ਪ੍ਰੈਜ਼ੈਂਟ ਕਰੇਗਾ ਉਹਦੇ ਵਿੱਚ ਜਾ ਕੇ ਅੱਗੇ ਇਲੈਕਸ਼ਨ। ਇਹ ਇਹਨਾਂ ਦਾ ਮੇਨ ਬੰਦਾ ਹੈਗਾ, ਇਹੀ ਇਹਨਾਂ ਦਾ ਮੁਖਬਰ ਹੈਗਾ ਜਾਂ ਇਹਨਾਂ ਦਾ ਰੀਅਲ ਰਿਪਰੈਜ਼ੈਂਟੇਟਿਵ ਹੈਗਾ ਆ। ਤੇ ਆਹ ਜਿਹੜਾ ਲਾਲ 'ਚ ਹੈਗਾ ਛੋਟਾ ਜਿਹਾ ਇਹਦੇ ਵਿੱਚ ਇਹ ਬੰਦਾ ਜਿਹੜਾ ਹੈਗਾ ਆ ਇਹਨੂੰ ਵੋਟਾਂ ਜਿਹੜੀਆਂ ਬਹੁਤ ਘੱਟ ਪਈਆਂ, ਪਰ ਇਹ ਬੰਦਾ ਜਿਹੜਾ ਰੀਅਲ ਰਿਪਰੈਜ਼ੈਂਟੇਟਿਵ ਨਹੀਂ ਹੈਗਾ ਇਹਨਾਂ ਦਾ। ਤੇ ਇਹ 4 ਬੰਦੇ ਹੁਣ ਪਹਿਲੀ ਵਾਰ ਜਿਹੜੇ ਚੁਣ ਕੇ ਪ੍ਰਾਇਮਰੀ ਇਲੈਕਸ਼ਨ ਚਲ ਗਏ। ਤੇ ਜਿਹੜੀ ਹੈ ਕਿਉਂਕਿ ਸਿੰਗਲ ਮੈਂਬਰ ਕਨਸਟੀਟੂਐਂਸੀ ਹੈਗੀ ਆ ਤੇ ਇਹਦੇ ਵਿੱਚ ਕੀ ਹੋਣਾ, ਇਹ 4 ਮੈਂਬਰ ਜਦੋਂ ਇਲੈਕਸ਼ਨ ਹੋਣੀ ਹੈਗੀ ਹੈ, ਜਦੋਂ ਜਨਰਲ ਕੈਟਾਗਰੀ ਵਾਲਿਆਂ ਨੇ ਵੋਟਾਂ ਪਾਉਣੀਆਂ ਹੈਗੀਆਂ, ਜਨਰਲ ਇਲੈਕਸ਼ਨ ਹੋਣੀ ਹੈਗੀ ਆ, ਉਹਦੇ ਵਿੱਚ ਕੀ ਹੋਣਾ ਹੈਗਾ ਆ ਸ਼ਡਿਊਲ ਕਾਸਟ ਲੋਕੀ ਵੀ ਵੋਟ ਪਾਉਣਗੇ। ਤੇ ਹੁਣ ਉਹਨਾਂ ਨੇ ਤਾਂ ਵੋਟ ਜਿਹੜੀ ਆ ਉਹਨਾਂ ਦਾ ਕੈਂਡੀਡੇਟ ਸੀਗਾ, ਜਿਹੜਾ ਆਹ ਕੈਂਡੀਡੇਟ ਸੀਗਾ ਇਹਨੂੰ ਵੋਟ ਪਾਉਣੀ ਹੈਗੀ ਆ। ਉਹਨਾਂ ਨੇ ਆਹ ਜਿਹੜਾ ਛੋਟਾ ਜਿਹਾ ਕੈਂਡੀਡੇਟ ਸੀਗਾ ਇਹਨੂੰ ਤਾਂ ਵੋਟ ਨਹੀਂ ਪਾਉਣੀ। ਹੁਣ ਜਨਰਲ ਇਲੈਕਸ਼ਨ ਦੀ ਕਿਉਂਕਿ ਇਹ 'ਚ ਹੈਗੇ ਇਹਦੇ ਵਿੱਚ ਜਨਰਲ ਕੈਟਾਗਰੀ ਦੇ ਲੋਕ ਵੀ ਵੋਟ ਪਾਉਣਗੇ। ਇਹਦੇ ਵਿੱਚ ਕੀ ਹੋਣਾ ਹੈ, ਹੁਣ ਜਨਰਲ ਕੈਟਾਗਰੀ ਦੇ ਲੋਕ ਉਹ ਆਹ ਜਿਹੜਾ ਮੇਨ ਨੁਮਾਇੰਦਾ ਇਹਨੂੰ ਤਾਂ ਵੋਟ ਪਾਉਣਗੇ ਨਹੀਂ ਉਹ, ਕਿਉਂਕਿ ਇਹ ਤਾਂ ਉਹਨਾਂ ਦੀ ਗੱਲ ਕਰੂਗਾ, ਆਪਣੇ ਸ਼ਡਿਊਲ ਕਾਸਟ ਲੋਕਾਂ ਦੀ ਗੱਲ ਕਰੂਗਾ, ਇਹ ਜਨਰਲ ਕੈਟਾਗਰੀ ਦੀ ਗੱਲ ਥੋੜ੍ਹਾ ਕਰੂਗਾ, ਉਹ ਆਪਣੇ ਬੰਦੇ ਦੀ ਗੱਲ ਕਰੂਗਾ। ਤੇ ਇਸ ਕਰਕੇ ਇਹਨੂੰ ਵੋਟ ਨਹੀਂ ਪਾਉਣੀ। ਆਹ ਜਿਹੜਾ ਛੋਟਾ ਜਿਹਾ ਲਾਲ ਵਾਲਾ ਬੰਦਾ ਸੀਗਾ ਇੱਥੇ ਜਿਹੜਾ ਜਿਹੜਾ 4 ਪੈਨਲ ਦੇ ਵਿੱਚ ਸਿਲੈਕਟ ਹੋਇਆ ਸੀਗਾ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ, ਇਹ ਬੰਦੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਇਹਨੂੰ 4-5 ਪਸੰਦ ਕਰਦੇ ਸੀਗੇ। ਇਹ ਬੰਦਾ ਜਦੋਂ ਇਲੈਕਸ਼ਨ 'ਚ ਜਾਂਦਾ ਨਾ ਜਨਰਲ ਇਲੈਕਸ਼ਨ ਦੇ ਵਿੱਚ, ਇਹ ਜਿਹੜਾ ਬੰਦਾ ਹੈਗਾ ਇਹ ਛੇਤੀ ਵਿਕ ਜਾਊਗਾ। ਤੇ ਇਹ ਜਿਹੜਾ ਛੇਤੀ ਵਿਕਣ ਵਾਲਾ ਬੰਦਾ ਹੈਗਾ ਆ, ਸਟੂਜੀ ਜਾਂ ਚਮਚਾ ਕਿਹਾ ਜਾਂਦਾ ਆ, ਇਹ ਕੀ ਕਰਨਾ, ਜਨਰਲ ਕੈਟਾਗਰੀ ਨੇ ਇਹ ਬੰਦੇ ਨੂੰ ਪਾ ਦੇਣਾ ਕਿਉਂਕਿ ਇਹ ਇਹਨਾਂ ਦੀ ਜੀ ਹਜ਼ੂਰੀ ਕਰੂਗਾ। ਔਰ ਇਹ ਸਭ ਤੋਂ ਜ਼ਿਆਦਾ ਜਿਹੜੀ ਵੋਟ ਹੈ 200 ਜਨਰਲ ਕੈਟਾਗਰੀ ਇਹਨੂੰ ਪਾ ਦੇਣੀ ਹੈਗੀ ਹੈ। ਬਾਕੀ ਕੈਂਡੀਡੇਟਸ ਨੂੰ ਜਿਹੜੇ ਹੈਗੇ ਆ 10 ਪਾਤੀ ਆ, 40-50 ਪਾਤੀਆਂ ਇੱਦਾਂ ਹੀ। ਜਿਹੜੇ ਐਸੀ ਕੈਂਡੀਡੇਟ ਵੋਟਰ ਹੋਊਗੇ ਉਹਨਾਂ ਨੇ ਤਾਂ ਜਿਹੜਾ ਆਪਣਾ ਉਹਨਾਂ ਦਾ ਸਹੀ ਨੁਮਾਇੰਦਾ ਹੈਗਾ, ਜਿੱਦਾਂ ਆਹ ਨੁਮਾਇੰਦਾ ਹੈ ਯੈਲੋ ਵਾਲਾ ਵੱਡਾ, 90 ਵੋਟਾਂ ਇਹਨੂੰ ਪਾਉਣੀਆਂ, ਬਾਕੀਆਂ ਨੂੰ ਥੋੜ੍ਹੀਆਂ ਪਾਈਆਂ ਉਹਨਾਂ ਨੇ। ਪਰ ਜਦੋਂ ਫਾਈਨਲ ਜਿਹੜਾ ਰਿਜ਼ਲਟ ਆਊਗਾ, ਦੇਖੋ ਹੁਣ ਤੁਸੀਂ ਇਹਦੇ ਵਿੱਚ ਕੀ ਹੈਗਾ, 210 ਵੋਟਾਂ ਵਾਲਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਵੋਟਾਂ ਇਹਨੂੰ ਪਈਆਂ ਤੇ ਇਹ ਬੰਦਾ ਜਿੱਤ ਜੂਗਾ। ਔਰ ਇਹ ਜਿਹੜਾ ਬੰਦਾ ਹੈਗਾ ਆ ਇਹ ਜਿੱਤ ਕੇ ਅੱਗੇ ਅਸੈਂਬਲੀ ਵਿੱਚ ਜਾਊਗਾ। ਤੇ ਇਹਦੇ ਵਿੱਚ ਕੀ ਹੁਣ ਅਸਲੀ ਨੁਮਾਇੰਦਾ ਤਾਂ ਆਹ ਸੀਗਾ ਸ਼ਡਿਊਲ ਕਾਸਟ ਦਾ, ਇਹ ਤਾਂ ਹਾਰ ਗਿਆ। ਨਕਲੀ ਨੁਮਾਇੰਦਾ ਜਿਹੜਾ ਸੀਗਾ, ਜਿਹੜਾ ਕਿ ਚਾਪਲੂਸੀ ਜਨਰਲ ਕੈਟਾਗਰੀ ਦੀ ਚਾਪਲੂਸੀ ਕਰ ਰਿਹਾ ਸੀਗਾ ਜਾਂ ਉਹਨਾਂ ਦਾ ਬੰਦਾ ਉਹਨਾਂ ਦੀ ਹਮਾਇਤ ਜ਼ਿਆਦਾ ਕਰਦਾ ਸੀਗਾ, ਉਹ ਬੰਦੇ ਨੂੰ ਇਹਨਾਂ ਨੇ ਆਪਣੀ, ਕਿਉਂਕਿ ਇਹਨਾਂ ਦਾ ਜਿਹੜਾ ਅਨੁਪਾਤ ਆ ਵੋਟਾਂ ਦਾ ਜ਼ਿਆਦਾ ਸੀਗਾ, ਉਹ ਜ਼ਿਆਦਾ ਵੋਟਾਂ ਇਹਦੇ ਵਿੱਚ ਪਾ ਕੇ 200 ਵੋਟਾਂ ਦੇ ਕੇ ਇਹਨੂੰ ਜੇਤੂ ਕਰਤਾ। ਤੇ ਉਹ ਜਿਹੜਾ ਬੰਦਾ ਹੋਊਗਾ ਉਹ ਇਹਨਾਂ ਦੀ ਗੱਲ ਮੰਨੂਗਾ, ਉਹ ਆਪਣੇ ਆਕਾ ਦੀ ਗੱਲ ਮੰਨੂਗਾ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਭੇਜਿਆ ਹੈਗਾ, ਨਾ ਕਿ ਉਹ ਅਛੂਤ ਲੋਕਾਂ ਦੀ ਗੱਲ ਕਰੂਗਾ। ਤੇ ਇਹ ਜਿਹੜਾ ਹੈਗਾ ਆ ਆਪਣੇ ਪੂਨਾ ਪੈਕਟ ਦਾ ਮੇਨ ਜਿਹੜਾ ਇਲੈਕਸ਼ਨ ਸੀਗਾ, ਇਹਦੇ ਵਿੱਚ ਪ੍ਰਾਇਮਰੀ ਇਲੈਕਸ਼ਨ ਤੇ ਜਨਰਲ ਇਲੈਕਸ਼ਨ ਇਹ ਸਿਸਟਮ ਸੀਗਾ। ਤੇ ਉਹਦੇ ਵਿੱਚ ਹੁਣ ਜੇ ਆਪਾਂ ਕੰਪੇਅਰ ਕਰਾਂਗੇ ਪੂਨਾ ਪੈਕਟ ਵਰਸਸ ਕਮਿਊਨਲ ਅਵਾਰਡ ਦੇ ਵਿੱਚ, ਇਹਦੇ ਵਿੱਚ ਜਿਹੜੀ ਮੇਨ ਪੁਆਇੰਟ ਇਹ ਹੈਗਾ ਆ ਵੀ ਕਮਿਊਨਲ ਅਵਾਰਡ ਦੇ ਵਿੱਚ ਪੂਨਾ ਪੈਕਟ ਦੇ ਵਿੱਚ ਆਪਾਂ ਦੇਖ ਲਿਆ ਵੀ ਜਿਹੜਾ ਅਸਲੀ ਨੁਮਾਇੰਦਾ ਹੈਗਾ ਆ ਉਹ ਜਿੱਤ ਕੇ ਨਹੀਂ ਜਾਊਗਾ। ਤੇ ਇਹਦੇ ਵਿੱਚ ਜਿੱਦਾਂ ਵੀ ਆ ਦਿਖਾ ਰਿਹਾ ਵੀ ਜਿੱਤ ਕੇ ਨਹੀਂ ਜਾਊਗਾ, ਜਿੱਤ ਕੇ ਉਹੀ ਜਾਊਗਾ ਵੀ ਜਿਹੜਾ ਆਪਣੇ ਗੈਰ ਅਛੂਤ ਵੋਟਾਂ ਦੇ ਨਾਲ, ਕਿਉਂਕਿ ਉਹਨਾਂ ਦੀ ਵੋਟਾਂ ਜ਼ਿਆਦਾ ਹੈਗੀਆਂ, ਜਿਹੜਾ ਉਹ ਬੰਦਾ ਜਿੱਤ ਕੇ ਜਾਊਗਾ ਐਸੀਆਂ ਵੱਲੋਂ, ਉਹੀ ਜਿਹੜਾ ਨੁਮਾਇੰਦਗੀ ਕਰੂਗਾ, ਉਹੀ ਜਾ ਕੇ ਅਸੈਂਬਲੀ 'ਚ ਬੈਠੂਗਾ। ਹਾਲਾਂਕਿ ਉਹ ਸਹੀ ਰਿਪਰੈਜ਼ੈਂਟੇਟ ਜਿਹੜਾ ਸਹੀ ਨੁਮਾਇੰਦਾ ਨਹੀਂ ਹੈਗਾ।
ਕਮਿਊਨਲ ਵਾਰਡ ਵਿੱਚ ਕੀ ਹੋਣਾ ਸੀਗਾ, ਜਿਹੜਾ ਅਛੂਤ ਲੋਕ ਹੈਗੇ ਆ ਉਹਨਾਂ ਨੇ ਆਪਣੇ ਕੈਂਡੀਡੇਟ ਨੂੰ, ਜਿਹੜੇ ਉਹਨਾਂ ਦੇ ਕੈਂਡੀਡੇਟ ਸੀਗੇ, ਇੱਕ ਜਿਹੜਾ ਉਹਨਾਂ ਨੂੰ ਲੱਗਦਾ ਸੀਗਾ ਵੀ ਇਹ ਸਾਡਾ ਸਹੀ ਨੁਮਾਇੰਦਗੀ ਕਰੂਗਾ, ਉਹਨੂੰ ਚੁਣ ਕੇ ਉਹ ਸਿੱਧਾ ਹੀ ਅਸੈਂਬਲੀ ਵਿੱਚ ਚਲਾ ਜਾਏਗਾ। ਤੇ ਦੂਸਰੀ ਵੋਟ ਦੇ ਵਿੱਚ ਉਹ ਜਿਹੜਾ ਆਪਣੇ ਜਾਤੀਵਾਦੀ ਹਿੰਦੂਆਂ ਦਾ ਜਿਹੜਾ ਕੈਂਡੀਡੇਟ ਖੜਾ ਹੋਊਗਾ ਜਨਰਲ ਇਲੈਕਸ਼ਨ ਦੇ ਵਿੱਚ, ਉਹਨਾਂ ਨੂੰ ਵੀ ਵੋਟ ਪਾ ਕੇ, ਸੈਕੰਡ ਵੋਟ ਪਾ ਕੇ ਉਹਨਾਂ ਨੂੰ ਵੀ ਚੁਣ ਕੇ ਭੇਜੂਗਾ, ਉਹਨੂੰ ਹੀ ਭੇਜੂਗਾ ਜਿਹੜਾ ਉਹਨਾਂ ਦੀ ਗੱਲ ਕਰੂਗਾ। ਤੇ ਇਹ ਜਿਹੜਾ ਸੀਗਾ ਮੋਟਾ ਫਰਕ ਇਹ ਸੀਗਾ ਇਹਦੇ ਵਿੱਚ ਕਮਿਊਨਲ ਵਾਰਡ ਦੇ ਵਿੱਚ ਔਰ ਪੂਨਾ ਪੈਕਟ ਦੇ ਵਿੱਚ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਇਹ ਪੂਨਾ ਪੈਕਟ ਸਾਈਨ ਹੋ ਗਿਆ, ਉਸ ਤੋਂ ਬਾਅਦ ਇਹ ਬ੍ਰਿਟਿਸ਼ ਸਰਕਾਰ ਨੇ, ਕਿਉਂਕਿ ਇਹਦੇ ਵਿੱਚ ਕਾਫੀ ਡਾਕਟਰ ਅੰਬੇਦਕਰ ਨੇ ਵੀ ਉਦੋਂ ਕਿਹਾ ਸੀਗਾ ਵੀ ਇਹਨੂੰ ਖਾਰਿਜ ਕੀਤਾ ਜਾਵੇ ਜਾਂ ਇਹਦੇ ਵਿੱਚ ਬਦਲਿਆ ਜਾਵੇ, ਉਹ ਤਾਂ ਚਲੋ ਨਹੀਂ ਹੋਇਆ। ਉਸ ਤੋਂ ਬਾਅਦ ਇਲੈਕਸ਼ਨ ਹੋਣੇ ਸੀਗੇ, ਇਲੈਕਸ਼ਨ ਹੋਣ ਲਈ ਜਿਹੜਾ ਹੁਣ ਉਹਨਾਂ ਨੇ ਹੈਮੰਡ ਨਾਂ ਦੀ, ਜਿਹੜਾ ਉੱਥੇ ਬ੍ਰਿਟਿਸ਼ਰ ਸੀਗਾ, ਉਹਦੇ ਨਾਂ ਤੇ ਕਮੇਟੀ ਬਣਾਈ, ਤੇ ਉਹ ਕਮੇਟੀ ਨੇ ਆ ਕੇ ਫਿਰ ਡਿਸਾਈਡ ਕਰਨਾ ਸੀਗਾ ਵੀ ਜਿਹੜੇ ਚੋਣ ਹਲਕੇ ਹੈਗੇ ਆ ਉਹ ਕਿੰਨੇ ਹੋਣੇ ਚਾਹੀਦੇ ਆ, ਕਿਹੜੇ ਏਰੀਆ ਦੇ ਵਿੱਚ ਹੋਣੇ ਚਾਹੀਦੇ, ਕਿੰਨੀਆਂ ਸੀਟਾਂ ਹੋਣੀਆਂ ਚਾਹੀਦੀਆਂ ਇੱਕ ਚੋਣ ਹਲਕੇ ਦੇ ਵਿੱਚ, ਤੇ ਜਿਹੜਾ ਵੋਟਿੰਗ ਦਾ ਢੰਗ ਹੈਗਾ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈਗਾ ਆ। ਔਰ ਇਹ ਜਿਹੜਾ ਸੀਗਾ ਪਹਿਲੀ ਇਲੈਕਸ਼ਨ ਜਿਹੜੀ ਹੈਗੀ ਆ, ਉਹਦਾ ਆਧਾਰ ਸੀਗਾ ਗਵਰਨਮੈਂਟ ਆਫ ਇੰਡੀਆ ਐਕਟ 1935। ਤੇ ਇਹਦੇ ਵਿੱਚ ਹੁਣ ਬਾਬਾ ਸਾਹਿਬ ਕਹਿੰਦੇ ਆ ਵੀ, ਕਹਿੰਦੇ ਅਨਫੋਰਚੂਨੇਟਲੀ ਦੇਖੋ ਵੀ ਪੂਨਾ ਪੈਕਟ ਜਿਹੜਾ ਹੈਗਾ ਆ ਬੜੀ ਜਲਦੀ ਇਹ ਸਾਨੂੰ ਡਿਸਾਈਡ ਕਰਨਾ ਪਿਆ, ਕਿਉਂਕਿ 4 ਦਿਨਾਂ ਵਿੱਚ ਜਿਹੜਾ ਇਹ ਡਿਸੀਜਨ ਲੈਣਾ ਪਿਆ। ਤੇ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਅਨਡਿਫਾਈਨਡ ਜਿਹੜੀਆਂ ਰਹਿ ਗਈਆਂ, ਉਹ ਪਰਿਭਾਸ਼ਿਤ ਨਹੀਂ ਕਰ ਹੋਈਆਂ ਚੰਗੀ ਤਰ੍ਹਾਂ, ਉਹ ਅਨਡਿਫਾਈਨਡ ਰਹਿ ਗਈਆਂ। ਇਹਦੇ ਵਿੱਚ ਕੀ ਸੀਗਾ, ਪਹਿਲਾ ਸੀਗਾ ਉਹ ਸਵਾਲ ਕਰਦੇ ਹੈਗੇ ਆ ਡਾਕਟਰ ਅੰਬੇਦਕਰ, ਕਹਿੰਦੇ ਆ ਵੀ ਇਹ ਜਿਹੜਾ ਪੈਨਲ ਆਫ 4 ਹੈਗਾ ਆ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਚੁਣ ਕੇ ਜਾਣ ਵਾਲੇ, ਕੀ ਇਹ ਜਿਹੜੇ ਆ 4, ਇਹਦਾ ਮਤਲਬ ਇਹ ਮੰਨਿਆ ਜਾਵੇ ਵੀ 4 ਵੱਧ ਤੋਂ ਵੱਧ ਹੋਣੇ ਚਾਹੀਦੇ ਆ, 4 ਘੱਟ ਤੋਂ ਘੱਟ ਹੋਣੇ ਚਾਹੀਦੇ ਹੈਗੇ ਆ। ਇੱਕ ਇਹ ਜਿਹੜਾ ਸਵਾਲ ਸੀਗਾ ਇਹ ਕਲੀਅਰਲੀ ਪਰਿਭਾਸ਼ਿਤ ਨਹੀਂ ਹੋਇਆ ਉਹਦੇ ਵਿੱਚ। ਦੂਜਾ ਇਹ ਸੀਗਾ ਵੀ ਜਿਹੜਾ ਮੈਥਡ ਆਫ ਵੋਟਿੰਗ ਹੈਗਾ ਆ ਉਹ ਫਾਈਨਲ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈਗਾ ਆ। ਤੇ ਹਿੰਦੂ ਕੀ ਕਹਿੰਦੇ ਸੀਗੇ, ਹਿੰਦੂ ਕਹਿੰਦੇ ਸੀਗੇ ਕੰਪਲਸਰੀ ਡਿਸਟ੍ਰੀਬਿਊਟਿਵ ਵੋਟਿੰਗ ਸਿਸਟਮ ਹੋਣਾ ਚਾਹੀਦਾ ਆ। ਡਾਕਟਰ ਅੰਬੇਦਕਰ ਕੀ ਕਹਿੰਦੇ ਸੀਗੇ ਕਿਊਮੂਲੇਟਿਵ ਵੋਟਿੰਗ ਸਿਸਟਮ ਹੋਣਾ ਚਾਹੀਦਾ ਹੈ। ਤੇ ਇਹਦੇ ਹੁਣ ਅੱਗੇ ਦੇਖਾਂਗੇ ਵੀ ਇਹਦਾ ਕਿਉਂ ਇਹਦਾ ਕਹਿ ਰਹੇ ਸੀਗੇ, ਕੀ ਨੁਕਸਾਨ ਆ ਤੇ ਕੀ ਇਹਦਾ ਫਾਇਦਾ ਹੈਗਾ ਆ। ਤੇ ਇਹਦੇ ਵਿੱਚ ਆਪਾਂ ਇਹ ਆਪਣੇ ਬਾਬਾ ਸਾਹਿਬ ਲਿਖਦੇ ਹੈਗੇ ਕਿ ਬੁੱਕ ਦੇ ਵਿੱਚ ਵੀ ਹੈਮੰਡ ਕਮੇਟੀ ਨੇ ਇਹ ਜਿਹੜੀ ਮੇਰੀ ਗੱਲ ਹੈਗੀ ਆ ਮੰਨ ਲਈ ਸੀਗੀ, ਪਰ ਇਹਦੇ ਵਿੱਚ ਜਿਹੜੀ ਆ ਕਿਊਮੂਲੇਟਿਵ ਵੋਟਿੰਗ ਸਿਸਟਮ ਹੋਇਆ ਸੀਗਾ। ਔਰ ਦੂਸਰਾ ਜਿਹੜਾ ਸੀਗਾ 4 ਜਿਹੜੇ ਸੀਗੇ ਵੱਧ ਤੋਂ ਵੱਧ 4 ਜਿਹੜੇ ਕੈਂਡੀਡੇਟ ਮੰਨੇ ਗਏ ਸੀਗੇ। ਪਰ ਇਹਦੇ ਵਿੱਚ ਇੱਕ ਇਹ ਸੀਗਾ ਵੀ ਜੇ 4 ਕੈਂਡੀਡੇਟ ਆਪਣੇ ਨਹੀਂ ਜਾ ਰਹੇ ਹੈਗੇ ਤੇ ਔਰ ਜਿੱਥੇ ਨਹੀਂ ਹੋ ਰਹੇ ਹੈਗੇ ਉਹ ਜਿਹੜੀ ਸੀਟ ਹੈ ਜੇ ਖਾਲੀ ਚਲ ਜਾਂਦੀ ਸੀਗੀ, ਤੇ ਉਹ ਉੱਥੇ ਬੰਦਾ ਜਿਹੜਾ ਸੀਗਾ ਉਹ ਜਿਹੜੀ ਅੰਡਰ ਰਿਪਰੈਜ਼ੈਂਟਡ ਜਾਂ ਅਨਰਿਪਰੈਜ਼ੈਂਟਡ ਜਿਹੜਾ ਚੋਣ ਹਲਕਾ ਰਹਿ ਜਾਂਦਾ ਸੀਗਾ। ਇਹਦੇ ਵਿੱਚ ਹੁਣ ਆਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੈਗੇ ਵੀ ਆ ਜਿਹੜਾ ਉੱਪਰ ਆਪਾਂ ਡਾਇਗਰਾਮ ਬਣਾਇਆ ਸੀਗਾ, ਇਹਦੇ ਵਿੱਚ ਮੇਨ ਜਿਹੜਾ ਹੈਗਾ ਪੁਆਇੰਟ ਇੱਥੇ ਦੇਖਣ ਵਾਲੀ ਗੱਲ ਹੈਗੀ ਆ। ਹੁਣ ਬਾਬਾ ਸਾਹਿਬ ਕਹਿੰਦੇ ਆ ਵੀ ਜਿਹੜਾ ਇਹਨਾਂ ਨੇ ਜਿਹੜੇ ਹਿੰਦੂ ਲੋਕ ਸੀਗੇ ਉਹ ਕਹਿੰਦੇ ਸੀਗੇ ਵੀ 4 ਘੱਟ ਤੋਂ ਘੱਟ 4 ਹੋਣੇ ਚਾਹੀਦੇ, 5 ਵੀ ਹੋ ਸਕਦੇ, 6 ਵੀ ਹੋ ਸਕਦੇ, 7 ਵੀ ਹੋ ਸਕਦੇ ਹੈਗੇ ਆ, ਤੇ ਉਹਦਾ ਫਾਇਦਾ ਹੈਗਾ ਆ। ਬਾਬਾ ਸਾਹਿਬ ਕਹਿੰਦੇ ਸੀਗੇ ਇਦਾਂ ਨਹੀਂ ਹੋਣਾ ਚਾਹੀਦਾ ਹੈਗਾ, ਵੀ ਵੱਧ ਤੋਂ ਵੱਧ 4 ਹੋਣ, ਵੀ 2 ਵੀ ਹੋ ਸਕਦੇ, 3 ਵੀ ਹੋ ਸਕਦੇ ਆ। ਹੁਣ ਉਹ ਕਿਉਂ ਕਹਿ ਰਹੇ ਸੀਗੇ ਇਹਦੇ ਵਿੱਚ ਦੇਖੋਗੇ ਤੁਸੀਂ, ਆਹ ਜਿਹੜੇ ਪੁਆਇੰਟ ਆ ਜਿਹੜਾ ਜੇ ਸਲਾਈਡ ਦੇਖ ਰਹੇ ਆ ਇੱਥੇ ਜਿਹੜਾ ਕਨਸੈਂਟਰੇਟ ਕਰਨਾ ਆਪਾਂ। ਪਹਿਲਾਂ 4 ਕੈਂਡੀਡੇਟ ਸੀਗੇ ਪੂਨਾ ਪੈਕਟ, ਇਹਦੇ ਵਿੱਚ ਹੁਣ ਆਪਾਂ ਮੰਨ ਲਓ ਵੀ 3 ਕੈਂਡੀਡੇਟ ਜਿਹੜੇ ਹੈਗੇ ਆ, 3 ਨੁਮਾਇੰਦੇ ਚੁਣ ਕੇ ਅੱਗੇ ਜਾਂਦੇ ਹੈਗੇ ਆ। ਤੇ ਉਹਦੇ ਵਿੱਚ ਕੀ ਹੁੰਦਾ ਆ ਵੀ ਉਹਦੇ ਵਿੱਚ ਵੀ ਜਿਹੜਾ ਹੈਗਾ ਆ ਜੇ ਸਿੰਗਲ ਮੈਂਬਰ ਕਨਸਟੀਟੂਐਂਸੀ ਹੈਗੀ ਆ, ਇੱਕ ਮੈਂਬਰੀ ਚੋਣ ਹਲਕਾ ਹੈਗਾ, ਉਹਦੇ ਵਿੱਚ ਵੀ ਜਿਹੜੇ ਹੈਗੇ ਆ ਜਿੱਦਾਂ ਜਨਰਲ ਇਲੈਕਸ਼ਨ ਜਿਹੜੀ ਹੁੰਦੀ ਹੈਗੀ ਉਹਦੇ ਵਿੱਚ ਆ ਜਿਹੜੇ ਹੈਗੇ ਆ ਆਪਣੇ ਜਨਰਲ ਕੈਟੇਗਰੀ ਦੇ ਕੈਂਡੀਡੇਟ ਹੈਗੇ ਆ, ਉਹ 200 ਵੋਟ ਹੈ ਪਹਿਲੇ ਬੰਦੇ ਨੂੰ ਪਾਉਂਦੇ ਆ ਜਿਹੜਾ ਨਕਮਾ ਬੰਦਾ ਹੁੰਦਾ ਆ ਸ਼ਡਿਊਲ ਕਾਸਟ ਵੱਲੋਂ। ਜਿਹੜਾ ਅਸਲੀ ਬੰਦਾ ਨੁਮਾਇੰਦਾ ਹੁੰਦਾ ਆ ਉਹਨੂੰ ਵੋਟ ਘੱਟ ਪਾਉਂਦੇ ਆ, ਪਰ ਇਸ ਕਰਕੇ ਉਹ ਜਿਹੜਾ ਅਸਲੀ ਨੁਮਾਇੰਦਾ ਫਿਰ ਵੀ ਰਹਿ ਜਾਂਦਾ ਜੇ 3 ਰੱਖਦੇ ਹੈਗੇ ਆ। ਹੁਣ ਆਪਾਂ ਜਾਵਾਂਗੇ ਵੀ ਜੇ ਇਹ ਮੰਨ ਲਓ ਵੀ 3 ਦੀ ਜਗ੍ਹਾ 2 ਹੁੰਦੇ, 2 ਕੈਂਡੀਡੇਟ ਹੁੰਦੇ, ਤੇ ਫਿਰ ਜਿਹੜਾ ਸੀਗਾ ਉਹ ਜਿਹੜਾ ਕੈਂਡੀਡੇਟ ਸੀਗਾ ਅਸਲੀ ਅਛੂਤਤਾ ਦਾ ਕੈਂਡੀਡੇਟ ਸੀਗਾ ਉਹਨੂੰ ਜਿਹੜੀਆਂ ਵੋਟਾਂ ਜ਼ਿਆਦਾ ਪੈਣ ਦੇ ਜਿਹੜੇ ਅਸਾਰ ਜ਼ਿਆਦਾ ਹੋ ਜਾਂਦੇ ਆ ਤੇ ਉਹ ਜਿੱਤੇਗਾ ਜ਼ਿਆਦਾ। ਜੇ 4 ਕੈਂਡੀਡੇਟ ਹੈ ਜਿੱਤ ਦੇ ਅਸਾਰ ਘੱਟ ਆ, ਜੇ 2 ਕੈਂਡੀਡੇਟ ਆ ਤੇ ਜਿੱਤ ਦੇ ਅਸਾਰ ਜਿਹੜੇ ਆ, ਜਾਂ 1 ਕੈਂਡੀਡੇਟ ਆ ਜਿੱਤਣ ਦੇ ਅਸਾਰ ਜ਼ਿਆਦਾ ਹੈਗੇ ਆ। ਤੇ ਇਸ ਤਰ੍ਹਾਂ ਸੀਗਾ। ਤੇ ਆਹ ਜਿਹੜਾ ਇਹਦਾ ਕੰਪੈਰੀਜ਼ਨ ਹੈਗਾ ਜਿਹੜਾ ਆਪਾਂ ਗੱਲ ਕਰਕੇ ਹਟੇ ਹੈਗੇ ਆ। ਤੇ ਉਸ ਤੋਂ ਬਾਅਦ ਜਿਹੜਾ ਕੁਮੂਲੇਟਿਵ ਵੋਟ, ਸੋ ਇਹਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਆ ਕਿ ਹਿੰਦੂ ਇਸ ਗੱਲ ਦਾ ਜ਼ੋਰ ਪਾ ਰਹੇ ਸੀਗੇ ਕਿ ਜਿਹੜੀ ਮੈਥਡ ਆਫ ਵੋਟਿੰਗ ਸਿਸਟਮ ਹੈਗਾ ਆ ਉਹ ਸਾਡਾ ਡਿਸਟ੍ਰੀਬਿਊਟਿਵ ਵੋਟਿੰਗ ਸਿਸਟਮ ਹੋਣਾ ਚਾਹੀਦਾ ਆ,
ਤੇ ਬਾਬਾ ਸਾਹਿਬ ਜ਼ੋਰ ਇਸ ਗੱਲ ਨੂੰ ਲਾ ਰਹੇ ਸੀਗੇ ਕਿ ਸਾਡਾ ਜਿਹੜਾ ਮੈਥਡ ਹੋਣਾ ਚਾਹੀਦਾ ਆ ਉਹ ਕਿਊਮੂਲੇਟਿਵ VOTING ਸਿਸਟਮ ਹੋਣਾ ਚਾਹੀਦਾ ਆ। ਕਿਊਮੂਲੇਟਿਵ VOTING ਸਿਸਟਮ ਦੇ ਵਿੱਚ ਕੀ ਹੁੰਦਾ ਆ, ਜਦੋਂ ਤੁਸੀਂ ਸਕਰੀਨ ਦੇਖ ਰਹੇ ਹੈਗੇ ਆ ਵੀ ਇਹਦੇ ਵਿੱਚ ਜੇ 3 ਸੀਟਾਂ ਹੈਗੀਆਂ ਆ ਤੇ ਇਕੱਲੇ ਇਹਦੇ ਵਿੱਚ ਵੋਟਰ ਜਿਹੜੇ ਹੈਗੇ ਆ ਉਹ 4 ਵੋਟਰ ਹੈਗੇ ਆ, ਤੇ ਇਕੱਲੇ ਵੋਟਰ ਨੂੰ ਜਿੰਨੀਆਂ ਸੀਟਾਂ ਆ ਉਨੀਆਂ ਹੀ ਵੋਟਸ ਮਿਲਣੀਆਂ ਹੈਗੀਆਂ ਆ। ਤੁਸੀਂ ਇੱਥੇ ਦੇਖੋਗੇ ਕਿ ਜਿਹੜਾ ਇੱਕ ਮਿਨੋਰਿਟੀ ਦਾ ਬੰਦਾ ਆ, ਯੈਲੋ ਕਲਰ ਦੀ ਵੋਟ ਆ, ਉਹ ਇੱਕ ਕੈਂਡੀਡੇਟ ਆਪਣੀਆਂ ਸਾਰੀਆਂ ਵੋਟਾਂ ਜਿਹੜੀਆਂ ਹੈਗੀਆਂ ਆ ਉਹ ਇੱਕ ਬੰਦੇ ਨੂੰ ਦੇ ਸਕਦਾ। ਹੁਣ ਇਹ 'ਚ ਫਰਕ ਕੀ ਹੈਗਾ ਆ, ਉਹ ਆਪਣਾ ਨੁਮਾਇੰਦਾ ਜਿਤਾ ਸਕਦਾ ਕਿਊਮੂਲੇਟਿਵ VOTING ਸਿਸਟਮ ਦੇ ਵਿੱਚ। 1946 ਤੱਕ ਜਾਂ ਜਦੋਂ ਕਨਸਟੀਟਿਊਸ਼ਨ ਬਣ ਰਿਹਾ ਸੀਗਾ, ਬਾਬਾ ਸਾਹਿਬ ਦੀ ਇਹ ਮੰਗ ਸੀਗੀ ਕਿ ਜਦ ਤੱਕ ਮਿਨੋਰਿਟੀਜ਼ ਜਿਹੜੀਆਂ ਹੈਗੀਆਂ ਭਾਰਤ ਦੀਆਂ, ਉਹਨਾਂ ਨੂੰ ਟਾਈਪ ਆਫ ਜਿਹੜਾ ਮੈਥਡ ਹੈ VOTING ਸਿਸਟਮ, ਜਦ ਤੱਕ ਕਿਊਮੂਲੇਟਿਵ VOTING ਸਿਸਟਮ ਨਹੀਂ ਹੋਊਗਾ ਤੇ ਭਾਰਤ ਦੇ ਜਿਹੜੇ ਡਿਪਰੈਸਡ ਕਲਾਸ ਦੇ ਲੋਕ ਜਾਂ ਮਿਨੋਰਿਟੀਜ਼ ਹੈਗੀਆਂ ਆ ਉਹ ਆਪਣਾ ਸਹੀ ਨੁਮਾਇੰਦਾ ਸੈਂਟਰ ਜਾਂ ਪ੍ਰੋਵਿੰਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਨਹੀਂ ਭੇਜ ਸਕਦੇ। ਹੁਣ ਆਪਾਂ ਇਹਦੇ ਵਿੱਚ ਦੇਖਦੇ ਆ ਵੀ ਕੀ ਹਿੰਦੂ ਕੀ ਇਹਦੇ ਵਿੱਚ ਛੜਿਆੰਤਰ ਕੀ ਸੀਗਾ। ਇਹਦੇ ਵਿੱਚ ਕਹਿੰਦੇ ਹੈਗੇ ਆ ਕਿ ਵੀ ਜਿਹੜੇ ਹਿੰਦੂ ਸੀਗੇ ਉਹ ਕਹਿੰਦੇ ਸੀਗੇ ਕੰਪਲਸਰੀ ਡਿਸਟ੍ਰੀਬਿਊਟਿਵ VOTING ਸਿਸਟਮ ਜਿਹੜਾ ਹੈਗਾ ਆ ਹੋਣਾ ਚਾਹੀਦਾ ਹੈਗਾ ਆ। ਤੇ ਕਹਿੰਦੇ ਪਰ ਜਦੋਂ ਮੈਂ ਕਹਿੰਦੇ ਵੀ ਮਤਲਬ ਜਦੋਂ ਮੈਂ ਉੱਥੇ ਗਿਆ ਤੇ ਮੈਂ ਖੁਸ਼ ਸੀਗਾ ਕਿ ਕਿਊਮੂਲੇਟਿਵ VOTING ਸਿਸਟਮ ਹੋਣਾ ਚਾਹੀਦਾ, ਕਿਉਂਕਿ ਕਿਊਮੂਲੇਟਿਵ VOTING ਸਿਸਟਮ ਦੇ ਵਿੱਚ ਕੀ ਫਰਕ ਹੈਗਾ ਆ ਡਿਸਟ੍ਰੀਬਿਊਟਿੰਗ VOTING ਸਿਸਟਮ ਦੇ ਵਿੱਚ, ਇੱਥੇ ਵੀ ਕਾਂਗਰਸ ਵਾਲਿਆਂ ਦੀ ਚਾਲ ਹੈਗੀ ਆ। ਕਹਿੰਦੇ ਫਿਰ ਕੁਦਰਤੀ ਕੀ ਹੋਇਆ ਹੈਗਾ ਆ ਵੀ ਜਿਹੜੀ ਹੈਮੰਡ ਕਮੇਟੀ ਸੀ ਉਹਨੇ ਮੇਰੀ ਮੰਗ ਮੰਨ ਲਈ। ਇੱਕ ਤਾਂ ਉਹਨਾਂ ਨੇ ਮੇਰੀ ਇਹ ਮੰਗ ਮੰਨੀ ਕਿ ਵੱਧ ਤੋਂ ਵੱਧ ਜਿਹੜੇ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਬੰਦੇ ਜਿਹੜੇ ਖੜੇ ਹੋਣੇ ਹੈਗੇ, 4 ਹੋਣੇ ਹੈਗੇ ਆ, ਜਿੱਤ ਹੋਣੀ ਹੈਗੀ ਉਹਨਾਂ ਦੀ, 4 ਬੰਦੇ ਖੜੇ ਹੋਣੇ ਹੈਗੇ ਆ। ਤੇ ਦੂਸਰੀ ਜਿਹੜੀ ਹੈਗੀ ਆ ਵੀ ਕਿਊਮੂਲੇਟਿਵ VOTING ਸਿਸਟਮ ਜਿਹੜੀ ਆ ਫਾਈਨਲ ਇਲੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈਗੀ ਆ। ਕਹਿੰਦੇ ਫਿਰ ਹੁਣ ਕਹਿੰਦੇ ਵੀ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਆ ਸੋਚ ਕੇ ਵੀ ਹਿੰਦੂ ਇਹ ਚੀਜ਼ ਨੂੰ ਕਾਹਤੇ ਸੋਚਦੇ ਸੀਗੇ, ਹਿੰਦੂ ਇਸ ਚੀਜ਼ ਦੇ ਉੱਤੇ ਕਾਹਤੇ ਜ਼ੋਰ ਪਾ ਰਹੇ ਸੀ, ਉਹ ਕਾਹਤੇ ਇਸ ਗੱਲ ਦਾ ਦਾਅਵਾ ਕਰ ਰਹੇ ਸੀਗੇ ਕਿ ਕੰਪਲਸਰੀ ਡਿਸਟ੍ਰੀਬਿਊਟਿਵ VOTING ਸਿਸਟਮ ਹੋਣੀ ਚਾਹੀਦੀ ਹੈਗੀ ਆ। ਕਹਿੰਦੇ ਉਹਦੇ ਪਿੱਛੇ ਹਿੰਦੂਆਂ ਦਾ ਜਾਂ ਕਾਂਗਰਸ ਦਾ ਕੀ ਰੋਲ ਹੋ ਸਕਦਾ ਆ। ਕਹਿੰਦੇ ਵੀ ਪਹਿਲਾਂ ਤਾਂ ਮੈਂ ਇਹ ਦੱਸਦਾ ਵੀ 4 ਜਿਹੜੇ ਬੰਦੇ ਆ ਵੀ ਘੱਟੋ ਘੱਟ ਜਿਹੜੇ ਆ ਵੀ ਹਿੰਦੂ ਇਹ ਕਹਿੰਦੇ ਆ, ਪਹਿਲਾਂ ਤਾਂ ਆਪਾਂ ਇਹ ਡਿਸਕਸ ਕਰਨਾ ਹੈਗਾ ਆ ਕਿ ਹਿੰਦੂ ਕਹਿੰਦੇ ਆ ਜਿਹੜੀ ਕੰਪਲਸਰੀ ਡਿਸਟ੍ਰੀਬਿਊਟਿੰਗ VOTING ਸਿਸਟਮ ਇਹ ਹੋਣਾ ਚਾਹੀਦਾ। ਦੂਸਰੇ ਨੰਬਰ ਤੇ ਜਿਹੜੀ 4 ਬੰਦੇ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਚੁਣਨੇ ਹੈਗੇ ਆ ਉਹ ਘੱਟੋ ਘੱਟ 4 ਹੋਣੇ ਚਾਹੀਦੇ ਆ। ਜੇ 4 ਮਤਲਬ ਵੱਧ ਤੋਂ ਵੱਧ 8 ਹੋ ਸਕਦੇ ਆ, 7 ਹੋ ਸਕਦੇ, ਉਹ ਇਹ ਕਹਿੰਦੇ ਸੀਗੇ। ਇਹਦੇ ਪਿੱਛੇ ਕੀ ਕਾਰਨ ਹੈਗੇ ਆ ਬਾਬਾ ਸਾਹਿਬ ਕਹਿੰਦੇ ਇਹ ਮੈਂ ਸਮਝਾਉਣਾ ਤੁਹਾਨੂੰ ਵੀ ਹੁੰਦਾ ਕੀ ਸੀਗਾ ਕਿ ਹਿੰਦੂ ਇਹ ਦੇਖਦੇ ਆ ਵੀ ਸਾਡਾ ਚਮਚਾ ਕਿਵੇਂ ਬਣਨਾ, ਉਹਨੂੰ ਸਾਹਿਬ ਕਾਂਸ਼ੀਰਾਮ ਸਟੂਜਿਸ ਕਹਿੰਦੇ ਆ ਤੇ ਟੂਲ ਕਹਿੰਦੇ ਆਪਣੀ ਚਮਚਾ ਯੁੱਗ ਦੇ ਵਿੱਚ। ਵੀ ਹਿੰਦੂ ਇਹ ਚਾਹੁੰਦੇ ਸੀਗੇ ਕਿ ਜਿੰਨੇ ਜ਼ਿਆਦਾ ਕੈਂਡੀਡੇਟ ਹੋਣਗੇ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਜਿਹੜੀ ਇਹਨਾਂ ਨੂੰ ਦਿੱਤੀ ਗਈ ਆ ਉਹਦੇ ਪੂਨਾ ਪੈਕਟ ਦੇ ਵਿੱਚ, ਤੇ ਉਹਦੇ ਨਾਲ ਕੀ ਹੋਣਾ ਸੀਗਾ ਵੀ ਜਿਹੜਾ ਜੇ ਤਾਂ ਇੱਕ ਕੈਂਡੀਡੇਟ ਹੈਗਾ ਆ ਉਹਦੇ ਨਾਲ ਕੀ ਹੋਣਾ ਵੀ ਉਹ ਸਹੀ ਨੁਮਾਇੰਦਾ ਹੋਣਾ ਹੈਗਾ ਆ ਅਛੂਤਾਂ ਦਾ, ਜਿਹੜਾ ਉਹਨਾਂ ਨੂੰ ਰੀਪ੍ਰੈਜ਼ੈਂਟ ਕਰੂੰਗਾ, ਜਿਹੜਾ ਉਹਨਾਂ ਦੀ ਨੁਮਾਇੰਦਗੀ ਕਰੂੰਗਾ। ਜੇ 2 ਹੋਣਗੇ ਤੇ ਦੂਸਰੇ ਬੰਦੇ ਨੂੰ ਅਸੀਂ ਖਰੀਦ ਸਕਦੇ ਹਾਂ। ਜੇ 3 ਹੋਣਗੇ, ਜੇ 2 ਹੋਣਗੇ ਤੇ ਜਿਹੜਾ ਉਹ ਸੈਕਿੰਡ ਵਨ ਜਿਹੜਾ ਆ ਉਹ ਸਾਡੇ ਲਈ ਬੈਟਰ ਹੋਊਗਾ। ਖਾਸ ਕਰਕੇ ਹਿੰਦੂਆਂ ਦੇ ਸਟੈਂਡ ਪੁਆਇੰਟ ਤੋਂ, ਹਿੰਦੂਆਂ ਦੇ ਨਜ਼ਰੀਏ ਤੋਂ ਅਸੀਂ ਦੂਸਰੇ ਬੰਦੇ ਨੂੰ ਖਰੀਦ ਸਕਦੇ ਹਾਂ, ਕਿਉਂਕਿ ਹਿੰਦੂਆਂ ਜਿਹੜਾ ਅਛੂਤਾਂ ਦਾ ਨੁਮਾਇੰਦਾ, ਜਿਹੜਾ ਇੱਕ ਨੁਮਾਇੰਦਾ ਹੋਣਾ ਉਹ ਤਾਂ ਕੱਟੜ ਨੁਮਾਇੰਦਾ ਹੋਣਾ ਅਛੂਤਾਂ ਦਾ, ਤੇ ਜੇ ਉਹ 'ਚ 3 ਹੋਣਗੇ ਤੇ ਉਹ ਲੂਜ਼ ਹੋਣਾ ਆ। ਉਹ ਸਾਡੇ ਪੁਆਇੰਟ ਦੇ ਲਈ, ਹਿੰਦੂਆਂ ਦੇ ਪੁਆਇੰਟ ਆਫ ਵਿਊ ਦੇ ਲਈ ਉਹ ਬਹੁਤ ਵਧੀਆ ਹੋਣਾ ਵੀ ਉਹਨੂੰ ਖਰੀਦਿਆ ਜਾ ਸਕਦਾ। ਇਸ ਕਰਕੇ ਹਿੰਦੂ ਚਾਹੁੰਦੇ ਸੀ ਕਿ ਜਿੰਨੇ ਜ਼ਿਆਦਾ ਕੈਂਡੀਡੇਟ ਪ੍ਰਾਇਮਰੀ ਜਿਹੜੀ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਹੋਣਗੇ ਸਾਡੇ ਲਈ ਬਹੁਤ ਵਧੀਆ ਹੋਣਾ ਆ। ਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇਹ ਉਹਨਾਂ ਦੀ ਅਟੈਂਸ਼ਨ ਸੀ ਇਹਦੇ ਮਗਰ, ਤਾਂ ਕਰਕੇ ਉਹ ਕਹਿੰਦੇ ਸੀ ਜੀ ਘੱਟ ਤੋਂ ਘੱਟ ਜਿਹੜੇ ਆ ਉਹ ਮਿਨੀਮਮ ਜਿਹੜੇ ਆ ਉਹ 4 ਹੋਣੇ ਚਾਹੀਦੇ ਆ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ। ਨਹੀਂ ਤਾਂ ਬਾਬਾ ਸਾਹਿਬ ਕਹਿੰਦੇ ਸੀ ਵੱਧ ਤੋਂ ਵੱਧ 4 ਹੋਣੇ ਚਾਹੀਦੇ ਆ, ਤੇ ਘੱਟ ਚਾਹੇ 1 ਚਾਹੇ 2 ਚਾਹੇ 3, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਇੰਨੇ ਕੈਂਡੀਡੇਟ ਪ੍ਰਾਇਮਰੀ ਇਲੈਕਸ਼ਨ ਦੇ ਲਈ ਹੋਣੇ ਚਾਹੀਦੇ ਆ। ਜਦੋਂ ਤੁਸੀਂ 1937 ਦੀ ਇਲੈਕਸ਼ਨਸ ਦੇਖਦੇ ਆ ਉਹਦੇ ਵਿੱਚ ਤੁਹਾਨੂੰ ਇੱਕ ਗੱਲ ਦਾ ਪਤਾ ਲੱਗਦਾ ਕਿ ਬਹੁਤ ਸਾਰੀਆਂ ਕਨਸਟੀਚੁਐਂਸੀਜ਼ ਇਦਾਂ ਦੀ ਸੀ ਜਿੱਥੇ ਇਲੈਕਸ਼ਨ ਹੀ ਨਹੀਂ ਹੋਈ, ਕਿਉਂਕਿ 4 ਬੰਦੇ ਹੀ ਨਹੀਂ ਪੂਰੇ ਹੋਏ, ਜਾਂ ਅਛੂਤਾਂ ਦੇ ਕੋਲ ਜਾਂ ਡਿਪਰੈਸਡ ਕਲਾਸ ਦੇ ਕੋਲ ਇੰਨੇ ਪੈਸੇ ਹੀ ਨਹੀਂ ਸੀ ਕਿ ਉਹ ਸਾਰੇ 4 ਪੋਲ ਉੱਥੇ ਕਰਵਾ ਸਕਦੇ, ਜਾਂ 4 ਜਿਹੜੀਆਂ ਉੱਥੇ ਸੀਟਾਂ ਸੀ ਉਹਨਾਂ ਦੇ ਉੱਤੇ ਇਲੈਕਸ਼ਨ ਕਰਵਾ ਸਕਦੇ, ਕਿਉਂਕਿ ਉਹ ਅਛੂਤਾਂ ਨੇ ਆਪਣੇ ਪੈਸਿਆਂ ਤੋਂ ਕਰਵਾਉਣੀਆਂ ਸੀਗੀਆਂ। ਇਹ ਉਹਨਾਂ ਦੇ ਮਗਰ ਚਾਲਾਂ ਸੀਗੀਆਂ। ਉਸ ਤੋਂ ਬਾਅਦ ਜਦੋਂ ਆਪਾਂ ਕੰਪਲਸਰੀ ਡਿਸਟ੍ਰੀਬਿਊਟਿਵ VOTING ਸਿਸਟਮ ਕਹਿੰਦੇ ਆ ਤੇ ਕਿਊਮੂਲੇਟਿਵ VOTING ਸਿਸਟਮ ਮੈਂ ਅੱਗੇ ਐਕਸਪਲੇਨ ਕਰ ਦਿੱਤੀ ਵੀ ਇੱਕ ਜਿਹੜਾ ਮਿਨੋਰਿਟੀ, ਜਿੱਦਾਂ ਜਿਹੜਾ ਬੰਦਾ ਮਿਨੋਰਿਟੀ ਦਾ ਆ ਉਹ ਵੀ ਆਪਣਾ ਜਿਹੜਾ ਨੁਮਾਇੰਦਾ ਆ ਉਹ ਸੈਂਟਰ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਉਹ ਭੇਜ ਸਕਦਾ ਆ ਆਪਣੀਆਂ, ਜਿੱਦਾਂ ਉਹਨੂੰ 3 ਸੀਟਾਂ ਆ ਤੇ ਉਹਨੂੰ 3 ਵੋਟਾਂ ਮਿਲਣੀਆਂ, ਉਹ ਤਿੰਨੇ ਦੀਆਂ ਤਿੰਨੋਂ ਹੀ ਵੋਟਾਂ ਇੱਕ ਬੰਦੇ ਨੂੰ ਪਾ ਸਕਦਾ।
ਡਿਸਟ੍ਰੀਬਿਊਟਿੰਗ ਜਿਹੜੀ ਕੰਪਲਸਰੀ ਡਿਸਟ੍ਰੀਬਿਊਟਿੰਗ VOTING ਸਿਸਟਮ ਹੈਗਾ ਕੀ ਇਹਦੇ ਵਿੱਚ ਕੀ ਆ, ਜਿਹੜੇ ਹਿੰਦੂ ਚਾਹੁੰਦੇ ਸੀਗੇ, ਹਿੰਦੂ ਇਹ ਨਹੀਂ ਸੀ ਚਾਹੁੰਦੇ ਬਈ ਇੱਕੋ ਹੀ ਜਿਹੜਾ ਮਿਨੋਰਿਟੀ ਦਾ ਬੰਦਾ ਆਪਣੀਆਂ ਤਿੰਨੋਂ ਦੀਆਂ ਤਿੰਨੋਂ, ਜੇ 4 ਸੀਟਾਂ ਤੇ ਚਾਰੋਂ ਦੀਆਂ ਚਾਰੇ ਇੱਕ ਬੰਦੇ ਨੂੰ ਵੋਟ ਪਾ ਦੇਵੇ, ਤੇ ਉਹ ਕਹਿੰਦੇ ਵੀ ਇਸ ਕਰਕੇ ਸਾਨੂੰ ਜਿਹੜੀ ਆ ਕੰਪਲਸਰੀ ਡਿਸਟ੍ਰੀਬਿਊਟਿੰਗ VOTING ਸਿਸਟਮ ਚਾਹੀਦਾ। ਇਹਦੇ ਵਿੱਚ ਕੀ ਸੀਗਾ, ਕਹਿੰਦੇ ਕਿਊਮੂਲੇਟਿਵ VOTING ਸਿਸਟਮ ਦੇ ਵਾਂਗੂ ਇਹਦੇ ਵਿੱਚ ਵੀ ਜਿੰਨੀਆਂ ਸੀਟਾਂ ਉਨੀਆਂ ਵੋਟਾਂ ਹੁੰਦੀਆਂ ਆ, ਪਰ ਇਹਦੇ ਵਿੱਚ ਫਰਕ ਇਹ ਹੁੰਦਾ ਆ ਵੀ ਇੱਕ ਜਿਹੜਾ ਬੰਦਾ ਹੈਗਾ ਆ ਉਹ ਇੱਕ ਸੀਟ ਨੂੰ ਇੱਕ ਵੋਟ ਪਾ ਸਕਦਾ, ਉਹ ਸਾਰੀਆਂ ਵੋਟਾਂ ਜਿਹੜੀਆਂ ਆ ਉਹ ਇੱਕ ਬੰਦੇ ਨੂੰ ਨਹੀਂ ਪਾ ਸਕਦਾ। ਇਹ 'ਚ ਫਰਕ ਇਹ ਆ, ਇਸ ਕਰਕੇ ਜਿਹੜੇ ਹਿੰਦੂ ਆ ਉਹ ਇਹ ਚਾਹੁੰਦੇ ਸੀਗੇ। ਦੂਸਰੀ ਜਿਹੜੀ ਚੀਜ਼ ਆ ਇਹਦੇ ਵਿੱਚ ਇਹ ਫਰਕ ਆ ਕਿਊਮੂਲੇਟਿਵ VOTING ਸਿਸਟਮ ਦੇ ਨਾਲੋਂ, ਵੀ ਜੇ ਕੋਈ ਬੰਦਾ ਇਹ ਚਾਹੁੰਦਾ ਆ ਵੀ ਮੈਂ ਇੱਕੋ ਹੀ ਵੋਟ ਪਾਉਣੀ ਆ, ਭਾਵ ਕਿ 4 ਸੀਟਾਂ ਹੈਗੀਆਂ, 4 ਸੀਟਾਂ ਦੇ ਵਿੱਚੋਂ ਮੇਰੇ ਕੋਲ 4 ਵੋਟਾਂ ਹੈਗੀਆਂ ਆ, ਜੇ ਮੈਂ ਇਹ ਕਹਾਂ ਕਿ ਮੈਂ ਇੱਕੋ ਹੀ ਵੋਟ ਪਾਉਣੀ ਆ ਤੇ ਬਾਕੀ 3 ਨਹੀਂ ਪਾਉਣੀਆਂ, ਇਦਾਂ ਇਹਦੇ ਵਿੱਚ ਕੀਤਾ ਜਾ ਸਕਦਾ। ਪਰ ਇਹਨਾਂ ਨੇ ਕਿਹਾ ਵੀ ਡਿਸਟ੍ਰੀਬਿਊਟਿੰਗ VOTING ਸਿਸਟਮ ਦੀ ਜਗ੍ਹਾ ਤੇ ਕੰਪਲਸਰੀ ਡਿਸਟ੍ਰੀਬਿਊਟਿਵ VOTING ਸਿਸਟਮ ਹੋਣਾ ਚਾਹੀਦਾ ਮੈਥਡ, ਤਾਂ ਕਿ ਜਿਹੜੀਆਂ ਇਹ ਕੰਪਲਸਰੀ ਹੋਵੇ ਵੀ 4 ਦੀਆਂ 4 ਹੀ ਵੋਟਾਂ ਪਾਉਣੀਆਂ ਪੈਣ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਸਾਡੀ ਗਿਣਤੀ ਜ਼ਿਆਦਾ ਆ, ਜਿੱਥੇ ਸਾਡੀ ਵੋਟ ਜਿੱਥੇ ਜੇ ਅਸੀਂ ਕੰਪਲਸਰੀ ਕਰ ਦਈਏ ਤਾਂ ਅਸੀਂ ਵੱਡੀ ਪੂਲ ਦੇ ਨਾਲ, ਜਿੱਥੇ ਅਛੂਤ ਸਾਡਾ ਕੈਂਡੀਡੇਟ ਖੜਾ ਹੋਣਾ, ਕਾਂਗਰਸ ਦਾ ਕੈਂਡੀਡੇਟ ਖੜਾ ਹੋਣਾ, ਅਸੀਂ ਬਹੁਮਤ ਦੇ ਨਾਲ ਉੱਥੋਂ ਜਿੱਤੀਏ ਜੇ ਅਸੀਂ ਇਹਨੂੰ ਕੰਪਲਸਰੀ ਕਰ ਦਿੰਦੇ ਹਾਂ। ਸੋ ਇਹ ਚੇਂਜਸ ਬਾਬਾ ਸਾਹਿਬ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀਗੇ। ਬਾਬਾ ਸਾਹਿਬ ਕਹਿੰਦੇ ਵੀ ਇਹ ਬਹੁਤ ਵੱਡਾ ਜਿਹੜਾ ਸਾਡੇ ਨਾਲ ਪੂਨਾ ਪੈਕਟ ਹੋਇਆ, ਸਾਡੇ ਕੋਲ ਕ੍ਰਿਮੀਨਲ ਅਵਾਰਡ ਖੋਇਆ ਗਿਆ, ਇਹ ਬਹੁਤ ਵੱਡਾ ਸਾਡੇ ਨਾਲ ਧੋਖਾ ਹੋਇਆ ਆ, ਸਾਡੇ ਨਾਲ ਧੋਖਾ ਕੀਤਾ ਗਿਆ ਆ। ਉਸ ਤੋਂ ਬਾਅਦ ਕਹਿੰਦੇ ਵੀ ਸੈਕਿੰਡ ਪਾਰਟ ਆਫ ਦਾ ਸਟੋਰੀ ਜਿਹੜਾ ਹੈਗਾ ਆ ਉਹ ਅਸੀਂ ਦੇਖਦੇ ਆ ਵੀ ਪਹਿਲੀ ਵਾਰੀ ਭਾਰਤ ਦੇ ਵਿੱਚ 1937 ਦੇ ਵਿੱਚ ਇਲੈਕਸ਼ਨ ਹੁੰਦੀ ਆ। ਜਦੋਂ 1935 ਦਾ ਐਕਟ ਬਣਦਾ ਆ, ਉਸ ਤੋਂ ਬਾਅਦ ਫਰਵਰੀ ਦੇ ਵਿੱਚ 1937 ਦੇ ਵਿੱਚ ਇਲੈਕਸ਼ਨ ਹੁੰਦੀ ਆ। ਪਹਿਲੀ ਵਾਰ ਇਹ ਸਮਾਂ ਸੀ ਜਦੋਂ ਜਿਹੜੀ ਕਾਂਗਰਸ ਆ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ, ਤੇ ਪਹਿਲੀ ਵਾਰੀ ਅਛੂਤਾਂ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਸੀ ਕਿ ਉਹ ਆਪਣੇ ਨੁਮਾਇੰਦੇ ਆਪ ਚੁਣ ਕੇ ਸੈਂਟਰ ਦੇ ਵਿੱਚ ਜਾਂ ਵਿਧਾਨ ਸਭਾ ਵਿੱਚ ਉਹਨਾਂ ਨੇ ਭੇਜਣੇ ਸੀਗੇ। ਹੋਇਆ ਕੀ, ਕਹਿੰਦੇ ਵੀ ਜਿੱਦਾਂ MC ਰਾਜਾ ਇੱਕ ਗਾਂਧੀ ਦਾ ਬਹੁਤ ਤਕੜਾ ਚੇਲਾ ਸੀਗਾ ਮਦਰਾਸ ਤੋਂ, ਕਹਿੰਦੇ ਇਦਾਂ ਦੇ ਜਿਹੜੇ ਕਾਂਗਰਸ ਦੇ ਜਿਹੜੇ ਚਮਚੇ ਸੀ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਕਾਂਗਰਸ ਜਿਹੜੀ ਆ, ਜਦੋਂ ਅਛੂਤਾਂ ਦੀ ਗੱਲ ਆਉਣੀ ਆ, ਰਿਜ਼ਰਵ ਸੀਟ ਦੀ ਗੱਲ ਆਉਣੀ ਆ ਜਿਹੜੀ ਅਛੂਤਾਂ ਨੂੰ ਦਿੱਤੀ ਗਈ ਆ, ਉਹਦੇ ਵਿੱਚ ਕਾਂਗਰਸ ਨੇ ਇੰਟਰਫੇਅਰ ਨਹੀਂ ਕਰਨਾ। ਕਹਿੰਦੇ ਬਹੁਤ ਜਲਦੀ ਜਿਹੜਾ MC ਰਾਜਾ ਉਹਦਾ ਸੁਪਨਾ ਜਿਹੜਾ ਆ ਚੂਰੋ ਚੂਰ ਹੋ ਗਿਆ। ਕਾਂਗਰਸ ਨੇ ਜਿਹੜੀਆਂ ਰਿਜ਼ਰਵ ਸੀਟਾਂ ਆ ਉਹਦੇ ਵਿੱਚ ਵੀ ਇੰਟਰਫੇਰੈਂਸ ਕਰਨੀ ਸ਼ੁਰੂ ਕੀਤੀ। ਜਿਹੜੀ ਕਾਂਗਰਸ ਨੇ ਇਲੈਕਸ਼ਨ ਲੜੀ ਹੈਗੀ ਆ, ਉਹਨੇ ਇਹਦੇ ਵਿੱਚ ਆਪਣੇ 2 ਮਕਸਦ ਰੱਖੇ। ਇੱਕ ਤਾਂ ਸੀ ਵੀ ਆਪਣੀ ਮੈਜੋਰਿਟੀ ਸਥਾਪਿਤ ਕਰਨਾ, ਤਾਂ ਕਿ ਜੇ ਕੋਈ ਮਤਾ ਪਾਸ ਕਰਨਾ ਆ ਉਹ ਸਾਡੇ ਤੋਂ ਪੁੱਛੇ ਬਗੈਰ ਨਾ ਹੋਵੇ। ਦੂਸਰਾ ਉਹਦਾ ਮੰਤਵ ਇਹ ਸੀਗਾ ਕਿ ਅਸੀਂ ਜਿਹੜੀ ਰਿਪਰੈਜ਼ੈਂਟੇਸ਼ਨ ਕਰਨੀ ਹੈਗੀ ਆ, ਅਸੀਂ ਇਹ ਸਾਬਿਤ ਕਰਨਾ ਹੈਗਾ ਕਿ ਅਸੀਂ ਮੈਜੋਰਿਟੀ ਦੇ ਵਿੱਚ ਆ, ਅਛੂਤਾਂ ਦੇ ਨੁਮਾਇੰਦੇ ਵੀ ਅਸੀਂ ਆ ਤੇ ਅਛੂਤਾਂ ਨੂੰ ਰਿਪਰੈਜ਼ੈਂਟ ਵੀ ਅਸੀਂ ਕਰਦੇ ਆ। ਤੇ ਕਾਂਗਰਸ ਨੇ ਇਸ ਚੀਜ਼ ਨੂੰ ਦਿਖਾਉਣ ਦੇ ਲਈ ਪੂਰਾ ਜ਼ੋਰ ਲਾਇਆ। ਹੋਇਆ ਕੀ, ਕਹਿੰਦੇ ਵੀ ਜਿਹੜੀਆਂ ਸੀਟਾਂ 151 ਸੀਟਾਂ ਜਿਹੜੀਆਂ ਪੂਨਾ ਪੈਕਟ ਦੇ ਤਹਿਤ ਅਛੂਤਾਂ ਨੂੰ ਦਿੱਤੀਆਂ ਗਈਆਂ ਸੀ, ਉਹਨਾਂ ਦੇ ਵਿੱਚ 78 ਦੇ ਉੱਤੇ ਕਬਜ਼ਾ ਜਿਹੜਾ ਆ ਕਾਂਗਰਸ ਦਾ ਹੋ ਗਿਆ, ਤੇ 73 ਸੀਟਾਂ ਜਿਹੜੀਆਂ ਹੈਗੀਆਂ ਇੰਡੀਪੈਂਡੈਂਟ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਅਛੂਤਾਂ ਦੇ, ਜਿਹੜੇ ਆਜ਼ਾਦ ਖੜੇ ਸੀਗੇ, ਉਹਨਾਂ ਨੇ ਜਿੱਤੀਆਂ। ਹੋਇਆ ਕੀ, ਇੱਥੇ ਦੱਸਦੇ ਆ ਬਾਬਾ ਸਾਹਿਬ, ਕਹਿੰਦੇ ਜਦੋਂ ਇਹਦਾ ਰਿਜ਼ਲਟ ਆਇਆ ਜਿਹੜਾ 1935 ਐਕਟ ਦੇ ਥਰੂ ਪਹਿਲੀ ਇਲੈਕਸ਼ਨ 1937 ਦੇ ਵਿੱਚ ਹੋਈ ਆ, ਉਹਦੇ ਵਿੱਚ 51% ਜਿਹੜੀ 51% ਸੀਟਾਂ ਆ ਜਿਹੜੀਆਂ ਉਹ ਗਾਂਧੀ ਹੁਣਾਂ ਨੇ, ਕਾਂਗਰਸ ਨੇ ਹੜੱਪ ਲਈਆਂ। ਤੇ ਹੋਇਆ ਕੀ ਆ, ਉਸ ਤੋਂ ਬਾਅਦ ਕਹਿੰਦੇ ਵੀ ਜਿਹੜੀਆਂ 73 ਸੀਟਾਂ ਆ ਜਿਹੜੀਆਂ ਉਹ ਜਿਹੜੇ ਆਜ਼ਾਦ ਅਛੂਤ ਖੜੇ ਸੀਗੇ ਨੁਮਾਇੰਦੇ, ਉਹਨਾਂ ਦੇ ਕੋਲ ਗਈਆਂ। ਹੁਣ ਕਹਿੰਦੇ ਕੀ ਹੋਇਆ, ਉਹੀ ਹੋਇਆ ਜਿਹੜਾ ਸਾਨੂੰ ਡਰ ਸੀ ਵੀ ਪੂਨਾ ਪੈਕਟ ਜਿਹੜਾ ਸੀਗਾ ਉਹ ਸਾਡੇ ਲਈ ਬਹੁਤ ਘਾਤਕ ਸਿੱਧ ਹੋਇਆ। ਹਾਲਾਂਕਿ ਸਾਨੂੰ ਜਿਹੜਾ ਕ੍ਰਿਮੀਨਲ ਅਵਾਰਡ ਆ ਬਹੁਤ ਵਧੀਆ ਸਿੱਧ ਹੋਣਾ ਸੀ ਜੇ ਸਾਨੂੰ ਉਹ ਮਿਲਦਾ, ਜੇ ਸਾਨੂੰ ਮਿਲਿਆ ਰਹਿੰਦਾ। ਸੋ ਕਾਂਗਰਸ ਦੀਆਂ ਨੀਤੀਆਂ ਕਰਕੇ ਸਾਰਾ ਕੁਝ ਹੋਇਆ ਹੈਗਾ ਆ। ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਜਿਹੜੇ ਹਿੰਦੂ ਇਹ ਕਹਿੰਦੇ ਆ ਕਿ ਪੂਨਾ ਪੈਕਟ ਦੇ ਵਿੱਚ ਤੁਹਾਨੂੰ ਸੀਟਾਂ ਵੱਧ ਮਿਲੀਆਂ, ਕ੍ਰਿਮੀਨਲ ਅਵਾਰਡ ਦੇ ਵਿੱਚ ਸੀਟਾਂ ਘੱਟ ਸੀ, ਪਰ ਤੁਸੀਂ ਇਹ ਵੀ ਤਾਂ ਦੇਖੋ, ਕਹਿੰਦੇ ਇਲੈਕਸ਼ਨ ਰਿਜ਼ਲਟ ਤੋਂ ਜਿਹੜੀਆਂ 78 ਸੀਟਾਂ ਸਾਨੂੰ ਵੱਧ ਦਿੱਤੀਆਂ ਸੀ ਉਹ ਕਾਂਗਰਸ ਵੀ ਲੈ ਗਈ, ਵਿੱਚੋਂ ਚੱਕ ਕੇ ਵਾਪਸ ਲੈ ਗਈ, ਕਿਉਂਕਿ ਉਹਨਾਂ ਨੇ ਬੜੀ ਸਾਜ਼ਿਸ਼ ਦੇ ਤਹਿਤ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਜਿਹੜਾ ਉਹਨਾਂ ਦਾ ਚਮਚਾ ਹਾਰ ਰਿਹਾ ਸੀਗਾ, ਫਾਈਨਲ ਇਲੈਕਸ਼ਨ ਦੇ ਵਿੱਚ ਹਿੰਦੂਆਂ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾ ਕੇ ਆਪਣਾ ਚਮਚਾ ਬਣਾ ਕੇ ਭੇਜਿਆ। ਇਹੀ ਚੀਜ਼ ਅੱਜ ਵੀ ਚੱਲ ਰਹੀ ਹੈਗੀ ਆ।
ਹੁਣ ਅੱਗੇ ਬਾਬਾ ਸਾਹਿਬ ਇਹ ਦੱਸਦੇ ਹੈਗੇ, ਕਹਿੰਦੇ ਇੱਕ ਇੱਕ ਇਹਨਾਂ ਦੀ ਕੋਝੀ ਚਾਲ ਹੋਰ ਸੀਗੀ। ਉਹ ਕੀ ਸੀਗੀ? ਕਹਿੰਦੇ ਜਿਹੜੀ ਐਗਜ਼ੈਕਟਿਵ ਬਾਡੀ ਸੀ, ਕੈਬਨਿਟ ਜਿਹੜਾ ਬਣਨਾ ਸੀਗਾ, ਕੈਬਨਿਟ ਦੇ ਵਿੱਚ ਅਛੂਤਾਂ ਦੀ ਐਂਟਰੀ ਬੰਦ ਸੀਗੀ। ਮਤੇ ਉਹਨਾਂ ਨੇ ਇਹ ਪਾਏ ਸੀ, ਕਾਂਗਰਸ ਦਾ ਇਹ ਏਜੰਡਾ ਸੀਗਾ ਕਿ ਜਿਹੜਾ ਅਛੂਤ ਆ ਕੈਬਨਿਟ ਮਿਨਿਸਟਰ ਨਹੀਂ ਹੋ ਸਕਦਾ। ਠੀਕ ਹੈ, ਸੋ ਹੁਣ ਬਾਬਾ ਸਾਹਿਬ ਉਹਦੀ ਉਦਾਹਰਨ ਇਹਦੇ ਵਿੱਚ ਅੱਗੇ ਦਿੰਦੇ ਹੈਗੇ ਆ ਵੀ ਕੀ ਉਦਾਹਰਨ ਦਿੰਦੇ ਹੈਗੇ ਆ। ਕਹਿੰਦੇ ਜਦੋਂ ਰਾਊਂਡ ਟੇਬਲ ਕਾਨਫਰੰਸ ਹੋ ਰਹੀ ਸੀਗੀ ਤੇ ਮੈਂ ਇੱਕ ਗੱਲ ਉੱਤੇ ਬਹੁਤ ਜ਼ੋਰ ਪਾਇਆ ਕਿ ਜਿਹੜੀ ਵਿਧਾਨ ਸਭਾ ਹੈਗੀ ਆ, ਜਿੱਦਾਂ ਸਾਡੀ ਨੁਮਾਇੰਦਗੀ ਵਿਧਾਨ ਸਭਾ ਦੇ ਵਿੱਚ ਸਾਡੇ ਲਈ ਜਿੱਦਾਂ ਸਾਡੀ ਨੁਮਾਇੰਦਗੀ ਬਹੁਤ ਜ਼ਰੂਰੀ ਆ ਵਿਧਾਨ ਸਭਾ ਦੇ ਵਿੱਚ, ਇਦਾਂ ਹੀ ਕੈਬਨਿਟ ਦੇ ਵਿੱਚ ਵੀ ਬਹੁਤ ਹੋਣੀ ਜ਼ਰੂਰੀ ਹੈਗੀ ਆ। ਮਿਨਿਸਟਰੀ ਦੇ ਵਿੱਚ ਜਿਹੜੇ ਦੁਖੜੇ ਅਛੂਤਾਂ ਦੇ ਹੈਗੇ ਆ ਉਹ ਮਾੜੇ ਕਾਨੂੰਨ ਕਰਕੇ ਨਹੀਂ ਹੈਗੇ, ਪਰ ਜਿਹੜਾ ਕਾਰਜਕਾਰੀ ਪ੍ਰਣਾਲੀ ਹੈਗੀ ਆ ਉਹਨਾਂ ਨੇ ਜਿਹੜਾ ਅਤਿਆਚਾਰ ਅਛੂਤਾਂ ਦੇ ਉੱਤੇ ਕੀਤਾ ਹੈਗਾ ਆ ਉਹ ਤਾਂ ਕਰਕੇ ਆ ਕਿਉਂਕਿ ਜਿਹੜੀਆਂ ਉਹ ਉੱਚ ਜਾਤੀ ਹਿੰਦੂ ਹੈਗੇ ਉਹਨਾਂ ਵੱਲੋਂ ਕੰਟਰੋਲ ਕੀਤੀਆਂ ਜਾਂਦੀਆਂ ਤੇ ਅਛੂਤਾਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਹੈਗਾ ਆ। ਇਸ ਚੀਜ਼ ਨੂੰ ਮਿਟਾਉਣ ਦੇ ਲਈ ਜਾਂ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਕੈਬਨਿਟ ਦੇ ਵਿੱਚ ਵੀ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ, ਜਿੱਦਾਂ ਸਾਨੂੰ ਵਿਧਾਨ ਸਭਾ ਦੇ ਵਿੱਚ ਚਾਹੀਦੀ ਹੈਗੀ ਆ। ਹੁਣ ਉਹ ਦੱਸਦੇ ਹੈਗੇ ਆ ਕਿ ਬਈ ਇਹ ਚੀਜ਼ਾਂ ਉਦੋਂ ਰੁਕ ਸਕਦੀਆਂ ਜੇ ਅਸੀਂ ਮਿਨਿਸਟਰ ਬਣਦੇ ਆ, ਸਾਡੇ ਬੰਦੇ ਮਿਨਿਸਟਰ ਬਣਦੇ ਆ, ਕੈਬਨਿਟ ਦੇ ਵਿੱਚ ਆਉਂਦੇ ਆ। ਕਹਿੰਦੇ ਵੀ ਇਸ ਚੀਜ਼ ਦਾ ਜਿਹੜਾ ਸਟ੍ਰੈਸ ਹੈ ਮੈਂ ਬਹੁਤ ਇਸ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਬਹੁਤ ਜ਼ੋਰ ਪਾਇਆ ਇਸ ਚੀਜ਼ ਦੇ ਉੱਤੇ। ਹੋਇਆ ਕਿ ਕਹਿੰਦੇ ਉੱਥੇ ਦੇ ਜਿਹੜੇ ਬ੍ਰਿਟਿਸ਼ ਗਵਰਨਮੈਂਟ ਹੈਗੇ ਆ, ਮੈਜੈਸਟੀ ਨੇ ਮੇਰੀ ਗੱਲ ਮੰਨੀ। ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਦੋ ਤਰੀਕੇ ਦੇ ਨਾਲ ਅਸੀਂ ਇਹਨੂੰ ਇੰਪਲੀਮੈਂਟ ਕਰ ਸਕਦੇ ਹੈਗੇ ਆ। ਵੀ ਇੱਕ ਤਾਂ ਜਿੱਦਾਂ ਇਸ ਤਰੀਕੇ ਨਾਲ ਇੰਪਲੀਮੈਂਟ ਕਰ ਸਕਦੇ ਕਿ ਅਸੀਂ ਕਾਨੂੰਨ ਪ੍ਰਬੰਧ ਕਰ ਸਕਦੇ ਹਾਂ, ਕਾਨੂੰਨ ਦਾ ਪ੍ਰੋਵੀਜ਼ਨ ਜਾਂ ਪ੍ਰਬੰਧ ਕਰ ਸਕਦੇ ਹਾਂ ਵੀ ਅਸੀਂ ਇਹਨੂੰ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਪਾ ਦਈਏ, ਤਾਂ ਕਿ ਜਿਹੜਾ ਉੱਥੇ ਦਾ ਗਵਰਨਰ ਹੋਊਗਾ ਉਹਨੂੰ ਇਸ ਚੀਜ਼ ਦਾ ਧਿਆਨ ਰਹੂਗਾ ਵੀ ਜਿਹੜੇ ਅਛੂਤ ਹੈਗੇ ਆ, ਜਿਹੜੇ ਡਿਪਰੈਸਡ ਕਲਾਸਿਸ ਹੈਗੇ ਆ, ਉਹਨਾਂ ਨੂੰ ਕੈਬਨਿਟ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਜਿਹੜੀ ਬਣਦੀ ਹੈਗੀ ਆ ਉਹ ਦੇਣੀ ਜ਼ਰੂਰੀ ਆ। ਤਾਂ ਇੱਕ ਤਾਂ ਆਪਾਂ ਕਾਨੂੰਨ ਬਣਾ ਦਈਏ। ਦੂਸਰਾ ਇਹਦਾ ਰੀਜ਼ਨ ਇਹ ਆ ਵੀ ਦੂਸਰਾ ਆਪਾਂ ਇਦਾਂ ਵੀ ਕਰ ਸਕਦੇ, ਦੂਸਰਾ ਤਰੀਕਾ ਉਹਦਾ ਇਹ ਆ ਬਈ ਅਸੀਂ ਜਿਹੜਾ ਇੱਕ ਨਾਰਮਲ ਐਗਰੀਮੈਂਟ ਕਰ ਲਓ, ਜਿਹੜਾ ਕਾਨੂੰਨੀ ਇੱਕ ਪ੍ਰੋਵੀਜ਼ਨ, ਜਿਹੜਾ ਜੇ ਕਾਨੂੰਨੀ ਪ੍ਰੋਵੀਜ਼ਨ ਨਹੀਂ ਕਰਨਾ ਇੱਕ ਨਾਰਮਲ ਐਗਰੀਮੈਂਟ ਕਰ ਲਓ। ਤੇ ਜਿੱਦਾਂ ਕਿ ਆਪਣੇ ਇੰਗਲੈਂਡ ਕਨਸਟੀਟਿਊਸ਼ਨ ਦੇ ਅੰਦਰ ਕਈ ਆਪਣੇ ਸਮਝੌਤੇ ਹੁੰਦੇ ਆ, ਇਦਾਂ ਤੁਸੀਂ ਐਗਰੀਮੈਂਟ ਕਰ ਲਓ। ਪਰ ਬਾਬਾ ਸਾਹਿਬ ਕਹਿੰਦੇ ਵੀ ਇਦਾਂ ਨਹੀਂ ਮੰਨੇ, ਪਰ ਉਹਨਾਂ ਨੇ ਗਵਰਨਮੈਂਟ ਨੇ ਫਿਰ ਉਹ ਪ੍ਰੋਵੀਜ਼ਨ ਕੀਤਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਨਵਾਂ ਕਲੌਜ਼ ਐਡ ਕੀਤਾ ਵੀ ਜਿਹੜਾ ਉਹ ਕਲੌਜ਼ ਸੀਗਾ ਉਹ ਕੀ ਸੀਗਾ ਵੀ ਜਿਹੜਾ ਸਟੇਟ ਦਾ ਗਵਰਨਰ ਹੋਊਗਾ ਉਹ ਇਸ ਤਰੀਕੇ ਨੂੰ ਧਿਆਨ ਦੇ ਵਿੱਚ ਰੱਖੂਗਾ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੂਗਾ ਕਿ ਜਦੋਂ ਇਲੈਕਸ਼ਨ ਹੋਣੀ ਆ, ਜਿਹੜੇ ਅਛੂਤ ਜਾਂ ਡਿਪਰੈਸਡ ਕਲਾਸ ਕਹੇ ਜਾਣ ਵਾਲੇ ਲੋਕ ਹੈਗੇ ਆ, ਉਹਨਾਂ ਦੀ ਸਪੈਸ਼ਲ ਨੁਮਾਇੰਦਗੀ ਜਿਹੜੀ ਆ ਉਹ ਕੈਬਨਿਟ ਦੇ ਵਿੱਚ ਹੋਊਗੀ। ਉਹ ਉਹਨਾਂ ਨੇ ਕਾਨੂੰਨ ਦੇ ਵਿੱਚ ਇਨੈਕਟ ਕਰ ਦਿੱਤਾ। ਹੁਣ ਹੋਇਆ ਕੀ, ਕਹਿੰਦੇ ਕਾਂਗਰਸ ਨੇ ਇਸ ਚੀਜ਼ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸ ਨੂੰ ਇੱਥੇ ਤੱਕ ਇਹ ਸੀਗਾ ਕਿ ਇਹਨਾਂ ਨੂੰ ਇਹ ਵੀ ਇਹਨਾਂ ਦਾ ਕੋਈ ਮਿਨਿਸਟਰ ਵੀ ਨਾ ਬਣੇ। ਕਹਿੰਦੇ ਹੁਣ ਕਾਂਗਰਸ ਨੇ ਕੀ ਸ਼ੁਰੂ ਕੀਤਾ, ਡਰਾਮਾ ਖੇਡਣਾ ਸ਼ੁਰੂ ਕੀਤਾ। ਕਿਹੜਾ ਡਰਾਮਾ ਸ਼ੁਰੂ ਕੀਤਾ? ਉਹ ਕਹਿੰਦੇ ਵੀ ਕਾਂਗਰਸ ਨੇ ਕਿਹਾ ਜੀ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਆ ਨਾ, ਜਿਹੜਾ ਪਹਿਲਾ ਜਿਹੜਾ ਬਣਿਆ ਸੀ, ਜਿਹਦੇ ਥਰੂ ਇਲੈਕਸ਼ਨ ਹੋਈ ਸੀ, ਉਹ ਜਿਹੜਾ ਕਨਸਟੀਟਿਊਸ਼ਨ ਹੈ ਅਸੀਂ ਉਹਨੂੰ ਨਹੀਂ ਮੰਨਦੇ, ਉਹ ਸਾਡੇ ਲਈ ਨਹੀਂ ਹੈਗਾ। ਤੇ ਕਹਿੰਦੇ ਵੀ ਇਹਦੇ ਵਿੱਚ ਕਾਂਗਰਸ ਨੇ ਇਹ ਫੈਲਾਇਆ ਲੋਕਾਂ ਦੇ ਲਈ ਵੀ ਅਸੀਂ ਜਿਹੜੇ ਆ ਅਸੀਂ ਬਹੁਤ ਕ੍ਰਾਂਤੀਕਾਰੀ ਆ, ਅਸੀਂ ਕੱਟੜ ਭਾਰਤੀ ਆ। ਇਸ ਗੱਲ ਕਰਕੇ ਅਸੀਂ ਜਿਹੜੀ ਮਤਲਬ ਕਿ ਆਪਣੀ ਛਵੀ ਜਿਹੜੀ ਉਹ ਕਾਂਗਰਸ ਇਦਾਂ ਬਣਾਉਣੀ ਚਾਹੁੰਦੀ ਸੀ। ਅੰਦਰ ਜਿਹੜੀ ਖਾਤੇ ਉਹਨਾਂ ਦੇ ਗੱਲ ਚੱਲ ਰਹੀ ਸੀ ਉਹ ਡਿਫਰੈਂਟ ਸੀ, ਪਰ ਲੋਕਾਂ ਮੂਹਰੇ ਉਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਆਫ ਇੰਡੀਆ ਐਕਟ ਨੂੰ ਮੰਨਦੇ ਨਹੀਂ ਹੈਗੇ, ਅਸੀਂ ਇਹਦਾ ਅਪੋਜ਼ ਕਰਦੇ ਹਾਂ। ਅਪੋਜ਼ ਉਹ ਤਾਂ ਕਰਦੇ ਸੀ ਕਿਉਂਕਿ ਗਵਰਨਰ ਨੂੰ ਸਪੈਸ਼ਲ ਅਧਿਕਾਰ ਦਿੱਤੇ ਗਏ ਸੀ ਕਿ ਅਛੂਤਾਂ ਨੂੰ ਕੈਬਨਿਟ ਦੇ ਵਿੱਚ ਦਾਖਲ ਕੀਤਾ ਜਾਵੇ। ਹੁਣ ਕਾਂਗਰਸ ਨੇ ਇਹ ਕਿਹਾ ਵੀ ਸਾਨੂੰ ਇਹ ਕਾਨੂੰਨ ਪਸੰਦ ਨਹੀਂ ਹੈਗਾ, ਅਸੀਂ ਤਾਂ ਗੋਰਿਆਂ ਨੂੰ ਦੇਸ਼ ਚੋਂ ਭਜਾਉਣਾ ਚਾਹੁੰਦੇ ਹਾਂ। ਉਹਨਾਂ ਨੇ ਆਪਣੇ ਦੇਸ਼ ਜਿੱਦਾਂ ਆਪਣੀ ਲੋਕਾਂ ਦੇ ਮੂਹਰੇ ਆਪਣੀ ਇਮੇਜ ਵਧੀਆ ਬਣਾਉਣ ਦੇ ਲਈ ਵੀ ਅਸੀਂ ਬਹੁਤ ਰਾਸ਼ਟਰਵਾਦੀ ਹਾਂ, ਇਹ ਚਾਲ ਖੇਲੀ। ਪਰ ਅਸਲ ਦੇ ਵਿੱਚ ਜਿਹੜਾ ਕਾਰਨ ਸੀਗਾ ਉਹ ਇਹੀ ਸੀਗਾ ਕਿ ਗਵਰਨਰ ਦੇ ਜਿਹੜੇ ਸਪੈਸ਼ਲ ਅਧਿਕਾਰ ਦਿੱਤੇ ਸੀਗੇ ਤੇ ਉਹ ਜਿਹੜੇ ਆ ਉਹ ਕਾਂਗਰਸ ਨੂੰ ਪਸੰਦ ਨਹੀਂ ਸੀਗੇ। ਉਹ ਚਾਹੁੰਦੇ ਸੀ ਕਿ ਅਛੂਤਾਂ ਦਾ ਕੋਈ ਮਿਨਿਸਟਰ ਕੈਬਨਿਟ ਦੇ ਵਿੱਚ ਨਾ ਜਾਵੇ। ਉਸ ਤੋਂ ਬਾਅਦ ਕੀ ਹੋਇਆ, ਗਵਰਨਮੈਂਟ ਨੇ ਦੇਖਿਆ ਵੀ ਕਾਂਗਰਸ ਸਾਡਾ ਕਹਿਣਾ ਨਹੀਂ ਮੰਨਦੀ, ਕਾਂਗਰਸ ਨੂੰ ਬਾਈਪਾਸ ਕਰ ਦਿੱਤਾ। ਉਹਨਾਂ ਨੇ ਕਾਂਗਰਸ ਨੂੰ ਬਾਈਪਾਸ ਕਰਕੇ ਉਹਨਾਂ ਨੇ 1 ਅਪ੍ਰੈਲ 1937 ਨੂੰ ਉਹਨਾਂ ਨੇ ਕੀ ਕੀਤਾ, ਇੱਕ ਕਮੇਟੀ ਬਣਾਈ ਜਿਹਨੂੰ ਟੈਂਪਰੇਰੀ ਮਿਨਿਸਟਰੀ ਕਮੇਟੀ ਕਹਿੰਦੇ ਸੀ। ਉਹਦੇ ਵਿੱਚ ਕੋਈ ਵੀ ਕਾਂਗਰਸ ਦਾ ਬੰਦਾ ਨਹੀਂ ਲਿਆ। ਜਦੋਂ ਕਾਂਗਰਸ ਦਾ ਕੋਈ ਬੰਦਾ ਨਹੀਂ ਲਿਆ, ਜਿਹੜੀ ਇੱਕ ਟੈਂਪਰੇਰੀ ਬ੍ਰਿਟਿਸ਼ ਨੇ ਕਮੇਟੀ ਬਣਾਈ, ਮਿਨਿਸਟਰੀ ਦੀ ਟੈਂਪਰੇਰੀ ਕਮੇਟੀ ਬਣਾਈ 1 ਅਪ੍ਰੈਲ 1937 ਨੂੰ, ਤੇ ਕਾਂਗਰਸ ਨੂੰ ਇਹ ਲੱਗਾ ਜਿਹੜੇ ਕਾਂਗਰਸ ਦੇ ਲੀਡਰ ਸੀ, ਬਾਬਾ ਸਾਹਿਬ ਕਹਿੰਦੇ ਉਹ ਲਾਲਚੀ ਸੀਗੇ ਤੇ ਉਹ ਮਤਲਬ ਕਿ ਜਿਹੜਾ ਇੱਕ ਜੈਲਸ, ਜਿਹਨੂੰ ਇੱਕ ਦੂਜੇ ਨੂੰ ਇੱਕ ਜਿਹੜਾ ਈਰਖਾ ਕਰਨ ਵਾਲੇ ਲੋਕ, ਉਹਨਾਂ ਨਾਲ ਭਰਿਆ ਹੋਇਆ ਕਾਂਗਰਸ ਦਾ ਜਿਹੜਾ ਦਲ ਸੀਗਾ।
ਤੇ ਬਾਬਾ ਸਾਹਿਬ ਕਹਿੰਦੇ ਉਹਨਾਂ ਨੂੰ ਇਹ ਲੱਗਾ ਕਿ ਹੁਣ ਤਾਂ ਗੱਲ ਸਾਡੇ ਹੱਥੋਂ ਜਾਂਦੀ ਲੱਗੀ ਵੀ ਸਾਨੂੰ ਤਾਂ ਬਾਹਰ ਦਾ ਰਾਹ ਦਿਖਾਈ ਦਿੱਤਾ, ਸਾਨੂੰ ਬ੍ਰਿਟਿਸ਼ ਕਹਿੰਦੀ ਹੈ ਵੀ ਓਕੇ ਜੇ ਤੁਹਾਨੂੰ ਸਾਡੀ ਪਰਵਾਹ ਨਹੀਂ, ਸਾਨੂੰ ਤੁਹਾਡੀ ਪਰਵਾਹ ਨਹੀਂ। ਇਹਨਾਂ ਨੇ ਤਾਂ ਹੁਣ ਮਿਨਿਸਟਰੀ ਦੀ ਇੱਕ ਕਮੇਟੀ ਵੀ ਬਣਾ ਦਿੱਤੀ ਆ ਜਿਹਦੇ ਵਿੱਚ ਕੋਈ ਕਾਂਗਰਸ ਦਾ ਬੰਦਾ ਹੈ ਨਹੀਂਗਾ। ਫਿਰ ਉਹਦੇ ਵਿੱਚ ਉਹਨਾਂ ਨੂੰ ਲੱਗਾ ਵੀ ਹੁਣ ਸਾਡੇ ਹੱਥੋਂ ਜਦੋਂ ਬਾਗਡੋਰ ਨਿਕਲਦੀ ਜਾਂਦੀ ਆ, ਉਹਨਾਂ ਨੇ ਫਿਰ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਨੈਗੋਸੀਏਸ਼ਨ ਕਰਨੀ ਸ਼ੁਰੂ ਕੀਤੀ। ਜਦੋਂ ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਨੈਗੋਸੀਏਸ਼ਨ ਕਰਨੀ ਸ਼ੁਰੂ ਕੀਤੀ, ਫਿਰ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇੱਕ ਜਿਹੜਾ ਆ ਅੰਡਰਟੇਕਿੰਗ ਐਗਰੀਮੈਂਟ ਜਿਹੜਾ ਤਿਆਰ ਕੀਤਾ, ਜਿਹਦੇ ਵਿੱਚ ਜਿਹੜੇ ਗਵਰਨਰ ਨੂੰ ਅਧਿਕਾਰ ਸੀਗੇ ਉਹ ਕਿਸੇ ਤਰੀਕੇ ਨਾਲ ਉਹ ਲੈ ਗਏ। ਉਹਦੇ ਨਾਲ ਕੀ ਹੋਇਆ ਵੀ ਜਿਹੜੇ ਅਛੂਤ ਜਿਹੜੇ ਮਿਨਿਸਟਰ ਬਣਨੇ ਸੀਗੇ ਕੈਬਨਿਟ ਵਿੱਚ, ਜਿਹੜੇ ਰਿਪਰੈਜ਼ੈਂਟੇਸ਼ਨ ਉਹਨਾਂ ਦੀ ਆ, ਉਹ ਹਮੇਸ਼ਾ ਲਈ ਉਸ ਤੋਂ ਵਾਂਝੇ ਹੋ ਗਏ। ਇਹ ਬਹੁਤ ਵੱਡਾ ਜਿਹੜਾ ਧੋਖਾ ਕਾਂਗਰਸ ਨੇ ਜਿਹੜਾ ਹੈਗਾ ਆ ਉਹ ਕੀਤਾ। ਪਰ ਉਸ ਚੀਜ਼ ਦਾ ਸਪਸ਼ਟੀਕਰਨ ਦੇਣ ਦੇ ਲਈ ਉਹਨਾਂ ਨੇ ਕੀ ਕੀਤਾ, ਕਾਂਗਰਸ ਵਾਲਿਆਂ ਨੇ ਕਿਹਾ ਵੀ ਜਿਹੜੀ ਸਾਡੀ ਮਿਨਿਸਟਰੀ ਦੀ ਜਦੋਂ ਕੈਬਨਿਟ, ਅਸੀਂ ਤਾਂ ਜੀ ਇਹ ਮੰਗ ਕਰਦੇ ਆ ਕੈਬਨਿਟ ਦੇ ਵਿੱਚ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ, ਪਰ ਕੈਬਨਿਟ ਦੇ ਵਿੱਚ ਇਦਾਂ ਨਹੀਂ ਸਿੱਧਾ ਕਹਿ ਸਕੇ ਵੀ ਉਹ ਅਛੂਤਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਹੋਣੀ ਚਾਹੀਦੀ। ਉਹ ਅੱਗੇ ਜਾ ਕੇ ਤੁਹਾਨੂੰ ਮੈਂ ਉਹਦੀ ਸਟੋਰੀ ਦੱਸਦਾ ਵੀ ਕੀ ਹੋਇਆ। ਉਹਨਾਂ ਨੇ ਇੱਕ ਤਰੀਕਾ ਲੱਭਿਆ ਵੀ ਕਾਂਗਰਸ ਇਹ ਕਹਿੰਦੀ ਆ ਵੀ ਕੈਬਨਿਟ ਦੇ ਵਿੱਚ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਸਾਰੀ ਮਾਈਨੋਰਿਟੀਜ਼ ਦੀ, ਪਰ ਜਿਹੜੀਆਂ ਮਾਈਨੋਰਿਟੀਜ਼ ਹੈਗੀਆਂ ਆ ਉਹ ਕਾਂਗਰਸ ਨੂੰ ਜੁਆਇਨ ਕਰੇ ਤੇ ਉਹ ਉਹਨਾਂ ਦੀ ਸਹੁੰ ਚੁੱਕੇ। ਫਿਰ ਅਸੀਂ ਇੱਕ ਪਾਰਟੀ ਦੀ ਕੈਬਨਿਟ ਬਣਾਉਣਾ ਚਾਹੁੰਦੇ ਆ ਵੀ ਕੈਬਨਿਟ ਦੇ ਵਿੱਚ ਜਿੰਨੇ ਵੀ ਮਿਨਿਸਟਰ ਹੈਗੇ ਸਾਰੇ ਕਾਂਗਰਸ ਦੇ ਹੈਗੇ, ਪਰ ਅਛੂਤਾਂ ਦੇ ਲਈ ਇਹਦੀ ਕੋਈ ਜਗ੍ਹਾ ਹੈ ਨਹੀਂ। ਬਾਬਾ ਸਾਹਿਬ ਕਹਿੰਦੇ ਉਹ ਇਹਨਾਂ ਨੇ ਸਿੱਧੇ ਪੱਖੋਂ ਨਹੀਂ ਕਿਹਾ। ਕਿਉਂ ਨਹੀਂ ਕਿਹਾ? ਕਿਉਂਕਿ ਕਾਂਗਰਸ ਜਿਹੜੀ ਆ ਉਹ ਵਚਨਬੰਧ ਸੀਗੀ। ਉਹਦੇ ਦੋ ਕਾਰਨ ਸੀਗੇ। ਇੱਕ ਕਾਰਨ ਇਹ ਸੀਗਾ ਕਿ ਕਾਂਗਰਸ ਨੇ ਹੀ ਪੂਨਾ ਪੈਕਟ ਦੇ ਤਹਿਤ ਇਹ ਤੈਅ ਪਾਇਆ ਸੀਗਾ ਕਿ ਅਛੂਤਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ, ਜਿਹੜੀ ਨੁਮਾਇੰਦਗੀ ਆ ਉਹ ਕੈਬਨਿਟ ਦੇ ਵਿੱਚ ਕਰਾਂਗੇ, ਹੋਣੀ ਜ਼ਰੂਰੀ ਆ ਪੂਨਾ ਪੈਕਟ ਦੇ ਅਕੋਰਡਿੰਗਲੀ। ਦੂਸਰਾ ਇਹ ਸੀਗਾ ਕਿ ਸਿੱਧੇ ਤੌਰ ਦੇ ਉੱਤੇ, ਜਨਤਕ ਤੌਰ ਦੇ ਉੱਤੇ ਜਿਹੜੀ ਕਾਂਗਰਸ ਆ ਉਹ ਇਹ ਨਹੀਂ ਕਹਿ ਸਕਦੀ ਸੀ ਵੀ ਜਿਹੜੀ ਲੈਜਿਸਲੇਚਰ ਆ, ਜਿਹੜੀ ਉਹ ਮਤਲਬ ਜਿਹੜੇ ਮੈਂਬਰ ਕਾਂਗਰਸ ਦੇ ਜਿਹੜੇ ਮੈਂਬਰ ਜਿੱਤੇ ਸੀਗੇ, ਜਿਹੜੇ ਅਛੂਤ ਮੈਂਬਰ ਜਿੱਤੇ ਸੀ, ਉਹਨਾਂ ਨੂੰ ਸਿੱਧਾ ਉਹ ਮਨਾ ਨਹੀਂ ਕਰ ਸਕਦੀ ਸੀ ਵੀ ਨਹੀਂ ਤੁਸੀਂ ਸਾਡੀ ਪਾਰਟੀ ਦੇ ਮੈਂਬਰ ਨਹੀਂ ਹੈਗੇ ਤੇ ਤੁਹਾਡੀ ਕੈਬਨਿਟ ਦੇ ਵਿੱਚ ਤੁਹਾਡੇ ਕੋਈ ਜਗ੍ਹਾ ਨਹੀਂ ਹੈਗੇ। ਪਰ ਦੂਸਰੇ ਪਾਸੇ ਕਹਿੰਦੇ ਵੀ ਕਾਂਗਰਸ ਦੇ 78 ਜਿਹੜੇ ਅਛੂਤ ਹੈਗੇ ਆ ਉਹ ਕਾਂਗਰਸ ਪਾਰਟੀ ਦਾ ਹਿੱਸਾ ਸੀਗੇ, ਫਿਰ ਵੀ ਉਹਨਾਂ ਨੂੰ ਕਾਂਗਰਸ ਨੇ ਨੁਮਾਇੰਦਗੀ ਜਿਹੜੀ ਆ ਕੈਬਨਿਟ ਦੇ ਵਿੱਚ ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ? ਇਹਦੇ ਪਿੱਛੇ ਇਹੀ ਕਾਰਨ ਆ, ਉਹ ਅੱਗੇ ਦੱਸਦੇ ਆ। ਕਹਿੰਦੇ ਹੁਣ ਮੈਂ ਤੁਹਾਨੂੰ ਇੱਕ ਲੌਂਗ ਸਟੋਰੀ ਸ਼ਾਰਟ ਦੱਸ ਦਿੰਦਾ ਇੱਥੇ ਵੀ ਇੱਕ ਡਾਕਟਰ ਖਰੇ ਸੀਗੇ। ਡਾਕਟਰ ਖਰੇ ਕੌਣ ਸੀਗੇ? ਇਹ ਬਾਬਾ ਸਾਹਿਬ ਸਟੋਰੀ ਦਿੰਦੇ, ਐਵੀਡੈਂਸ ਦਿੰਦੇ ਆ ਵੀ ਇਹ ਕੀ ਹੋਇਆ, ਕਿੱਦਾਂ ਧੋਖਾ ਹੋਇਆ, ਵੀ ਇਹਦੀ ਇੱਕ ਐਗਜ਼ਾਮਪਲ ਦਿੰਦੇ ਆ। ਡਾਕਟਰ ਕਹਿੰਦੇ ਵੀ ਇੱਕ ਐਵੀਡੈਂਸ ਮੈਂ ਤੁਹਾਨੂੰ ਦਿੰਦਾ ਵੀ ਇੱਕ ਡਾਕਟਰ ਖਰੇ ਸੀਗੇ ਜਿਹੜਾ ਪ੍ਰਧਾਨ ਮੰਤਰੀ ਸੀਗਾ ਉਸ ਵੇਲੇ ਕਾਂਗਰਸ ਮਿਨਿਸਟਰੀ ਦਾ ਸੈਂਟਰ ਪ੍ਰੋਵਿੰਸ ਵੱਲੋਂ। ਕਹਿੰਦੇ ਕੈਬਨਿਟ ਦੇ ਵਿੱਚ ਲੜਾਈ ਹੋ ਗਈ ਤੇ ਕਾਂਗਰਸ ਦੀ ਜਦੋਂ ਲੜਾਈ ਹੋਈ ਆ ਉੱਥੇ ਤੇ ਡਾਕਟਰ ਜਿਹੜਾ ਖਰੇ ਸੀਗਾ ਉਹਦੀ ਲੜਾਈ ਹੋ ਗਈ। ਉਹ ਕੈਬਨਿਟ ਦਾ ਮਿਨਿਸਟਰ ਸੀਗਾ ਤੇ ਹੈੱਡ ਸੀਗਾ ਮਿਨਿਸਟਰੀ ਦਾ, ਤੇ ਉਹਨੇ ਕੀ ਕਿਹਾ, ਗਵਰਨਰ ਨੂੰ ਕਿਹਾ ਵੀ ਮੈਨੂੰ ਨਵੀਂ ਕੈਬਨਿਟ ਚਾਹੀਦੀ ਹੈ। ਤੇ ਉਹਨੇ ਜਿਹੜੇ ਉਸ ਕੈਬਨਿਟ ਦੇ ਮਿਨਿਸਟਰ ਸੀਗੇ, ਕਿਉਂਕਿ ਉਹ ਕੈਬਨਿਟ ਦਾ ਹੈੱਡ ਸੀਗਾ, ਤੇ ਉਹ ਮਿਨਿਸਟਰਾਂ ਨੂੰ ਕਿਹਾ ਵੀ ਤੁਸੀਂ ਅਸਤੀਫਾ ਦੇ ਦਿਓ। ਅੱਛਾ, ਜਦੋਂ ਮਿਨਿਸਟਰਾਂ ਨੇ ਅਸਤੀਫਾ ਦਿੱਤਾ ਤੇ ਡਾਕਟਰ ਖਰੇ ਜਿਹੜਾ ਆ ਉਹ ਫਿਰ ਦੁਬਾਰਾ ਗਵਰਨਰ ਕੋਲ ਗਿਆ। ਗਵਰਨਰ ਨੇ ਉਹਨੂੰ ਕਹਿਤਾ ਵੀ ਤੂੰ ਇਦਾਂ ਕਰ ਵੀ ਨਵੀਂ ਕੈਬਨਿਟ ਜਿਹੜੀ ਆ ਉਹ ਤਿਆਰ ਕਰ ਲਾ। ਇਦਾਂ ਹੀ ਮਿਸਟਰ ਜਿਹੜਾ ਖਰੇ ਸੀਗਾ ਉਹਨੇ ਨਵੀਂ ਕੈਬਨਿਟ ਤਿਆਰ ਕੀਤੀ। ਹੋਇਆ ਕਿ ਮਿਸਟਰ ਖਰੇ ਨੇ ਇੱਕ ਗਲਤੀ ਕਰ ਲਈ, ਉਹਦੇ ਵਿੱਚ ਮਿਸਟਰ ਅਗਨੀ ਭੋਜ ਜਿਹੜਾ ਅਛੂਤ ਸੀਗਾ ਉਹਨੂੰ ਮੈਂਬਰ ਲੈ ਲਿਆ ਵਿੱਚ, ਤੇ ਉਹ ਕਾਂਗਰਸ ਪਾਰਟੀ ਦਾ ਮੈਂਬਰ ਸੀ ਬਾਬਾ ਸਾਹਿਬ ਕਹਿੰਦੇ, ਤੇ ਉਹਦੇ ਕੋਲ ਐਜੂਕੇਸ਼ਨ ਵੀ ਬਹੁਤ ਸੀ, ਵੈਲ ਕੁਆਲੀਫਾਈਡ ਸੀਗਾ, ਤੇ ਉਹ ਮਿਨਿਸਟਰ ਬਣਨ ਦੇ ਵੀ ਲਾਇਕ ਸੀਗਾ। ਤੇ ਫਿਰ ਕੀ ਹੋਇਆ, ਕਾਂਗਰਸ ਨੇ ਇੱਕ ਮਤਾ ਪਾਸ ਕੀਤਾ, ਕਾਂਗਰਸ ਨੇ ਇੱਕ ਵਰਦਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਜਿਹਦੇ ਵਿੱਚ ਇਹ ਕਿਹਾ ਗਿਆ, ਜਿਹੜਾ 26 ਜੁਲਾਈ 1938 ਨੂੰ ਹੋਇਆ ਸੀਗਾ, ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੀ ਪੁਰਾਣੀ ਮਿਨਿਸਟਰੀ ਸੀ ਜਿਨ੍ਹਾਂ ਨੇ ਰੈਜ਼ਿਗਨੇਸ਼ਨਾਂ ਦਿੱਤੀਆਂ ਆ, ਆਪਣੇ ਅਸਤੀਫੇ ਦਿੱਤੇ ਆ, ਇਹ ਜਿਹੜਾ ਕੰਮ ਕੀਤਾ ਆ ਡਾਕਟਰ ਖਰੇ ਨੇ, ਇਹ ਬਹੁਤ ਗਲਤ ਕੀਤਾ ਆ ਤੇ ਅਸੀਂ ਇਹਨੂੰ ਇਹ ਕਹਿੰਦੇ ਵੀ ਇਹ ਅਨੁਸ਼ਾਸਨਹੀਨਤਾ ਦਾ ਦੋਸ਼ੀ ਆ। ਸੋ ਇਦਾਂ ਕਰਕੇ ਉਹਨੂੰ ਜਾਣੀ ਕਿ ਮਤਲਬ ਕਿ ਉਹਦੇ ਉੱਤੇ ਆਰੋਪ ਲਾਉਣੇ ਸ਼ੁਰੂ ਕੀਤੇ, ਆਪਣੇ ਹੀ ਪਾਰਟੀ ਮੈਂਬਰ ਦੇ ਉੱਤੇ, ਜਿਹੜਾ ਕਿ ਪ੍ਰਾਈਮ ਮਿਨਿਸਟਰ ਸੀਗਾ, ਉਹਦੇ ਉੱਤੇ ਆਰੋਪ ਲਾਉਣੇ ਸ਼ੁਰੂ ਕੀਤੇ, ਸਿਰਫ ਇਸ ਕਰਕੇ ਵੀ ਤੂੰ ਇੱਕ ਅਛੂਤ ਨੂੰ ਕੈਬਨਿਟ ਦਾ ਮੈਂਬਰ ਬਣਾਇਆ। ਆਹ ਕਾਂਗਰਸ ਦੇ ਕਾਰੇ ਸੀਗੇ। ਬਾਬਾ ਸਾਹਿਬ ਕਹਿੰਦੇ ਫਿਰ ਜਿਹੜਾ ਡਾਕਟਰ ਖਰੇ ਸੀਗਾ ਉਹਨੇ ਕੀ ਕੀਤਾ, ਉਹਨੇ ਓਪਨਲੀ ਕਿਹਾ ਇਸ ਗੱਲ ਨੂੰ ਵੀ ਮੈਨੂੰ ਗਾਂਧੀ ਨੇ ਕਿਹਾ ਸੀਗਾ, ਗਾਂਧੀ ਨੇ ਮੈਨੂੰ ਕਿਹਾ ਸੀ ਇਸ ਗੱਲ ਦੀ ਵੀ ਅਛੂਤ ਜਿਹੜੇ ਆ ਉਹ ਮਿਨਿਸਟਰੀ ਦੇ ਵਿੱਚ ਨਹੀਂ ਆ ਸਕਦੇ, ਤੇ ਤੂੰ ਇਸ ਗੱਲ ਦਾ ਜਿਹੜਾ ਆ ਵੀ ਬਹੁਤ ਵੱਡਾ ਜਿਹੜਾ ਮਤਲਬ ਕਿ ਤੂੰ ਬਹੁਤ ਗਲਤ ਕੀਤਾ ਆ ਕਿ ਤੂੰ ਅਛੂਤਾ ਦੇ ਅੰਦਰ ਇਹ ਖਾਹਿਸ਼ ਤੇ ਇਹ ਤਮੰਨਾ ਭਰੀ ਆ ਕਿ ਤੁਸੀਂ ਮਿਨਿਸਟਰ ਬਣਨ ਦੇ ਕਾਬਿਲ ਹਾਂ। ਆ ਬਾਬਾ ਸਾਹਿਬ ਕਹਿੰਦੇ ਗਾਂਧੀ ਦਾ ਅਸਲੀ ਚਿਹਰਾ ਤੇ ਕਾਂਗਰਸ ਦਾ ਅਸਲੀ ਚਿਹਰਾ। ਜਿਹੜਾ ਅੱਗੇ ਕਾਂਗਰਸ ਦੀ ਜਿਹੜੀ
ਰਣਨੀਤੀ ਹੈਗੀ ਆ ਵੀ ਉਹ ਕੈਂਡੀਡੇਟ ਕਿੱਦਾਂ ਚੁਣਦੇ ਆ ਬਾਬਾ ਸਾਹਿਬ, ਇਹਦੇ ਬਾਰੇ 2 ਕਮੈਂਟ ਹੋਰ ਲਵਾਂਗਾ, ਫਿਰ ਮੈਂ ਸੈਸ਼ਨ ਆਪਣਾ ਜਿਹਦਾ ਚੈਪਟਰ ਐਂਡ ਹੋ ਜਾਣਾ। 70 ਪੇਜਸ ਦਾ ਸੀਗਾ ਚੈਪਟਰ ਇਹ। ਤੇ ਇਹਦੇ ਵਿੱਚ ਜਦੋਂ ਕਾਂਗਰਸ ਕੋਈ ਪ੍ਰਕਿਰਿਆ ਚੁਣਦੀ ਹੈਗੀ ਆ ਕਿਸੇ ਕੈਂਡੀਡੇਟ ਨੂੰ ਚੁਣਨ ਦੀ, ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜਿਹੜੀ ਕਨਸਟੀਚੁਐਂਸੀਆਂ ਵਿੱਚ 2 ਕੈਂਡੀਡੇਟ ਹੁੰਦੇ ਆ ਤੇ ਕਾਂਗਰਸ ਇਹ ਨਹੀਂ ਦੇਖਦੀ ਹੈਗੀ ਵੀ ਦੋਨਾਂ ਵਿੱਚੋਂ ਕਿਹੜਾ ਵਧੀਆ ਹੈਗਾ ਆ, ਦੋਨਾਂ ਕੈਂਡੀਡੇਟਸ ਦੇ ਵਿੱਚੋਂ ਕਿਹੜਾ ਵਧੀਆ ਹੈਗਾ ਆ। ਕਾਂਗਰਸ ਸਿਰਫ ਇਹ ਦੇਖਦੀ ਆ ਵੀ ਕਿਹੜੀ ਕਾਸਟ ਦੀਆਂ ਉੱਥੇ ਵੋਟਾਂ ਜ਼ਿਆਦਾ ਆ, ਉਸ ਕੈਂਡੀਡੇਟ ਨੂੰ ਉਹਨਾਂ ਨੇ ਚੁਣਨਾ ਆ। ਦੂਸਰੀ ਕੰਡੀਸ਼ਨ ਜਿਹੜੀ ਹੈਗੀ ਆ ਵੀ ਉਹ ਇਹ ਨਹੀਂ ਦੇਖਦੀ ਵੀ ਉਹਦੀ ਕੁਆਲੀਫਿਕੇਸ਼ਨ ਕਿੰਨੀ ਆ। ਦੂਸਰੀ ਕੁਆਲੀਫਿਕੇਸ਼ਨ ਕੈਂਡੀਡੇਟ ਚੁਣਨ ਦੀ ਇਹ ਆ ਵੀ ਉਹਨਾਂ ਚੋਂ ਅਮੀਰ ਕਿਹੜਾ ਜ਼ਿਆਦਾ ਆ। ਹੁਣ ਜਿਹੜੀ ਅੱਗੇ ਹੈਰਾਨੀ ਕਰਨ ਵਾਲੀਆਂ ਗੱਲਾਂ ਬਾਬਾ ਸਾਹਿਬ ਦੱਸਦੇ ਆ ਕਿ ਉਹ ਤੁਹਾਨੂੰ ਦੱਸਦਾ ਵੀ ਕੀ ਕਹਿੰਦੇ ਆ। ਬਾਬਾ ਸਾਹਿਬ ਕਹਿੰਦੇ ਵੀ ਜਦੋਂ ਇੱਕ ਕੈਂਡੀਡੇਟ ਚੁਣਨਾ ਹੋਵੇ, ਜੇ ਤਾਂ ਉਹ ਹਾਇਰ ਕਲਾਸ ਦਾ ਆ, ਜੇ ਤਾਂ ਉਹ ਬ੍ਰਾਹਮਣ ਆ, ਜਿੱਦਾਂ ਬ੍ਰਾਹਮਣ ਆ, ਫਿਰ ਉਹ ਚੁਣਦੇ ਆ ਵੀ ਉਹ ਪੜ੍ਹਿਆ ਲਿਖਿਆ ਹੋਵੇ, ਹਾਈਐਸਟ ਐਜੂਕੇਸ਼ਨ ਹੋਵੇ ਉਹਦੇ ਕੋਲ, ਕਿਉਂਕਿ ਉਹਨੇ ਦੇਸ਼ ਦੀ ਸੱਤਾ ਸੰਭਾਲਣੀ ਆ, ਉਹਨੇ ਲਾ ਪਾਸ ਕਰਨੇ ਆ, ਉਹਨੇ ਕਾਨੂੰਨ ਬਣਾਉਣੇ ਆ ਤੇ ਉਹਨੇ ਮਿਨਿਸਟਰੀ ਵਿੱਚ ਹੋਣਾ ਆ। ਇਸ ਕਰਕੇ ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਕਹਿੰਦੇ ਜੇ ਕਾਂਗਰਸ ਨੇ ਕੋਈ ਨੌਨ ਬ੍ਰਾਹਮਣ ਚੁਣਨਾ ਆ, ਜਿੱਦਾਂ ਕੋਈ ਜੱਟ ਚੁਣਨਾ ਆ, ਕੋਈ ਆਪਣਾ ਵੈਸ਼ ਚੁਣਨਾ ਆ, ਉਹ ਨੌਨ ਬ੍ਰਾਹਮਣ ਜਿਹੜਾ ਚੁਣਨਾ ਹੈਗਾ ਆ ਉਹ ਲੋ ਕੁਆਲੀਫਿਕੇਸ਼ਨ ਦਾ ਹੋਣਾ ਚਾਹੀਦਾ ਆ, ਉਹ ਹਾਇਰ ਕੁਆਲੀਫਿਕੇਸ਼ਨ ਦਾ ਨਹੀਂ ਹੋਣਾ ਚਾਹੀਦਾ। ਬਾਬਾ ਸਾਹਿਬ ਕਹਿੰਦੇ ਜਦੋਂ ਕੋਈ ਅਛੂਤ ਚੁਣਨਾ ਕਾਂਗਰਸ ਨੇ, ਉਹਦੀ ਕੁਆਲੀਫਿਕੇਸ਼ਨ ਹੀ ਨਹੀਂ ਹੋਣੀ ਚਾਹੀਦੀ, ਅਨਪੜ੍ਹ ਹੋਣਾ ਚਾਹੀਦਾ, ਸਿਰਫ ਉਹਨੂੰ ਸਾਈਨ ਕਰਨੇ ਆਉਣੇ ਚਾਹੀਦੇ। ਬਾਬਾ ਸਾਹਿਬ ਕਹਿੰਦੇ ਇਹ ਸਾਰੇ ਕੇਸਾਂ ਵਿੱਚ ਸਹੀ ਨਹੀਂ ਹੈਗਾ, ਪਰ ਮੈਜੋਰਿਟੀ ਕੇਸਾਂ ਵਿੱਚ ਇਦਾਂ ਹੀ ਹੁੰਦਾ ਵੀ ਜੇ ਬ੍ਰਾਹਮਣ ਚੁਣਨਾ ਤਾਂ ਮੋਸਟ ਐਜੂਕੇਟਡ ਪਰਸਨ ਹੋਵੇ, ਜੇ ਉਹਨਾਂ ਨੇ ਆਪਣਾ ਨੌਨ ਬ੍ਰਾਹਮਣ ਚੁਣਨਾ ਆ, ਠੀਕ ਹੈ, ਉਹ ਜਿਹੜਾ ਆ ਉਹ ਮਤਲਬ ਕਿ ਮੋਡਰੇਟ ਪੜ੍ਹਿਆ ਹੋਵੇ, 10 ਪਾਸ ਹੋਵੇ ਜਾਂ 12 ਪਾਸ ਹੋਵੇ। ਜੇ ਅਛੂਤ ਚੁਣਨਾ ਆ ਉਹ ਤਾਂ ਬਿਲਕੁਲ ਹੀ ਅਨਪੜ੍ਹ ਹੋਵੇ, ਲਿਟਰੇਟ ਹੋਵੇ, ਜਿਹੜਾ ਇਕੱਲਾ ਸਾਈਨ ਕਰ ਸਕੇ ਬਸ। ਇਹ ਤਾਂ ਕਰਕੇ ਆ ਕਿ ਕਿਉਂਕਿ ਬ੍ਰਾਹਮਣ ਨੇ ਦੇਸ਼ ਦੀ ਸੱਤਾ ਚਲਾਉਣੀ ਆ, ਕੋਈ ਵੀ ਸੈਂਟਰ ਦੇ ਵਿੱਚ ਜਾਂ ਰੂਲ ਪਾਸ ਕਰਨਾ ਆ, ਜਾਂ ਵਿਧਾਨ ਸਭਾ ਦੇ ਵਿੱਚ ਕੋਈ ਸਟੇਟ ਲੈਵਲ ਤੇ ਕੋਈ ਰੂਲ ਪਾਸ ਕਰਨਾ ਆ, ਕੋਈ ਕਾਨੂੰਨ ਪਾਸ ਕਰਨਾ ਆ, ਤੇ ਜਿਹੜੇ ਅਛੂਤ ਲੋਕ ਆ ਉਹ ਸਿਰਫ ਸਾਈਨ ਕਰਨ ਵੀ ਪਾਸ ਹੀ ਆ, ਉਹਨਾਂ ਦੇ ਇੰਨੀ ਬੁੱਧੀ ਨਾ ਹੋਵੇ, ਉਹ ਇੰਨੇ ਉਹਨਾਂ ਦਾ ਇੰਟੈਲੈਕਚੁਅਲ ਨਾ ਹੋਵੇ, ਉਹ ਇੰਨੇ ਵੀ ਉਹ ਸਵਾਲ ਖੜੇ ਕਰਨ ਸੈਂਟਰ ਦੇ ਵਿੱਚ ਜਾਂ ਲੋਕ ਸਭਾ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ। ਬਾਬਾ ਸਾਹਿਬ ਕਹਿੰਦੇ ਵੀ ਹੁਣ ਜਦੋਂ ਇਹ ਚੈਪਟਰ ਐਂਡ ਕਰਦੇ ਆ, ਬਾਬਾ ਸਾਹਿਬ ਕਹਿੰਦੇ ਵੀ ਇਹ ਲੌਂਗ ਸਟੋਰੀ ਆ ਤੇ ਇਹ ਬਹੁਤ ਲੰਮੀ ਸਟੋਰੀ ਆ ਵੀ ਕਾਂਗਰਸ ਨੇ ਅਛੂਤਾਂ ਦੇ ਲਈ ਕੀ ਕੀਤਾ ਹੈਗਾ ਆ ਤੇ ਗਾਂਧੀ ਨੇ ਅਛੂਤਾਂ ਲਈ ਕੀ ਕੀਤਾ। ਇਹ ਲੰਮੀ ਸਟੋਰੀ, ਬਹੁਤ ਜ਼ਰੂਰ ਇਹ ਲੰਮੀ ਸਟੋਰੀ ਆ, ਪਰ ਇਹ ਸੈਡ ਸਟੋਰੀ ਆ, ਬੜੀ ਦੁਖੀ ਕਰਨ ਵਾਲੀ ਸਟੋਰੀ ਆ। ਇਉਂ ਲੱਗਦਾ ਹੈਗਾ ਕਿ ਕਾਂਗਰਸ ਨੇ ਪੂਨਾ ਪੈਕਟ ਦੇ ਵਿੱਚੋਂ ਸਾਰਾ ਜੂਸ ਨੋਚ ਲਿਆ, ਜੂਸ ਪੀ ਲਿਆ, ਜੂਸ ਚੂਸ ਲਿਆ ਤੇ ਛਿਲਕਾ ਸਾਡੇ ਮੂੰਹ ਤੇ ਮਾਰਿਆ, ਛਿਲਕਾ ਅਛੂਤਾਂ ਦੇ ਮੂੰਹ ਤੇ ਮਾਰਿਆ। ਇਸੇ ਨਾਲ ਇਹ ਚੈਪਟਰ ਦਾ ਐਂਡ ਹੋ ਜਾਂਦਾ ਜੀ। It is not about the ultimate future. Our difficulty is how to make the heterogeneous mess that we have today take a decision in common and march in a cooperative way on that road which is bound to lead us to unity.